ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1062 1062 ਨੰਬਰ ਅੰਕ ਤੋਂ ਅੱਗੇ ਪਾਠ ਕਰਨਾ ਹੈ। ਮਾਰੂ ਰਾਗ ਵਿੱਚ ਮਹਿਲਾ ਤੀਜਾ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਹਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ ਕੱਲ ਤੱਕ 18ਵੇਂ ਸੋਹਲੇ ਦੀ ਸਮਾਪਤੀ ਹੋਈ ਸੀ। ਅੱਜ 19ਵੇਂ ਸੋਹਲੇ ਦੀ ਆਰੰਭਤਾ ਹੋਣੀ ਹੈ। ਮਾਰੂ ਮਹਿਲਾ ਤੀਜਾ ਹਰ ਜੀਓ ਦਾਤਾ ਅਗਮ ਅਥਾਹ, ਉਸ ਤਿਲ ਨਾ ਤਮਾਏ ਵੇ ਪਰਵਾਹ, ਤਿਸਨੋ ਅਪੜ ਨ ਸਕੈ ਕੋਈ, ਆਪੇ ਮੇਲ ਮਿਲਾਇੰਦਾ। ਹਰ ਜੀਓ ਦਾਤਾ ਅਗਮ ਅਥਾਹ, ਉਸ ਤਿਲ ਨਾ ਤਮਾਏ ਵੇ ਪਰਵਾਹ, ਤਿਸਨੋ ਅਪੜ ਨ ਸਕੈ ਕੋਈ, ਆਪੇ ਮੇਲ ਮਿਲਾਇੰਦਾ। ਹਰ ਜੀਓ, ਜੀਓ ਅੱਖਰ ਸਤਕਾਰ ਲਈ ਆਇਆ ਹੈ। ਜੀਓ ਦੇ ਵੱਖ-ਵੱਖ ਅਰਥ ਆਉਂਦੇ ਹਨ। ਜੀਓ ਜਿੰਦ ਲਈ ਵੀ ਆਉਂਦਾ ਹੈ, ਜੀਓ ਸਤਕਾਰ ਲਈ ਵੀ ਆਉਂਦਾ ਹੈ, ਜੀਓ ਜੀਵਾਂ ਲਈ ਵੀ ਆਉਂਦਾ ਹੈ। ਹਰ ਜੀਓ ਦਾਤਾ ਅਗਮ ਜਾਂ ਜਿਉਂ ਜਿਉਂ ਤੇਰਾ ਹੁਕਮ, ਜਿਸ ਤਰ੍ਹਾਂ ਲਈ ਵੀ ਆਉਂਦਾ ਹੈ। ਜਿਉਂ ਤੇਰਾ ਹੁਕਮ, ਤਿਵੇਂ ਤਿਵ ਹੋਵਣਾ। ਇੱਥੇ ਗੁਰੂ ਸਾਹਿਬ ਸਤਕਾਰ ਲਈ ਹਰ ਜੀਓ ਦਾਤਾ, ਹਰ ਜੀ ਦਾਤਾ ਦਿੰਦੇ ਹਨ, ਦਾਤਾ ਦਿੱਤੀਆਂ ਹਨ। ਅਗਮ ਅਥਾ, ਉਹ ਹਰੀ ਅਗਮ ਹੈ, ਉੱਤੇ ਤੱਕ ਸਾਡੀ ਗੰਭਤਾ ਨਹੀਂ ਹੈ। ਅਥਾ ਹੈ, ਬੇਅੰਤ ਹੈ। ਉਸ ਤਿਲ ਨਾ ਤਮਾਏ ਵੇ ਪਰਵਾਹ, ਉਸ ਪਰਮਾਤਮਾ ਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ। ਤਮਾਏ ਤੋਂ ਭਾਵੇਂ ਲਾਲਚ, ਉਸ ਪਰਮਾਤਮਾ ਨੂੰ ਤਿਲ ਮਾਤਰ ਵੀ ਤਮਾ ਲਾਲਚ ਨਹੀਂ ਹੈ। ਅਸੀਂ ਦੁਨਿਆਵੀ ਤੌਰ ਤੇ ਅਸੀਂ ਦੁਨਿਆਵੀ ਰਾਜਾਵਾਂ ਨੂੰ ਜਾਂ ਵੱਡੇ ਅਹੁਦੇਦਾਰਾਂ ਦੀ ਤਾਰੀਫ ਕਰਦੇ ਹਾਂ, ਉਹ ਖੁਸ਼ ਹੋ ਜਾਂਦੇ ਹਨ। ਅਸੀਂ ਸੋਚਦੇ ਹਾਂ ਉਹ ਖੁਸ਼ ਹੋਣਗੇ ਤੇ ਸਾਡਾ ਕੁਝ ਭਲਾ ਕਰਨਗੇ। ਅਸੀਂ ਪਰਮਾਤਮਾ ਨੂੰ ਵੀ ਉਸੇ ਤਰ੍ਹਾਂ ਸਮਝਦੇ ਹਾਂ। ਅਸੀਂ ਸੋਚਦੇ ਹਾਂ ਪਰਮਾਤਮਾ ਨੂੰ ਸ਼ਾਇਦ ਚਾਪਲੂਸੀ ਦੀ ਲੋੜ ਹੈ। ਅਸੀਂ ਉਹਨੂੰ ਵੱਡਾ ਵੱਡਾ ਕਹੀਏ ਤੇ ਉਹ ਖੁਸ਼ ਹੋ ਜਾਏਗਾ, ਫਿਰ ਸਾਡੀ ਝੋਲੀ ਭਰ ਦੇਗਾ, ਸਾਡੀ ਝੋਲੀ ਵਿੱਚ ਖੁਸ਼ੀਆਂ ਪਾ ਦੇਗਾ। ਪਰ ਗੁਰੂ ਸਾਹਿਬ ਸਮਝਾਣਾ ਕਰ ਰਹੇ ਹਨ, ਉਸ ਤਿਲ ਨਾ ਤਮਾਏ ਵੇ ਪਰਵਾਹ, ਉਹਦਾ ਸਾਰਾ ਸਿਸਟਮ ਆਟੋਮੈਟਿਕ ਸਿਸਟਮ ਚੱਲ ਰਿਹਾ ਹੈ। ਸਭ ਕੁਝ ਉਹ ਆਪੇ ਦਾਤਾਂ ਦੇ ਹੀ ਜਾ ਰਿਹਾ ਹੈ। ਵੱਡਾ ਨਾ ਹੋਵੇ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੇ ਮਿਲ ਕੇ ਉਹਨੂੰ ਵੱਡਾ ਵੱਡਾ ਕਹੀ ਜਾਣ ਤੇ ਉਹ ਫੁੱਲ ਕੇ ਵੱਡਾ ਨਹੀਂ ਹੋ ਜਾਂਦਾ ਕਿ ਸਾਰੇ ਦੇਖੋ ਮੇਰੇ ਗੁਣਗਾਨ ਕਰ ਰਹੇ, ਤੇ ਘਟ ਵੀ ਨਹੀਂ ਜਾਂਦਾ। ਜੇ ਸਾਰੇ ਉਸਦੇ ਗੁਣਗਾਨ ਕਰਨੇ ਬੰਦ ਕਰ ਦਈਏ ਤੇ ਕਿਧਰੇ ਉਹ ਛੋਟਾ ਵੀ ਨਹੀਂ ਹੋ ਜਾਂਦਾ। ਅਸੀਂ ਉਸਦੇ ਗੁਣ ਗਾਉਣੇ ਕਿਉਂ ਹਨ? ਗੁਣ ਕਹਿ ਗੁਣੀ ਸਮਾਵਣਿਆ, ਕਿ ਉਸਦੇ ਗੁਣ ਗਾ ਕੇ ਉਹ ਗੁਣ ਸਾਡੇ ਵਿੱਚ ਪ੍ਰਗਟ ਹੋ ਜਾਣ। ਅਸੀਂ ਉਸ ਗੁਣਾਂ ਦੇ ਭੰਡਾਰੇ, ਗੁਣਾਂ ਦੇ ਸੋਮੇ ਪਰਮਾਤਮਾ ਵਿੱਚ ਸਾਡੀ ਲੀਨਤਾ ਬਣ ਜਾਏ, ਗੁਣਾਂ ਦੇ ਵਿੱਚ ਸੁਰਤ ਟਿਕ ਜਾਏ, ਕਿ ਗੁਣ ਸਾਡੇ ਅੰਦਰੋਂ ਪ੍ਰਗਟ ਹੋ ਜਾਣ ਤੇ ਸਾਡੇ ਕਰਮਾਂ ਵਿੱਚ ਵੀ ਗੁਣ ਆ ਜਾਣ। ਸਾਡੀ ਸੁਰਤ ਅਵਗੁਣਾਂ ਤੇ ਟਿਕੀ ਰਹਿੰਦੀ ਹੈ, ਸਾਡੇ ਮਨ ਵਿੱਚ ਮੈਲ ਇਕੱਠੀ ਹੁੰਦੀ ਰਹਿੰਦੀ ਹੈ, ਅਵਗੁਣ ਪ੍ਰਗਟ ਹੁੰਦੇ ਰਹਿੰਦੇ ਹਨ ਤੇ ਕਰਮ ਵੀ ਸਾਡੇ ਅਵਗੁਣਾਂ ਵਾਲੇ ਅਸੀਂ ਕਰੀ ਜਾਂਦੇ ਹਾਂ। ਉਸ ਤਿਲ ਨਾ ਤਮਾਏ ਵੇ ਪਰਵਾਹ, ਉਹ ਪਰਮਾਤਮਾ ਲਾਪਰਵਾਹ ਨਹੀਂ ਹੈ, ਵੇ ਪਰਵਾਹ ਪਰਮਾਤਮਾ ਹੈ। ਕੁਝ ਨਾ ਕਰਦੇ ਹੋਏ ਵੀ ਸਭ ਕੁਝ ਕਰ ਰਿਹਾ ਹੈ, ਤੇ ਸਭ ਕੁਝ ਕਰਦੇ ਹੋਏ ਵੀ ਨਿਰਲੇਪ ਹੈ। ਸਭ ਕੁਝ ਕਰਦੇ ਹੋਏ ਵੀ ਸੰਸਾਰ ਦੇ ਕਾਰ ਵਿਹਾਰ ਕਰਦੇ ਕਰਾਉਂਦੇ ਹੋਏ ਵੀ ਸਾਰੇ ਸੰਸਾਰ ਵਿੱਚੋਂ ਨਿਰਲੇਪ ਹੈ। ਤਿਸ ਨੂੰ ਅਪੜ ਨਾ ਸਕੈ ਕੋਈ, ਦੇਖੋ ਬੜੀ ਬੇਸ਼ਕੀਮਤੀ ਗੁਰੂ ਸਾਹਿਬ ਸਮਝਾਣਾ ਕਰ ਰਹੇ ਹਨ। ਤਿਸ ਨੂੰ, ਉਸ ਪਰਮਾਤਮਾ ਤੱਕ ਅਪੜ ਨਾ ਸਕੇ ਕੋਈ ਉੱਥੇ ਤੱਕ ਪਹੁੰਚ ਨਹੀਂ ਸਕਦਾ। ਹੁਣ ਦੇਖੋ ਧਿਆਨ ਨਾਲ ਅਸੀਂ ਧਿਆਨ ਦੇਣ ਦੀ ਲੋੜ ਹੈ। ਗੁਰੂ ਸਾਹਿਬ ਬਾਰ-ਬਾਰ ਸਮਝਾਣਾ ਕਰ ਰਹੇ ਹਨ ਕਿ ਅਵਗੁਣਾਂ ਨੂੰ ਛੱਡ ਦੇ, ਉਸ ਪਰਮਾਤਮਾ ਦੇ ਗੁਣ ਗਾਉਣੇ ਕਰ, ਜਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰ ਕਿ ਤੇਰਾ ਪਰਮਾਤਮਾ ਨਾਲ ਮੇਲ ਹੋ ਜਾਏ। ਅਸੀਂ ਕਰਮਾਂ ਦੀ ਥਿਉਰੀ ਨੂੰ ਵੀ ਲੈ ਕੇ ਚੱਲ ਰਹੇ ਹਾਂ
ਕਿ ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਹੋ ਜਿਹੇ ਕਰਮ ਜਾਂ ਤੇ ਸਾਨੂੰ ਪ੍ਰਮਾਤਮਾ ਦੇ ਨਿਕਟ ਲੈ ਜਾਂਦੇ ਨੇ ਜਾਂ ਸਾਨੂੰ ਪ੍ਰਮਾਤਮਾ ਤੋਂ ਦੂਰ ਕਰ ਦਿੰਦੇ ਨੇ। ਬਿਲਕੁਲ ਸਾਰੇ ਉਸਦੇ ਹੁਕਮ ਵਿੱਚ ਹੀ ਵਰਤ ਰਿਹਾ, ਪਰ ਕਿਧਰੇ ਸਾਡੇ ਮਨ ਵਿੱਚ ਇਹ ਭੁਲੇਖਾ ਨਾ ਆ ਜਾਏ ਕਿ ਇਹ ਲਿਸਟ ਹੈ ਕਰਮਾਂ ਦੀ, ਇਹ ਕਰਮ ਕੀਤਿਆਂ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਉਹ ਕਰਮ ਅਸੀਂ ਜ਼ਰੂਰ ਕਰਨੇ ਹਨ ਜੋ ਗੁਰੂ ਸਾਹਿਬ ਸਾਨੂੰ ਸਮਝਾਣਾ ਕਰ ਰਹੇ ਹਨ। ਝੂਠ ਨੂੰ ਅਸੀਂ ਜ਼ਰੂਰ ਛੱਡਣਾ ਹੈ, ਸੱਚ ਨਾਲ ਅਸੀਂ ਜ਼ਰੂਰ ਜੁੜਨਾ ਹੈ। ਸੱਚ ਸਾਡੇ ਸੁਭਾਅ ਵਿੱਚ ਆ ਜਾਏ, ਸਾਨੂੰ ਜ਼ੋਰ ਨਾ ਲਾਣਾ ਪਵੇ ਸੱਚ ਬੋਲਣ ਲਈ, ਸੱਚ ਸੁਭਾਅ ਵਿੱਚ ਆ ਗਿਆ, ਸੱਚ ਸਾਡੇ ਜੀਵਨ ਵਿੱਚ ਆ ਗਿਆ, ਸੱਚ ਸਾਡੀ ਕਾਰ ਡੇਲੀ ਰੂਟੀਨ ਵਿੱਚ ਆ ਗਿਆ। ਅਸੀਂ ਰੂਟੀਨ ਵਿੱਚ ਹੀ ਸਾਰੇ ਸੱਚ ਵਾਲੇ ਕਾਰ ਕਰਦੇ ਹੋਏ ਤਾਂ ਵੀ ਅਸੀਂ ਮਨ ਵਿੱਚ ਇਹ ਭੁਲੇਖਾ ਨਾ ਲਿਆਈਏ ਹੁਣ ਤੇ ਮੈਂ ਇੰਨਾ ਗੁਰੂ ਦੀ ਸਾਰੀਆਂ ਗੱਲਾਂ ਮੰਨ ਲਈਆਂ ਜਾਂ ਬਹੁਤ ਸਾਰੀਆਂ ਗੱਲਾਂ ਮੰਨ ਲਈਆਂ ਤੇ ਹੁਣ ਤੇ ਮੈਨੂੰ ਪ੍ਰਮਾਤਮਾ ਮਿਲ ਹੀ ਜਾਣਾ ਚਾਹੀਦਾ। ਹੁਣ ਤੇ ਜੇ ਅਗਰ ਇਹੋ ਜਿਹੇ ਮਨ ਵਿੱਚ ਸਾਡੇ ਵਿਚਾਰ ਆਣਗੇ ਤੇ ਕਿਧਰੇ ਨਾ ਕਿਧਰੇ ਸਾਡੇ ਮਨ ਵਿੱਚ ਅਹੰਕਾਰ ਵੀ ਆਣ ਲੱਗ ਪਏਗਾ, ਜਾਂ ਅਸੀਂ ਇੰਜ ਜੇਕਰ ਅਸੀਂ ਇੰਜ ਕਹੀਏ ਇਹ ਵਾਲੇ ਕਾਰ ਕੀਤਿਆਂ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ, ਫਿਰ ਤੇ ਉਸਦੀ ਕੀਮਤ ਪੈ ਜਾਏਗੀ ਕਿ ਇਹ ਕੰਮ ਕਰੋ ਤੇ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ। ਗੁਰੂ ਸਾਹਿਬ ਕਹਿ ਰਹੇ ਨੇ ਤਿਸ ਨੂੰ ਅਪੜ ਨਾ ਸਕੇ ਕੋਈ ਉੱਥੇ ਤੱਕ ਨਹੀਂ ਪਹੁੰਚ ਸਕਦਾ। ਉਹਨੇ ਹੁਕਮ ਜ਼ਰੂਰ ਬਣਾ ਦਿੱਤੇ ਹਨ, ਸਿਸਟਮ ਜ਼ਰੂਰ ਬਣਾ ਦਿੱਤਾ ਹੈ, ਲੇਕਿਨ ਆਪੇ ਮੇਲ ਮਿਲਾਏਂਦਾ। ਪਰ ਉਹਦੇ ਨਾਲ ਮਿਲਾਪ ਕਿਸ ਤਰ੍ਹਾਂ ਹੁੰਦਾ? ਜੋ ਸਾਡਾ ਕੀ ਫਰਜ਼ ਹੈ? ਸਾਡਾ ਫਰਜ਼ ਹੈ ਕਿ ਜੋ ਗੁਰੂ ਕਹਿ ਰਹੇ ਹਨ, ਗੁਰੂ ਸਮਝਾ ਰਹੇ ਹਨ, ਅਸੀਂ ਉਹ ਕਾਰ ਕਰਦੇ ਜਾਈਏ ਤੇ परमात्मा अपने बनाए नियमां मुताबिक ਸੁਭਾਵਕ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਉਹਦੇ ਵਿੱਚ ਅਸੀਂ ਆਪਣੇ ਅਹਮ ਨੂੰ ਨਾ ਲੈ ਕੇ ਆਈਏ ਕਿ ਅਸੀਂ ਕੁਝ ਕੀਤਿਆਂ ਪ੍ਰਮਾਤਮਾ ਨਾਲ ਮਿਲ ਸਕਦੇ ਹਾਂ। ਜੀ ਹਰਿੰਦਰ ਵੀਰ ਜੀ। ਗੁਰੂ ਨਾਲ ਜਿੱਥੇ ਦੇਖੋ ਗੁਰੂ ਦਾ ਅੱਜ ਦੁਨੀਆ ਜਿਹੜੀ ਹੈ ਨਾ, ਅੱਜ ਤੋਂ ਆਸਤਿਕ ਦੁਨੀਆ ਬਹੁਤ ਹੈ। ਬੰਦਾ ਕਹੇ ਕਿ ਨਹੀਂ ਰੱਬ ਤੇ ਭਰੋਸਾ ਨਹੀਂ, ਲੇਕਿਨ ਰੱਬ ਹੈ ਕੌਣ? ਵੀ ਰੱਬ ਅਸੀਂ ਕਿਸ ਨੂੰ ਬਣਾ ਕੇ ਬੈਠੇ ਹੋਏ ਆ ਨਾ, ਤੇ ਗੁਰੂ ਤੁਹਾਡੇ ਨਾਲ ਸਹੀ ਮਾਇਨੇ ਵਿੱਚ ਸਾਂਝ ਪਾਣਾ ਚਾਹੁੰਦਾ ਹੈ। ਜਿਹੜਾ ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀਆ ਪੂਜਾ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹੇ ਬੰਦੇ ਜਿਹੜੇ ਨੇ ਪੱਥਰ ਨੂੰ ਵੀ ਰੱਬ ਸਮਝ ਕੇ ਪੁੱਜੀ ਜਾਂਦੇ ਪਏ ਨੇ। ਤੇ ਗੁਰੂ ਸਾਹਿਬ ਤੁਹਾਨੂੰ ਨਾ ਬੜਾ, ਤੂੰ ਜਿਹਨੂੰ ਰੱਬ ਕਹਿਣਾ ਪਿਆ, ਜਿਹਦੇ ਪ੍ਰਖਾਈ ਤੂੰ ਗੱਲ ਕਰਨਾ ਚਾਹੁੰਦਾ, ਜੋ ਤੇਰੀ ਜ਼ਿੰਦਗੀ ਦਾ ਲਕਸ਼ ਹੈ, ਜਿਹਦਾ ਮਿਲਾਪ ਤੇਰੀ ਜ਼ਿੰਦਗੀ ਦਾ ਲਕਸ਼ ਹੈ, ਉਹਦੇ ਬਾਰੇ ਹੁਣ ਜਿਹੜਾ ਚੱਲਦੇ ਪਏ ਨਾ ਸਾਰੇ ਥੋੜੇ ਹੁਣ ਕਾਫੀ ਸਾਰੇ ਵੀ ਰੱਬ ਹੈ ਕਿਹੜੀ, ਕਿਸ ਸਮਰੱਥਾ ਵਾਲੀ, ਜੋ ਰੱਬ ਜਿਹੜੀ ਸ਼ਖਸੀਅਤ ਹੈ ਉਹ ਹੈ ਕੌਣ, ਕਿਸ ਸਮਰੱਥਾ ਵਾਲੀ ਹੈ? ਕਹਿੰਦਾ ਹਰ ਜੀਓ ਦਾਤਾ, ਸਾਰੀਆਂ ਦਾਤਾਵਾਂ ਦੇਣ ਵਾਲਾ ਉਹ ਮਾਲਕ ਜਿਹੜਾ ਹੈ ਨਾ, ਉਹ ਆਪ ਹੈ। ਸਭ ਕੁਝ ਸਾਨੂੰ ਦੇਣ ਵਾਲਾ ਜਿਹੜਾ ਹੈ ਉਹ ਸਭ ਉਹਦੇ ਰਾਹੀਂ ਹੀ ਮਿਲਦਾ ਹੈ। ਵੀ ਜੁਗਾ ਜੁਗੰਤਰ ਖਾਈ ਖਾਏ, ਸਾਰਾ ਕੁਝ ਦੇਣ ਵਾਲਾ ਉਹ ਹੈ। ਫਿਰ ਉਹ ਅਗਮ ਹੈ, ਅਥਾਹ ਹੈ। ਉਸ ਤੱਕ ਦੇਖੋ, ਅਸੀਂ ਜਦੋਂ ਗੁਰੂ ਰੱਬ ਬਾਰੇ ਕਹਿ ਰਹੇ ਨਾ, ਸਾਨੂੰ ਕਿਤਨੀ ਅਸੀਂ ਕਹਿੰਦੇ ਵੀ ਗੁਰੂ ਕੀ ਸੇਵਾ ਸ਼ਬਦ ਵਿਚਾਰ, ਕਿਉਂਕਿ ਗੁਰੂ ਨੇ ਕਿੰਨਾ ਪਰਸਪੈਕਟਿਵ ਤੋਂ, ਅੱਛਾ ਜਦੋਂ ਰੱਬ ਦੀ ਗੱਲ ਕਰਦੇ ਨਾ, ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ, ਕਹਿੰਦੇ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਰਬ ਠਾਈ। ਉਹ ਕਹਿੰਦੇ ਹਰ ਕੁਦਰਤ ਵਿੱਚ ਹਰ ਪਾਸੇ ਰੱਬ ਹੀ ਰੱਬ ਹੈ। ਅੱਛਾ ਫਿਰ ਅੱਗੇ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਬਸੇ, ਹਰ ਇੱਕ ਹਿਰਦੇ ਵਿੱਚ ਵੀ ਰੱਬ ਵਸਦਾ ਪਿਆ, ਹਰ ਇੱਕ ਦੇ ਵਿੱਚ, ਹਰ ਜਿਤਨੇ ਜੀ ਜੰਤ ਨੇ ਸਾਰਿਆਂ ਵਿੱਚ ਰੱਬ ਵਸਦਾ ਪਿਆ। ਅੱਛਾ ਫਿਰ ਅੱਗੇ ਕਹਿੰਦੇ ਨੇ ਪੋਥੀ ਪਰਮੇਸ਼ਰ ਕਾ ਥਾਨ, ਰੱਬ ਕਿੱਥੇ ਵੇ? ਹੁਣ ਪੋਥੀ ਅਸੀਂ ਜੇ ਅਸੀਂ ਬਰੀਕ ਸੋਚ ਦੇ ਨਾਲ ਅਸੀਂ ਸੋਚਾਂਗੇ, ਨੈਰੋ ਮਾਈਂਡਡਨੈਸ ਦੇ ਨਾਲ, ਫਿਰ ਅਸੀਂ ਕਹਾਂਗੇ ਪੋਥੀ ਦੇ ਕੇਵਲ ਸਾਡੇ ਕੋਲ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਸੀ, ਉਹਦਾ ਨਾਮ ਪੋਥੀ ਸਾਹਿਬ ਸੀ। ਗੁਰੂ ਕਹਿੰਦੇ ਨੇ ਪੋਥੀ ਪਰਮੇਸ਼ਰ ਕਾ ਥਾਨ, ਇਸ ਪੋਥੀ ਵਿੱਚ ਰੱਬ ਹੈ। ਫਿਰ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਰੱਬ ਕਿੱਥੇ ਰਹਿੰਦਾ ਹੈ? ਦੇਖੋ ਗੁਰੂ ਸਾਡੇ ਕਿਤਨੇ ਸਾਨੂੰ ਅਸੀਂ ਅੱਛਾ ਇਹ ਕਦੀ ਨਾ ਅੱਛਾ ਇਹਦੇ ਵਿੱਚ ਰਹਿੰਦਾ, ਦੂਜੇ ਚ ਨਹੀਂ ਰਹਿੰਦਾ। ਇੱਕ ਤੇ ਰੱਬ ਦੀ ਖੂਬੀ ਹੈ ਵੇ ਕਿ ਉਹ ਹਰ ਥਾਂ ਦੇ ਉੱਤੇ 100% ਰਹਿੰਦਾ। ਐਸੀ ਕੋਈ ਗੱਲ ਨਹੀਂ ਕਿ ਵੀ ਜੇ ਉਹ ਸੰਗਤ ਵਿੱਚ ਰਹਿ ਤੇ ਹੋਰ ਘੱਟ ਮੈਂ ਨਹੀਂ ਵਸੇਗਾ, ਉਹ ਹਰ ਥਾਂ ਦੇ ਉੱਤੇ। ਕਹਿੰਦੇ ਅਸੀਂ ਵਿਸ਼ਕਾਰ ਵੀ ਕਹਿੰਦੇ ਨੇ ਸਤਿਗੁਰ ਵਿੱਚ ਆਪ ਰੱਖਿਓ, ਰੱਬ ਕਿੱਥੇ ਵੇ? ਕਹਿੰਦੇ ਉਹਨੇ ਆਪਣੇ ਆਪ ਨੂੰ ਸਤਿਗੁਰ ਵਿੱਚ ਟਿਕਾਇਆ ਹੋਇਆ ਵੀ ਉਹ। ਫਿਰ ਅਸੀਂ ਵਿਸ਼ਕਾਰ ਕੋ ਕਈ ਵਾਰ ਬਹੁਤ ਸਾਰੇ ਸ਼ਬਦ ਅਸੀਂ ਵਿਸ਼ਕਾਰ ਵੱਖ ਪ੍ਰਥਾएं ਕੋਟ ਵੀ ਕਰ ਚੁੱਕੇ ਹਾਂ। ਕਹਿੰਦੇ ਨੇ ਆਪੇ ਕਰੇ ਕਰਾਏ ਆਪੇ ਹੁਕਮੇ ਰਹਾ ਸਮਾਈ ਹੈ, ਰੱਬ ਕਿੱਥੇ ਵੇ? ਕਹਿੰਦੇ ਆਪਣੇ ਹੁਕਮਾਂ ਦੇ ਵਿੱਚ ਸਮਾਇਆ ਹੋਇਆ। ਅਸੀਂ ਫਿਰ ਹੋਰ ਕਹਿੰਦੇ ਗੁਣ ਮੇ ਏਕੋ ਨਿਰਮਲ ਸਾਚਾ,
ਰੱਬ ਕਿੱਥੇ ਵੇ? ਉਹ ਕਹਿੰਦਾ ਉਹਦੇ ਗੁਣਾਂ ਵਿੱਚ ਵਸਦਾ ਹੈ। ਜਿੱਥੇ ਉਹਦੇ ਗੁਣ ਨੇ ਉੱਥੇ ਉਹ ਵਸਦਾ ਹੈ। ਅਸੀਂ ਹੋਰ ਜਿਹੜਾ ਗੁਣ ਵਾਲੀ ਗੱਲ ਦਾ ਇੱਕ ਹੋਰ ਜਿਹਦੇ ਚ ਕਹਿੰਦਾ ਜਹਾਂ ਲੋਭ ਤੈ ਕਾਲ ਹੈ ਜਹ ਖਿਮਾ ਤਹ ਆਪ। ਜਿੱਥੇ ਫॉरगिवनेस ਰਹੇਗਾ ਉੱਥੇ ਰੱਬ ਆਪ ਵਰਤਦਾ ਪਿਆ ਵੀ ਉਹ। ਅੱਛਾ, ਇਹ ਸਾਰੇ ਹੁਣ ਅਸੀਂ ਕਹਿੰਦੇ ਵੀ ਹੁਕਮੇ ਰਿਹਾ ਸਮਾਈ ਹੈ, ਤੇ ਫਿਰ ਉਹ ਰੱਬ ਕਿਹੜਾ ਜਿਹਨੂੰ ਅੱਛਾ ਇੱਕ ਹੋਰ ਪੰਕਤੀ ਦੇ ਕਹਿੰਦੇ ਨੇ ਦੁੱਖ ਸੁੱਖ ਸਿਮਰੀ ਤੈ ਮੌਜੂਦ। ਰੱਬ ਹਰ ਕਿਸ ਤੁਸੀਂ ਰੱਬ ਨੂੰ ਯਾਦ ਕਰੋ, ਰੱਬ ਮੌਜੂਦ ਹੈ। ਹੁਣ ਜਦੋਂ ਅਸੀਂ ਰੱਬ ਨਾ ਕਰੇ ਸਾਡਾ ਕੋਈ ਬੰਦਾ ਕੋਈ ਬਿਮਾਰ ਹੋ ਜਾਵੇ, ਬੰਦਾ ਹਸਪਤਾਲ ਵਿੱਚ ਹੋਵੇ, ਅਸੀਂ ਕਿਸੇ ਹੁਕਮਾਂ ਨੂੰ ਥੋੜਾ ਨਾ ਚੇਤੇ ਕਰਦੇ ਰਹਿੰਦੇ। ਅਸੀਂ ਤੇ ਜੋ ਰੱਬੀ ਹੋਂਦ ਹੈ ਨਾ, ਜਿਹਦੇ ਅੱਗੇ ਬੇਨਤੀਆਂ ਕਰਨੇ ਆ, ਅਸੀਂ ਕਹਿੰਦੇ ਸ਼ੁਕਰ ਹੈ, ਸ਼ੁਕਰ ਕਿਹਨੂੰ ਕਹਿੰਦੇ? ਅਸੀਂ ਤੇ ਇੱਕ ਰੱਬੀ ਹੋਂਦ ਜਿਹੜੀ ਬਣ ਚੁੱਕੀ ਹੈ ਨਾ, ਜਿਹੜੀ ਗੁਰੂ ਨੇ ਸਾਡੇ ਨਾਲ ਸਾਂਝ ਪਾਈ। ਜਦੋਂ ਅਸੀਂ ਕੋਈ ਤਕਲੀਫ ਹੋਵੇ, ਦੁੱਖ ਹੋਵੇ, ਅਸੀਂ ਕਿਹੜੇ ਰੱਬ ਨੂੰ ਯਾਦ ਕਰਨੇ ਪਏ? ਉਹ ਹੁਕਮ, ਉਹ ਜਿਹੜਾ ਅੰਦਰ ਕਹਿ ਰਹੇ ਸੀ ਵੀ ਹੁਕਮੇ ਰਿਹਾ ਸਮਾਈ ਹੈ, ਉਸ ਟਾਈਮ ਤੇ ਕੋਈ ਨਿਯਮ ਨੂੰ ਤੇ ਯਾਦ ਨਹੀਂ ਕਰਦੇ ਹੁੰਦੇ। ਅਸੀਂ ਤਾਂ ਰੱਬ ਨੂੰ ਬੇਨਤੀਆਂ ਕਰਦੇ ਹੁੰਦੇ ਆ ਕਿ ਹੋ ਸਕਦਾ ਸਾਡੇ ਕੋਲ ਗਲਤੀਆਂ ਹੋ ਗਈਆਂ, ਸਾਨੂੰ ਫਿਰ ਵੀ ਮਾਫ ਕਰ। ਹੋ ਸਕਦਾ ਅਸੀਂ ਤੇਰੇ ਹੁਕਮ ਵਿੱਚ ਨਾ ਚੱਲੇ ਹੋਈ, ਲੇਕਿਨ ਫਿਰ ਵੀ ਸਾਨੂੰ ਜਿਹੜਾ ਨਾ ਉਹ ਮਾਫ ਕਰ ਦੇ। ਵੀ ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਸਗਲ ਸਮਗਰੀ ਜਾਂ ਕਾ तना, ਸਾਰੀ ਜੋ ਨਜ਼ਰ ਆ ਰਿਹਾ ਨਾ ਤੈਨੂੰ ਰੱਬ ਹੀ ਰੱਬ ਤੇ ਹੈ। ਕਹਿੰਦਾ ਹਰ ਬਿਨ ਹੈ ਕੋਈ ਕਹਾਂ ਬਤਾਓ। ਰੱਬ ਤੋਂ ਬਿਨਾ ਵੀ ਕੋਈ ਚੀਜ਼ ਹੈ, ਰੱਬ ਤੋਂ ਬਿਨਾ ਵੀ ਕੋਈ ਥਾਂ ਹੈ, ਰੱਬ ਤੋਂ ਸਕਨੀ ਕੋਈ ਥਾਂ ਹੈ। ਮੈਂ ਕੀਟ ਹਸਤ ਮੈਂ ਪੂਰ ਸਮਾਨੋ। ਰੱਬ ਇੱਕ ਕੀੜੀ ਵਿੱਚ ਤੇ ਇੱਕ ਹਾਥੀ ਵਿੱਚ ਪੂਰਨ ਤੌਰ ਤੇ। ਅੱਛਾ, ਅਸੀਂ ਕਹਦੇ ਕਿ ਉਹਨੇ ਇੱਥੇ ਆਪਣੇ ਆਪ ਨੂੰ ਰੱਖ ਦਿੱਤਾ ਹੈ ਤੇ ਦੂਜੀ ਥਾਂ ਦੇ ਉੱਤੇ ਅੱਛਾ ਇੱਥੇ ਪੂਰਾ 100%, ਉਹ ਹਰ ਥਾਂ ਤੇ 100% ਹੈ। ਉਹ ਹਰ ਗੁਰੂ ਸਾਨੂੰ ਸਾਂਝ ਦੇ। ਤੂੰ ਰੱਬ ਸਮਝਣਾ ਕਿਨੂੰ ਹੈ? ਕਹਿੰਦੇ ਲੋਗਨ ਰਾਮ ਖਿਲौना ਜਾਣਾ, ਮਾਥੇ ਤੇ ਲਾ ਖਤ ਮਾਲਾ ਬਾਣਾ, ਲੋਗਨ ਰਾਮ ਖਿਲौना ਜਾਣਾ। ਤੂੰ ਸਮਝ ਤੇ ਲੈ ਜਿਸ ਇਸ਼ਟ ਦੀ, ਜਿਸ ਇਸ਼ਟ ਨੂੰ ਤੂੰ ਮਿਲਣਾ ਚਾਹੁੰਦਾ ਹੈ, ਉਹਦਾ ਸਰੂਪ, ਉਹਦੀ ਸਮਰੱਥਾ, ਉਹਨੂੰ ਜਾਣ ਤੇ ਲੈ। ਇਹ ਦੇਖਦੇ ਵੀ ਉਹ ਅਗਮ ਹੈ, ਅਥਾ ਹੈ, ਉਹਦਾ ਕੋਈ ਪਾਰਲਾ ਬੰਨਾ ਹੈ ਨਹੀਂ। ਕਹਿੰਦੇ ਉਸ ਤਿਲ ਨਾ ਤਮਾਏ ਵੇ ਪਰਵਾਹ। ਉਹਨੂੰ ਤਿਲ ਜਿੰਨੀ ਵੀ ਤਮਾਏ ਤੋਂ ਪਾਓ, ਤਮੰਨਾ ਨਹੀਂ ਹੈ ਉਹਨੂੰ। ਵਾਟ ਏਵਰ ਹੀ ਗਿਵਸ ਅਸ, ਜੋ ਉਹ ਦਾਤਾ ਹੈ, ਦਾਤਾ ਕਿਤਨਾ ਵੱਡਾ ਹੈ। ਜਿਹੜਾ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਨਾ, ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ। ਕੁਝ ਦਿਨ ਪਹਿਲੇ ਵਿਚਾਰ ਕੀਤੀ ਸੀ, ਬਹੁਤਾ ਕਰਮ, ਬਹੁਤ ਉਹਦੀਆਂ ਕਰਮ ਤੋਂ ਬਹੁਤ ਹੈ, ਬਖਸ਼ਿਸ਼, ਮਿਹਰਬਾਨੀ, ਉਪਕਾਰ। ਉਹ ਕਿਤਨਾ ਉਪਕਾਰ ਕਰਦਾ ਪਿਆ ਸਾਰਿਆਂ ਦੇ। ਕਹਿੰਦੇ ਬਹੁਤਾ ਕਰਮ, ਕਹਿੰਦੇ ਨੇ ਲਿਖਿਆ ਨਾ ਜਾਏ। ਕਿਉਂਕਿ ਦੁਨੀਆ ਵਿੱਚ ਜਿਤਨੇ ਵਿਵਹਾਰ ਹੁੰਦੇ ਨਾ, ਸਾਰਿਆਂ ਵਿੱਚ ਜੇ ਫਿਜ਼ੀਕਲ ਨਹੀਂ ਤੇ ਕਿਤੇ ਨਾ ਕਿਤੇ ਮਾਈਂਡ ਵਿੱਚ ਰਿਕਾਰਡਿੰਗ ਹੁੰਦੀ ਹੈ। ਮੈਂ ਮੇਰੀ ਭੈਣ ਨੂੰ 1100 ਰੁਪਏ ਸ਼ਗਨ ਪਾਇਆ ਸੀ, ਮੈਨੂੰ ਉਹਦੀ ਬੇਟੀ ਆਈ ਸੀ ਤੇ ਮੇਰੀ ਬੇਟੀ ਉਹਦੇ ਘਰ ਜਾਏਗੀ ਤੇ ਮੈਨੂੰ 1100 ਰੁਪਏ ਸ਼ਗਨ ਮਿਲਣਾ ਹੈ। ਮੈਂ ਉਹਦੇ ਵੱਲ ਇਹ ਕੀਤਾ ਸੀ, ਮੈਨੂੰ ਇਹ ਚੀਜ਼ ਇਨ ਰਿਟਰਨ ਮਿਲਣੀ ਹੈ। ਉੱਥੇ ਹਰ ਚੀਜ਼ ਦੀ ਕਿਤੇ ਨਾ ਕਿਤੇ ਵਿਆਹ ਦੇ ਇਤਨੇ ਸ਼ਗਨ ਆਏ ਸਨ, ਸਾਰੀ ਰਿਕਾਰਡਿੰਗ ਹੁੰਦੀ। ਕਹਿੰਦਾ ਲੇਕਿਨ ਰੱਬ ਕੈਸਾ ਹੈ? ਉਹ ਕਹਿੰਦਾ ਉਹ ਕੋਈ ਰਾਈਟਿੰਗ ਨਹੀਂ ਕਰਦਾ। ਕਹਿੰਦੇ ਬਹੁਤ ਬਖਸ਼ਿਸ਼ਾਂ ਤੇ ਬਹੁਤ ਨੇ, ਬਹੁਤਾ ਕਰਮ, ਕਹਿੰਦਾ ਲਿਖਿਆ ਨਾ ਜਾਏ। ਉਹ ਰਿਕਾਰਡਿੰਗ ਨਹੀਂ ਕਰਦਾ। ਰਿਕਾਰਡਿੰਗ ਕਰਦਾ ਕਿਉਂ ਨਹੀਂ? ਕਹਿੰਦੇ ਵੱਡਾ ਦਾਤਾ। ਇੱਥੇ ਵੀ ਗੱਲ ਚਲਦੀ ਵੀ ਹਰ ਜੀਓ ਦਾਤਾ, ਉਹ ਬੜਾ ਵੱਡਾ ਦਾਤਾ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤਿਲ ਜਿੰਨੀ ਵੀ ਤਮੰਨਾ ਨਹੀਂ ਕਿ ਤੂੰ ਉਹਨੂੰ ਰਿਟਰਨ ਵਿੱਚ ਦੇਂਗਾ ਜਾਂ ਨਹੀਂ ਦੇਂਗਾ। ਇਹ ਫਰਕ ਹੈ ਸਾਡੇ ਕਰਮ ਵਿੱਚ ਤੇ ਰੱਬ ਦੇ ਕਰਮ ਵਿੱਚ। ਇਸ ਵਾਸਤੇ ਰੱਬ ਵੀ ਕੰਮ ਕਰਦਾ ਪਿਆ, ਲੇਕਿਨ ਸਾਡਾ ਹਰ ਕਰਮ ਕੋਈ ਨਾ ਕੋਈ ਚੀਜ਼ ਜਿਹੜੀ ਹੈ ਨਾ ਉਹ ਇਨ ਰਿਟਰਨ ਭਾਲਦੀ ਹੈ। ਮੈਂ ਇਹ ਕੰਮ ਕੀਤਾ ਹੈ, ਅੱਛਾ ਮੈਂ ਸ਼ੌਪ ਤੇ ਜਾ ਰਿਹਾ, ਮੈਨੂੰ 2 ਪੈਸਾ ਮੁਨਾਫਾ ਹੋਣਾ ਚਾਹੀਦਾ, ਮੈਂ ਨੌਕਰੀ ਕਰਨਾ ਪਿਆ, ਮੈਨੂੰ ਤਨਖਾਹ ਮਿਲਣੀ ਚਾਹੀਦੀ ਹੈ, ਮੈਂ ਜ਼ਿੰਦਗੀ ਵਿੱਚ ਜੋ ਵੀ ਕਰਨਾ ਪਿਆ, ਇਨ ਰਿਟਰਨ ਆਈ ਵਾਂਟ ਸਮਥਿੰਗ। ਲੇਕਿਨ ਰੱਬ ਦਾ ਹਰ ਕੀਤਾ ਹੋਇਆ ਕਰਮ ਉਹਦੀ ਬਖਸ਼ਿਸ਼ ਹੈ। ਗੁਰੂ ਸਾਨੂੰ ਰੱਬ ਦੀ ਸਾਂਝ ਪਾਉਂਦਾ ਪਿਆ। ਮਤਾ ਤੂੰ ਸਮਝੀ ਕਿ ਮੈਂ ਇਹ ਚੀਜ਼ ਦਿੱਤੀ। ਉਹ ਕਹਿੰਦਾ ਉਹ ਕੰਚਨ ਸਿਉ ਪਾਈਏ ਨਹੀਂ ਤੋਲ, ਤੂੰ ਉਹਨੂੰ ਸੋਨਾ ਦੇ ਦੇਗਾ, ਤੇਰਾ ਬਣਾਇਆ ਹੋਇਆ ਸੋਨਾ। ਸੋਨਾ ਤੇ ਰੱਬ ਨੇ ਸੁੱਟਿਆ ਹੋਇਆ ਧਰਤੀ ਵਿੱਚ, ਅਸੀਂ ਉਹਨੂੰ ਢੂੰਡ ਕੇ ਕੱਢਨੇ ਪਿਆ। ਫਿਰ ਅਸੀਂ ਕਹਿੰਦੇ ਤੈਨੂੰ ਦੇ ਦੇਵਾਂਗੇ। ਕਿਤਨਾ ਮਾਤਰ ਮਿਲ ਗਿਆ ਹੋਣਾ ਬੰਦੇ ਨੂੰ ਹੁਣ ਤੱਕ। ਕਿਸੇ ਕੰਦਰਾਂ ਵਿੱਚ ਅਸੀਂ ਕਿਤੇ ਸੈਂਡ ਵਿੱਚ ਢੂੰਡਨੇ ਪਿਆ, ਕਿਸੇ ਕੋਈ ਡਾਈਕਸ ਨੇ ਉੱਤੇ ਸੋਨੇ ਉੱਤੇ ਢੂੰਡਨੇ ਪਿਆ, ਢੂੰਡ ਕੇ ਕੱਢਨੇ ਆ। ਫਿਰ ਅਸੀਂ ਕਹਿੰਦੇ ਅਸੀਂ ਰੱਬ ਨੂੰ, ਰੱਬ ਖੁਸ਼ ਹੋ ਜਾਏਗਾ ਜੀ। ਰੱਬ ਨੇ ਤੇ ਸੁੱਟਿਆ ਪਿਆ ਸੀ ਉਹਨੂੰ, ਮਿੱਟੀ ਵਿੱਚ ਸੀ ਕਿਤੇ ਨਾ ਕਿਤੇ ਦਿਓ। ਤੇ ਗੁਰੂ ਸਾਨੂੰ ਕਹਿੰਦੇ ਉਸ ਤਿਲ ਨਾ ਤਮਾਏ। ਤਮਾਏ ਤੋਂ ਉਹਨੂੰ ਤਮੰਨਾ, ਉਹਨੂੰ ਇੱਕ ਤਿਲ ਜਿੰਨੀ ਵੀ, ਕੋਈ ਉਦਾਹਰਨ ਹੈ ਸਾਰੇ ਹੁਣ ਤਿਲ, ਕਿਉਂਕਿ ਬਹੁਤ ਛੋਟਾ ਹੁੰਦਾ, ਉਹਨੂੰ ਤਿਲ ਜਿੰਨੀ ਵੀ ਤਮੰਨਾ ਨਹੀਂ ਹੈ ਕਿ ਤੂੰ ਉਹਨੂੰ ਕੁਝ ਇਨ ਰਿਟਰਨ ਦੇਣ ਵਾਲਾ ਹੈ ਜਾਂ ਨਹੀਂ ਦੇਣਾ। ਉਹ ਕੋਈ ਆਸ ਲਾ ਕੇ ਨਹੀਂ ਬੈਠਿਆ ਤੇਰੇ ਤੋਂ। ਇਹ ਤੇਰੇ ਭੁਲੇਖੇ ਹੋ ਸਕਦੇ ਨੇ ਕਿ ਮੈਂ ਰੱਬ ਨੂੰ ਜੀ ਕੋਈ ਚੀਜ਼ ਭੇਟ ਕੀਤੀ ਹੈ। ਕਹਿੰਦਾ ਉਸ ਤਿਲ ਨਾ ਤਮਾਏ, ਕਹਿੰਦੇ ਵੇ ਪਰਵਾਹ, ਉਹਨੂੰ ਕੋਈ। ਸਤਿਗੁਰੂ ਜੀ ਕਹਿੰਦੇ ਬਸਨ ਵੀ ਉਹ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ।
ਇਨਫਿਨਿਟੀ ਪਲੱਸ ਇਨਫਿਨਿਟੀ ਕੀ ਹੈ? ਇਨਫਿਨਿਟੀ ਪਲੱਸ ਬਹੁਤ ਵੱਡਾ ਫਿਗਰ ਵੀ ਇਨਫਿਨਿਟੀ ਮਾਈਨਸ ਇਨਫਿਨਿਟੀ ਵੀ ਇਨਫਿਨਿਟੀ। ਕੁਝ ਉਹ ਹੈ ਹੀ ਇਨਫਾਈਨਾਈਟ ਹੈ। ਉਹ ਵੇਪਰਵਾਹ, ਉਹ ਚਾਹੇ ਕੋਈ ਕੀ ਕਰੇ, ਉਹਦੇ ਬਾਰੇ ਕਹਿੰਦੇ ਮਤਾ ਨਾ ਕਰੇ ਪਚਾਸਾ, ਉਹ ਪੁੱਛ ਨਾ ਸਾਜੇ, ਪੁੱਛ ਨਾ ਢਾਏ, ਪੁੱਛ ਨਾ ਦੇ ਲੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਿਸੇ ਨੂੰ ਕਹਿੰਦਾ ਮਤਾ ਨਾ ਕਰੇ ਪਚਾਸਾ। ਉਹ 50 ਬੰਦਿਆਂ ਨੂੰ ਬੁਲਾ ਕੇ ਉਹ ਵੇਪਰਵਾਹ ਹੈ। ਉਹ ਜੋ ਕਰਦਾ ਹੈ ਨਾ, ਉਹਨੂੰ ਕੋਈ ਬੰਦਾ ਉਹਨੂੰ ਕਿਵੇਂ ਐਕਸੈਪਟ ਕਰੇਗਾ, ਉਹਨੂੰ ਉਹਦੀ ਕੋਈ ਉਹਨੂੰ ਉਹ ਨਹੀਂ ਹੈ। ਕਹਿੰਦਾ ਤਿਸ ਨੂੰ ਅਪੜ ਨਾ ਸਕੇ ਕੋਈ। ਗੁਰੂ ਰੱਬ ਨਾਲ ਸਾਡੀ ਸਾਂਝ ਪਾ ਰਿਹਾ। ਮਤਾ ਤੂੰ ਕਿਸ ਰੱਬ ਨੂੰ ਤੂੰ ਪੂਜੀ ਜਾਣਾ ਪਿਆ, ਤੂੰ ਰੱਬ ਸਮਝਣਾ ਕਿਹਨੂੰ। ਕਹਿੰਦਾ ਤੁਧ ਅਪੜ ਕੋਏ ਨਾ ਸਕੈ, ਸਭ ਝੱਖ ਝੱਖ ਪਵੈ ਕੜ। ਉਹ ਜਪਜੀ ਸਾਹਿਬ ਜੀ ਪੜ੍ਹਨਾ, ਕਹਿੰਦੇ ਅੰਤ ਕਾਰਨ ਕੇਤੇ ਬਿਲ ਨਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਈ, ਤਿਸ ਨੂੰ ਅਪੜ ਨਾ ਸਕੈ ਕੋਈ। ਕੋਈ ਰੱਬ ਤੱਕ ਆਪਣੀ ਪਹੁੰਚ ਜਿਹੜੀ ਹੈ ਨਾ, ਇਹ ਸਾਰੇ ਬੋਲ ਸਾਰੇ ਸਾਂਝ ਰੱਬ ਨਾਲ ਪਾ ਰਹੇ ਨੇ। ਕੋਈ ਬੰਦਾ ਕੋਈ ਕਹਿੰਦਾ, ਗੁਰੂ ਕਹਿੰਦਾ ਨਹੀਂ ਇਹ ਅੱਖਰ ਕਿਰ ਜਾਏਂਗੇ। ਉਹ ਅੱਖਰ ਜਹਾਂ ਬੋਲ ਤੈ ਅਛਰ ਆਵਾ, ਜਹ ਅਬੋਲ ਤੈ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਏ, ਜਸ ਉਹ ਹੈ ਤਸ ਲਖੇ ਨਾ ਕੋਏ। ਕੋਈ ਬੋਲ ਰੱਬ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ। ਸੋਈ ਅਜਾਨ ਕਹੇ ਮੈਂ ਜਾਣਾ। ਉਸ ਤੋਂ ਵੱਡਾ ਕੋਈ ਅਣਜਾਣ ਨਹੀਂ ਜੋ ਇਹ ਦਾਵਾ ਭਰੇ ਕਿ ਮੈਂ ਰੱਬ ਨੂੰ ਹੁਣ ਪੂਰਨ ਤੌਰ ਤੇ ਜਾਣ ਲਿੱਤਾ ਹੈ। ਜਿਸ ਨੂੰ ਅਪੜ ਨਾ ਸਕੇ ਕੋਈ, ਆਪੇ ਮੇਲ ਮਿਲਾਇੰਦਾ। ਮਿਲਾਪ ਦੇ ਨਿਯਮ ਉਸ ਪਰਮਾਤਮਾ ਨੇ ਆਪ ਬਣਾਏ ਹੋਏ। ਉਹਦੇ ਨਾਲ ਕਿਵੇਂ ਸਾਂਝ ਪਾਈ ਜਾ ਸਕਦੀ ਹੈ ਨਾ? ਗੁਰੂ ਦੇ ਰਾਹੀਂ। ਕਿਉਂਕਿ ਇੱਕ ਨਾ ਹੁਕਮ ਸਮਾਇਲ ਹੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇਹ ਹੁਕਮ ਉਹ ਮਿਲਾਪ ਦੇ ਹੁਕਮ, ਮਿਲਾਪ ਦੇ ਸਾਧਨ। ਹੋਰ ਇੱਕ ਗੱਲ ਹੋਰ ਚੇਤੇ ਰੱਖੀਏ ਕਿ ਜੇ ਰੱਬ ਚਾਹੇ ਨਾ ਤੇ ਫਿਰ ਉਹ ਹੁਕਮ ਕਹਿੰਦੇ ਜਿਨੇ ਲਿਖੇ ਤਿਸਰ ਨਾ ਹੈ। ਕੋਈ ਗੁਰਬਾਣੀ ਚ ਐਸੇ ਵੀ ਉਦਾਹਰਨ ਦਿੱਤੇ ਗਏ ਸੀ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਉਹ ਜਿਹੜੇ ਇਤਿਹਾਸ ਦੀ ਕਹਾਣੀ ਉਹਨੂੰ ਨਹੀਂ ਮੰਨਦੇ ਪਏ, ਲੇਕਿਨ ਉਹਦਾ ਪਿਛਲਾ ਜੈਸਟ ਜਿਹੜਾ ਹੈ ਉਹ ਤੇ ਗੁਰੂ ਕੁਝ ਕਹਿਣਾ ਚਾਹੁੰਦਾ ਸੀ ਤਾਂ ਹੀ ਦਿੰਦੇ ਪਏ ਨਾ। ਵੀ ਉਹ ਜੋ ਚਾਹੇ, ਉਹਦੀ ਜੋ ਮਰਜ਼ੀ ਚਾਹੇ ਨਾ, ਉਹ ਮਿਲਾਪ ਦਾ ਸਾਧਨ ਜਿਹੜਾ ਹੈ। ਅਸੀਂ ਅੱਛੇ ਕੰਮ ਕਰੀਏ, ਲੇਕਿਨ ਅੱਛੇ ਕੰਮ ਕਰਦਿਆਂ ਬਿਲਕੁਲ ਇਹ ਮਾਨ ਸਾਡੇ ਮਨ ਵਿੱਚ ਨਾ ਆਵੇ ਕਿ ਮੈਂ ਇਹ ਕੰਮ ਕੀਤਾ। ਜੇ ਸਾਡੇ ਮਨ ਵਿੱਚ ਉਹ ਥੋੜਾ ਜਿਹਾ ਵੀ ਜੇ ਇਹ ਮਾਨ ਆ ਗਿਆ ਕਿ ਮੈਂ ਕਰਨਾ ਪਿਆ, ਮੈਂ ਉੱਠਣਾ ਪਿਆ, ਮੈਂ ਕਰਨਾ ਪਿਆ, ਸਾਨੂੰ ਉਹ ਜ਼ੋਰ ਨਾਲ ਜੀਵਨ ਰੱਬ ਤੈਨੂੰ ਕੱਲ ਮਾਰ ਦੇਵੇ, ਕੀ ਕਰੇਗਾ? ਜ਼ੋਰ ਨਾਲ ਸੁਰਤੀ, ਤੂੰ ਕਹਿੰਦਾ ਮੇਰੀ ਸੁਰਤ ਬੜੀ ਟਿਕਦੀ ਹੈ, ਕਹਿੰਦਾ ਜ਼ੋਰ ਨਾਲ ਰੱਬ ਤੈਨੂੰ ਕੱਲ ਪਾਗਲ ਕਰ ਦੇਵੇ, ਕੀ ਕਰੇਗਾ? ਰੱਬ ਉਹ ਕਹਿੰਦਾ ਉਹ ਮਿਲਾਪ ਦੇ ਹੁਕਮ ਜਿਹੜੇ ਨੇ ਉਹ ਪ੍ਰਮਾਤਮਾ ਨੇ ਆਪ ਬਣਾਏ ਹੋਏ। ਹਾਂਜੀ ਧੰਨਵਾਦ ਵੀਰ ਜੀ। ਬੜੀ ਖੂਬਸੂਰਤੀ ਨਾਲ, ਬੜੀ ਪਿਆਰ ਨਾਲ ਆਪ ਜੀ ਨੇ और बड़े सहजे ही आप जी ने बड़ी डिटेलिंग दे दी है। बिल्कुल ठीक आप जी समझाना कर रहे हो। ज्ञानी ध्यानी गुर गुर हाई, कहन ना जाई तेरी तिल वडियाई। तिल मात्र भी तेरी वडियाई नहीं बयान कर सके। हे परमात्मा तू इन्ना बयान ते तिल मात्र भी तेरी वडियाई बयान नहीं कर पाए। धन्यवाद आप जी का। जी भूआ जी। हर जियो दाता अगम अथा, उस तिल ना तमाए वेपरवा। तिस नु अपन न सके कोई, आपे मेल मिलाएगा। अखीर विच आंदा आपे मेल मिलाएगा। वो आपे मेल की हैगा कि जदों आत्मा ते परमात्मा दा मेल हो जांदा है, मन जदों पूरी तरह समा जांदा है, उस ते एक दे नाल मेल हो जांदा है। किंज कि ये जो सोची आ जाती मन नू कि हर जियो दाता गा जो एक है, जो अगम है, जो अथाह है, जो किसी चीज की लालच नहीं है, जो अपर है, ये सारे उसदे एक दा गुण दसिया गया। और वो है किथे? सब दे अंदर समाया होया है। मन तू जोत स्वरूप है, अपना मूल पछाण। साडा मूल रूप यही है, पर मन भुलिया होया है। ते मन जदों इस चीज की सोझी पा लैंदा है तो मन अबाइड्स विद दिस थिंग्स। मन ਜਿਹੜਾ ਪੂਰੀ ਅਮਲੀ ਜੀਵਨ ਦੇ ਵਿੱਚ ਉਹ ਆਪਣੇ ਅੰਦਰ ਉਹਦੇ ਸਾਰੇ ਗੁਣਾਂ ਨੂੰ ਧਾਰ ਲੈਂਦਾ ਹੈ। he become detached, no expectations। और जिन ਉਹ ਆਪਣੇ ਗੁਣਾਂ ਨੂੰ ਧਾਰਦਾ ਹੈ, because he has to realize ਕਿ ਕਿਤੇ ਬਾਹਰ ਇਹ ਸਾਡੇ ਅੰਦਰ ਹੀ ਬੈਠਾ, ਇਹੀ ਮੇਰਾ ਰੂਪ ਹੈ, ਮੇਰਾ ਸਰੂਪ ਰੰਗ ਰੂਪ ਇਹੀ ਹੈ। ਮਨ ਤੂੰ ਜੋਤ ਸਰੂਪ ਹੈ। ਇਸ ਵਿੱਚ ਸਾਰੇ ਗੁਣ ਦੱਸੇ, ਇਹੀ ਮੇਰੇ ਗੁਣ ਹਨ। ਪਰ ਮਨ ਭੁਲੇਖਿਆਂ ਵਿੱਚ ਹੈਗਾ, ਮਨ ਭਟਕਿਆ ਹੋਇਆ। ਹੁਣ ਮਨ ਜਦੋਂ ਇਸ ਚੀਜ਼ ਦੀ ਸੋਝੀ ਪਾ ਲੈਂਦਾ ਹੈ, ਜਦੋਂ ਇਸ ਚੀਜ਼ ਦਾ ਪਤਾ ਲੱਗ ਜਾਂਦਾ, ਔਰ ਮਨ ਪੂਰੀ ਤਰ੍ਹਾਂ ਇਹਨਾਂ ਗੁਣਾਂ ਨੂੰ ਧਾਰਦਾ ਹੈ, ਐਂਡ ਹੀ ਬਿਕਮਸ ਐਬਸੋਲੂਟਲੀ ਡਿਟੈਚਡ।
and no expectations from the world. जब तक दुनिया ਦੇ ਵਿੱਚ ਵਰਤਨ ਕੇ ਨਹੀਂ, when we are not communicating with the people, how do we know where do we stand? ਜਦੋਂ ਉਹ without any expectations total ਗੁਣਾ ਨਾਲ ਭਿੱਜਿਆ ਹੋਇਆ ਹੈ, तो तद ਅਸੀਂ ਕਹਿੰਦੇ ਹਾਂ ਕਿ ਉਸਨੇ ਆਪਣੇ ਆਪ ਮਨ ਉਸ ਦੇ ਅੰਦਰ ਭਿੱਜ ਗਿਆ, ਉਸ ਦੇ ਅੰਦਰ ਇੰਟਿਊਨਡ ਹੋ ਗਿਆ। ਅਸੀਂ ਕਹਿ ਸਕਦੇ ਆਤਮਾ ਜਰੀਏ ਪਰਮਾਤਮਾ ਦੇ ਨਾਲ ਇੱਕਮਿਤ ਹੋ ਗਈ, ਆਪੇ ਮੇਲ ਮਿਲਾਏ ਦਾ। ਹਾਂਜੀ, ਧੰਨਵਾਦ ਭੂਆ ਜੀ। ਭੂਆ ਜੀ ਨੇ ਅੰਦਰ ਵਸਦੇ ਪ੍ਰਮਾਤਮਾ ਦੇ ਨਾਲ ਵੀ ਕਿਸ ਤਰ੍ਹਾਂ ਮੇਲ ਹੋਣਾ ਸਮਝਾ ਦਿੱਤਾ। ਦੇਖੋ ਕਿਤਨੀ ਖੂਬਸੂਰਤ ਰਚਨਾ ਪ੍ਰਮਾਤਮਾ ਨੇ ਰਚੀ ਹੈ। ਸਾਰੇ ਪਾਸੇ ਹਰ ਕਿਣਕੇ ਵਿੱਚ ਪ੍ਰਮਾਤਮਾ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ, ਪਰ ਅਸੀਂ ਉਹਦੇ ਨਾਲ ਮਿਲ ਨਹੀਂ ਪਾ ਰਹੇ। ਹਰ ਥਾਂ ਪ੍ਰਮਾਤਮਾ ਹੀ ਹੈ ਪਰ ਮਿਲਾਪ ਨਹੀਂ ਹੋ ਪਾ ਰਿਹਾ। ਬਸ ਗੁਰੂ ਸਾਹਿਬ ਮਿਲਾਪ ਕਿਸ ਤਰ੍ਹਾਂ ਹੋਣਾ ਉਹੀਓ ਸਮਝਾ ਰਹੇ ਹਨ। ਜਦੋਂ ਅਸੀਂ ਉਹਨੂੰ ਸਮਝ ਕੇ ਮੰਨਣ ਵਿੱਚ ਲੈ ਆਈਏ ਤੇ ਸਮਝ ਲਓ ਪ੍ਰਮਾਤਮਾ ਦੇ ਵਾਲੇ ਪਾਸੇ ਟੁਰਨਾ ਆਰੰਭ ਕਰ ਦਿੱਤਾ। ਗੁਰੂ ਸਾਹਿਬ ਬਖਸ਼ਿਸ਼ ਕਰਨ, ਜੋ ਬੋਲ ਗੁਰੂ ਸਾਹਿਬ ਸਮਝਾਉਂਦੇ ਹਨ ਉਸ ਦੇ ਉੱਤੇ ਅਸੀਂ ਟੁਰ ਵੀ ਸਕੀਏ, ਉਹਨੂੰ ਮੰਨਣ ਵਿੱਚ ਵੀ ਲਿਆ ਸਕੀਏ। ਧੰਨਵਾਦ ਭੂਆ ਜੀ। ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ, ਅੱਜ ਨਾ ਸਤਿਗੁਰੂ ਜੀ ਫਿਰ ਦੁਬਾਰ ਤੋਂ ਇੱਕ ਨਵਾਂ ਸ਼ਬਦ ਸ਼ੁਰੂ ਕਰ ਰਹੇ ਨੇ, ਸਾਡੇ ਨਾਲ ਸਾਂਝ ਕਰ ਰਹੇ ਨੇ। ਇਹ ਜੋ ਸਤਿਗੁਰੂ ਜੀ ਅੱਜ ਕਿਰਪਾ ਕਰ ਰਹੇ ਨੇ ਵੀਰ ਜੀ, ਦੇਖੋ ਗੁਰਬਾਣੀ ਵਿੱਚ ਅਸੀਂ ਸਾਰਿਆਂ ਨੇ ਵਿਚਾਰਨਾ ਕਿ ਜਿਹੜੀ ਗੁਰਬਾਣੀ ਹੈ ਨਾ, ਇਹ ਸਿਰਫ ਸਾਡੇ ਅਵਗੁਣਾ ਭਰਪੂਰ ਜਿਹੜੇ ਗੁਰਬਾਣੀ ਆਖਦੇ ਨੇ, ਜਿਸ ਨੂੰ ਕਹਿੰਦੇ ਨੇ ਅਵਗੁਣੀ ਭਰਿਆ ਸਰੀਰ ਹੈ, ਸਿਰਫ ਸਾਡੇ ਉਹ ਵਾਲੀ ਅਵਸਥਾ ਨੂੰ ਹੀ ਬਿਆਨ ਨਹੀਂ ਕਰਦੀ ਜਿਹਦੇ ਵਿੱਚ ਅਸੀਂ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ, ਅਸੀਂ ਔਗੁਣਾ ਦੇ ਵਿੱਚ ਜੀ ਰਹੇ ਹੁੰਦੇ ਹਾਂ। ਜਿਸ ਮਤਲਬ ਸਾਡੀ ਬੜੀ ਬੁਰੀ ਹਾਲਤ, ਅਸੀਂ ਦੁੱਖਾਂ ਵਿੱਚ, ਕਲੇਸ਼ਾਂ ਦੇ ਵਿੱਚ, ਮਾਇਆ ਦੀ ਮਮਤਾ ਦੇ ਵਿੱਚ ਸੜ ਰਹੇ ਹੁੰਦੇ ਹਾਂ। ਗੁਰਬਾਣੀ ਉਹ ਅਵਸਥਾ ਵੀ ਸਾਨੂੰ ਸਮਝਾਉਂਦੀ ਹੈ। ਉੱਥੋਂ ਸਾਨੂੰ ਹੌਲੀ 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 ਸਮਝਾ ਕੇ, ਸਾਨੂੰ ਪ੍ਰੇਰ ਕੇ, ਉੱਥੋਂ ਸਾਡਾ ਹੌਲੀ ਹੌਲੀ ਸਾਡੀ ਮੱਤ ਉੱਚੀ ਕਰਦੇ 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 ਉਹ ਅਵਸਥਾ ਤੋਂ ਵੀ ਆਉਂਦੀ ਹੈ। ਫਿਰ ਉਸ ਤੋਂ ਅਸੀਂ ਉਹ ਅਵਸਥਾ ਸਮਝਾ ਕੇ ਫਿਰ ਅਸੀਂ ਉਹ ਅਵਸਥਾ ਨੂੰ ਬੋਲਦੇ ਵੀ ਹਾਂ, ਅਰਦਾਸਾਂ ਵੀ ਕਰਦੇ ਹਾਂ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ। ਅਸੀਂ ਸਤਿਗੁਰੂ ਅੱਗੇ ਅਰਦਾਸਾਂ ਕਰਦੇ, ਸਤਿਗੁਰੂ ਜੀ ਤੁਸੀਂ ਮੈਨੂੰ ਸਮਝਾ ਦਿੱਤਾ ਹੈ ਕਿ ਅਸੀਂ ਸਾਡੇ ਅੰਦਰ ਅਵਗੁਣ ਕਿਉਂ ਨੇ, ਕਿਉਂਕਿ ਅਸੀਂ ਹੁਕਮ ਨੂੰ ਨਹੀਂ ਬੁੱਝ ਰਹੇ। ਇਸ ਦੇਹੀ ਅੰਦਰ ਪੰਜ ਚੋਰ ਵਸ ਰਹੇ ਨੇ, ਤੁਸੀਂ ਸਾਨੂੰ ਦੱਸ ਦਿੱਤਾ ਹੈ। ਉਹੀ ਅੰਦਰ ਅੰਮ੍ਰਿਤ ਲੁੱਟ ਰਹੇ ਨੇ ਕਿਉਂਕਿ ਅਸੀਂ ਬੁੱਝ ਨਹੀਂ ਰਹੇ ਸੀ, ਮਨਮੁਖ ਬਣੇ ਹੋਏ ਸਾਂ, ਭਾਵ ਮਨ ਦੇ ਮੁਖ ਤੋਂ ਨਿਕਲੀ ਹੋਈ ਗੱਲ ਨੂੰ ਫੋਲੋ ਕਰ ਰਹੇ ਸਾਂ ਤੇ ਅਸੀਂ ਬੁੱਝ ਨਹੀਂ ਰਹੇ ਸਾਂ ਕਿ ਅੰਦਰ ਕਿਸ ਤਰ੍ਹਾਂ ਅਸੀਂ ਦੁਖੀ ਹਾਂ। ਸਤਿਗੁਰੂ ਜੀ ਉਹ ਅਵਸਥਾਵਾਂ ਵੀ ਬਿਆਨ ਕਰਦੇ ਨੇ। ਉੱਥੋਂ ਸਾਨੂੰ ਅਵਸਥਾਵਾਂ ਦੇ ਵਿੱਚੋਂ ਬਿਆਨ ਕਰਦੇ ਕਰਦੇ ਜਦੋਂ ਅਸੀਂ ਮਨ ਸਾਡਾ ਉਹ ਅਵਸਥਾ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਦੀ ਮੱਤ ਦੇ ਨਾਲ ਯਾਤਰਾ ਅੰਦਰ ਦੀ ਕਰਦੇ ਕਰਦੇ ਅੱਗੇ ਵੱਧਦਾ ਹੈ, ਸਤਿਗੁਰੂ ਜੀ ਦੀ ਮੱਤ ਲੈਂਦਾ ਲੈਂਦਾ ਸਤਿਗੁਰੂ ਦੀ ਮੱਤ ਦੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਉਹ ਅਵਸਥਾਵਾਂ ਵੀ ਗੁਰਬਾਣੀ ਬਿਆਨ ਕਰਦੀ ਹੈ। ਸਿਰਫ ਸਾਡੀਆਂ ਢਹਿੰਦੀ ਕਲਾ ਵਾਲੀਆਂ, ਪਾਤਾਲੀ ਖਿਆਲਾਂ ਵਾਲੀਆਂ, ਜੰਮ ਵਾਲੀਆਂ ਗੱਲਾਂ, ਜੰਮਪੁਰ ਦੀਆਂ ਗੱਲਾਂ ਹੀ ਨਹੀਂ ਕਰਦੀਆਂ, ਉਸ ਅਵਸਥਾ ਦੀਆਂ ਗੱਲਾਂ ਵੀ ਕਰਦੀਆਂ ਜਿੱਥੇ ਹੁਣ ਸਾਡੇ ਥਰੂ ਸਾਡੇ ਸਾਰੀ ਬੋਡੀ ਦੇ ਵਿੱਚ ਕੁਝ ਵੀ ਨੈਗੇਟਿਵਿਟੀ ਨਹੀਂ ਜਾਂਦੀ, ਸਗੋਂ ਅਸੀਂ ਆਪ ਹੁਣ ਸਿਰਫ ਸਤਿਗੁਰੂ ਜੀ ਦੇ ਖਿਆਲਾਂ ਨੂੰ ਹੀ ਲੈਂਦੇ ਹਾਂ ਤੇ ਉਹੀ ਦਾਤਾ ਅੱਗੇ ਆਪਣੀ ਬੋਡੀ ਨੂੰ ਉਹੀ ਖਿਆਲ ਅੱਗੇ ਅਸੀਂ ਟ੍ਰਾਂਸਫਰ ਕਰਦੇ ਹਾਂ। ਆਪ ਅਸੀਂ ਸਿਰਫ ਹੁਣ ਪੋਜ਼ਿਟਿਵ ਐਨਰਜੀ ਵਿੱਚ ਹੀ ਜੀਂਦੇ ਹਾਂ ਤੇ ਅੱਗੇ ਵੀ ਅਸੀਂ ਹੁਣ ਆਪਣੀ ਬੋਡੀ ਨੂੰ ਵੀ ਸਾਰੇ ਇੱਕ ਇੱਕ ਅੰਗਾ ਰੋਮ ਰੋਮ ਨੂੰ ਜੀ ਜਿਸ ਨੂੰ ਗੁਰਬਾਣੀ ਆਖਦੀ ਹੈ, ਉਹਨਾਂ ਨੂੰ ਵੀ ਉਹ ਪੋਜ਼ਿਟਿਵ ਐਨਰਜੀ ਹੀ ਅੱਗੇ ਅਸੀਂ ਦਿੰਦੇ ਹਾਂ। ਇਹ ਹੁੰਦਾ ਸਭ ਕੁਝ ਸਾਡੇ ਥਰੂ ਹੀ ਹੈ। ਅਸੀਂ ਅਗਰ ਕਿਸੇ ਬੁਰੇ ਵਿਚਾਰਾਂ ਨੂੰ ਪਕੜ ਕੇ ਬਾਰ-ਬਾਰ ਉਸ ਨੂੰ ਸੋਚਦੇ ਰਹਿੰਦੇ ਹਾਂ, ਉਸ ਬਾਰੇ ਪਰੇਸ਼ਾਨ ਹੁੰਦੇ ਰਹਿੰਦੇ ਹਾਂ, ਤਾਂ ਉਹ ਵਿਚਾਰ ਹੀ ਸਾਨੂੰ ਇੱਕ ਟਾਈਮ ਤੋਂ ਬਾਅਦ ਸਾਨੂੰ ਡਿਪਰੈਸ਼ਨ ਦੇ ਵਿੱਚ ਸਟ੍ਰੈਸਫੁਲ ਸਾਡਾ ਜੀਵਨ ਬਣ ਜਾਂਦਾ ਹੈ, ਅਸੀਂ ਦੁਖੀ ਹੁੰਦੇ ਹਾਂ। ਤੇ ਇਸ ਉਲਟ ਜਦੋਂ ਅਸੀਂ ਹੁਣ ਉਹ ਵਿਚਾਰਾਂ ਦੀ ਪਰਵਾਹ ਕਰਨੀ ਛੱਡ ਦਿੰਦੇ ਹਾਂ, ਉਸ ਨੂੰ ਕਹਿੰਦੀ ਹੈ ਗੁਰਬਾਣੀ, ਪਰਵਾਹ ਨਾਹੀ ਕਿਸੇ ਕੇਰੀ ਕਦੋਂ ਬਾਜ ਸੱਚੇ ਨਾਹ। ਹੁਣ ਮੈਨੂੰ ਕਹਿੰਦੇ ਸੱਚ ਦੇ ਖਿਆਲਾਂ ਤੋਂ, ਸਤਿਗੁਰੂ ਜੀ ਦੇ ਵਿਚਾਰਾਂ ਤੋਂ ਸਿਵਾਏ ਮੈਨੂੰ ਹੁਣ ਕਿਸੇ ਬੁਰੇ ਖਿਆਲ ਦੀ ਪਰਵਾਹ ਨਹੀਂ ਹੈ। ਕੋਈ ਜੋ ਮਰਜ਼ੀ ਮੈਨੂੰ ਸਿੱਖਿਆ ਦਿੰਦਾ ਰਵੇ, ਗਲਤ ਸਿੱਖਿਆ ਦਿੰਦਾ ਰਵੇ, ਕੋਈ ਜੋ ਮਰਜ਼ੀ ਸੰਦੇ, ਕਹਿੰਦੇ ਮੈਂ ਤਾਂ ਹੁਣ ਉਹ ਸਿੱਖਿਆ ਨੂੰ ਆਪਣੇ ਅੰਦਰ ਜਾਣ ਹੀ ਨਹੀਂ ਦਿੰਦਾ। ਸਤਿਗੁਰੂ ਜੀ ਸਿੱਖਿਆ ਦੇ ਵਿੱਚ ਮੈਨੂੰ ਆਨੰਦ ਆ ਰਿਹਾ। ਉਸ ਨੂੰ ਆਖਦੇ ਨੇ ਇੱਕ ਸ਼ਬਦ ਆਉਂਦਾ ਜਿਹੜਾ ਇਹ ਵਾਲਾ ਬੰਦ ਹੈ ਨਾ, ਇਸ ਨੂੰ ਇੱਕ ਸ਼ਬਦ ਦੇ ਵਿੱਚ ਬੜਾ ਪਿਆਰਾ ਬਿਲਕੁਲ ਇਹੀ ਲਫ਼ਜ਼ ਉਸ ਸ਼ਬਦ ਵਿੱਚ ਵੀ ਯੂਜ਼ ਕੀਤੇ ਨੇ। ਉਹਦੇ ਵਿੱਚ ਉਹ ਸ਼ਬਦ ਹੈਗਾ,
ਹੋ ਕਿਆ ਸਾਲਾਹੀ ਕਿਰਮ ਜੰਤ, ਹੋ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗੰਮ ਹੈ, ਆਪ ਲਹਿ ਮਿਲਾਈ। ਤੂੰ ਅਗਮ ਦਿਆਲ ਅਗੰਮ ਹੈ, ਆਪ ਲੈ ਮਿਲਾਈ। मैं तुझ बिन बेली को नहीं तू अंत सखाई, जो तेरी शरणागति तिन लै छड़ाई, नानक वे परवाह है इस तिल ना तमाई। ਇਹ ਪੂਰਾ ਬੰਦ ਨਾ ਇਸ ਸ਼ਬਦ ਦੇ ਵਿੱਚ ਬਿਲਕੁਲ ਨਾਲ ਉਹੀ ਤੁਕਾਂ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਹੈ। ਔਰ ਇਹੀ ਤੁਕਾਂ ਨੂੰ ਜਿਹੜੀਆਂ ਇਸ ਬੰਦ ਵਿੱਚ ਆ ਰਹੀਆਂ ਜਪਜੀ ਸਾਹਿਬ ਵਿੱਚ ਵੀ ਆਖੇ, ਉੱਥੇ ਆਖਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਰਮ ਲਿਖਾ, ਜਦੋਂ ਲੇਖਾ ਲਿਖਣ ਦੀ ਗੱਲ ਆਉਂਦੀ ਹੈ ਨਾ, ਉਹਦੇ ਨਾਲ ਤਮਾਏ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ। ਕਿਉਂਕਿ ਦੇਖੋ ਜਦੋਂ ਸਾਡੀ ਅਵਸਥਾ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਨਾ, ਸਤਿਗੁਰੂ ਜੀ ਸਾਨੂੰ ਸਮਝਾਉਂਦੇ, ਕਹਿੰਦੇ ਹੋ ਸਕਦੀ ਹੈ। ਤੁਸੀਂ ਸਾਨੂੰ ਸਤਿਗੁਰੂ ਜੀ ਅਵਗੁਣਾ ਤੋਂ ਨਿਕਾਲ ਕੇ ਗੁਣ ਕਹਿ ਗੁਣੀ ਸਮਾਵਣਿਆ ਸਾਡੇ ਨਾਲ ਹੋ ਸਕਦਾ ਹੈ। ਜਿਸ ਨੂੰ ਪੂਰੇ ਆਖਿਆ ਜਾ ਰਿਹਾ ਨਾ ਆਪੇ ਮੇਲ, ਇਹ ਕੋਈ ਇੱਕ ਜਿਸ ਨੂੰ ਦਾਤਾ ਆਖਿਆ ਜਾਂਦਾ ਨਾ, ਉਹ ਪਹਿਲਾਂ ਮਿਲਿਆ ਹੈ, ਉਹ ਕਿਸੇ ਚੀਜ਼ ਨਾਲ ਮਿਲਿਆ ਹੈ ਤਾਂ ਉਹ ਮਿਲਾ ਰਿਹਾ ਹੈ ਜਿਸ ਨੂੰ ਕਹਿ ਰਹੇ ਨੇ। ਕਿਉਂਕਿ ਦੇਖੋ ਜੇ ਅਸੀਂ ਉਰੇ ਦਾਤਾ ਰੱਬ ਜੀ ਨੂੰ ਕਵਾਂਗੇ, ਉਹ ਆਪ ਥੋੜੀ ਕਿਸੇ ਜੀ ਨੇ, ਰੱਬ ਜੀ ਨੇ ਥੋੜੀ ਕਿਸੇ ਜੀ ਨੂੰ ਮਿਲਿਆ, ਰੱਬੀ ਹੁਕਮਾਂ ਨੇ ਕਿਸੇ ਨਾਲ ਥੋੜੀ ਮਿਲਣਾ, ਅਸੀਂ ਰੱਬੀ ਹੁਕਮਾਂ ਨਾਲ ਮਿਲਣਾ। ਦੇਖੋ ਜਿਹੜਾ ਦਾਤਾ ਹੈ, ਜੇ ਅਸੀਂ ਉਸਨੂੰ ਪ੍ਰਮਾਤਮਾ ਜੀ ਨਾਲ ਗੱਲ ਕਰਾਂਗੇ, ਗੱਲ ਉਹੀ ਹੈ, ਪ੍ਰਮਾਤਮਾ ਹੀ ਹੈ। ਲੇਕਿਨ ਇੱਥੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਦਾਤਾ ਅਗਮ ਅਥਾਹ ਹੈ, ਪ੍ਰਮਾਤਮਾ ਦੇ ਨਾਮ ਹੀ ਹਨ, ਪ੍ਰਮਾਤਮਾ ਦੇ ਕਿਰਤਮ ਨਾਮ ਨੇ। ਇਹ ਪ੍ਰਮਾਤਮਾ ਦੇ ਕੀਰਤਾਂ ਨੂੰ ਦੇਖ ਕੇ ਉਹਦੇ ਨਾਮ ਰੱਖੇ ਗਏ, ਪ੍ਰਮਾਤਮਾ ਦੇ ਕੀਰਤਮ ਨਾਮ ਨੇ। ਇਸ ਨੂੰ ਕੀਰਤਮ ਨਾਮ ਕਥੇ ਤੇਰੇ ਜੇਵਾ, ਇਸ ਸਾਡੀਆਂ ਜੇਵਾ, ਅਸੀਂ ਹੀ ਦੁਨੀਆ ਨੇ ਹੀ ਚੰਗੇ ਚੰਗੇ ਜਿਹੜੇ ਗੁਣਵੰਤੇ ਪੁਰਸ਼ ਇੱਥੇ ਆਏ ਨੇ ਇਸ ਦੁਨੀਆ, ਉਹਨਾਂ ਨੇ ਹੀ ਇਹ ਲਫ਼ਜ਼, ਇਹ ਪ੍ਰਮਾਤਮਾ ਦੀ ਕਿਰਤ ਦੇਖ ਕੇ ਲਫ਼ਜ਼ਾਂ ਦੇ ਨਾਂ ਰੱਖੇ ਨੇ। ਦੇਖੋ ਪ੍ਰਮਾਤਮਾ ਨੇ ਆਪਣੇ ਆਪ ਨਾਲ ਨਹੀਂ ਮਿਲਣਾ, ਨਾ ਜਾਂ ਕਿਸੇ ਹੋਰ ਨਾਲ ਨਹੀਂ ਮਿਲਣਾ। ਇੱਥੇ ਸਾਡੀ ਉਹ ਅਵਸਥਾ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਸਾਨੂੰ ਕਹਿੰਦੇ ਨੇ ਪਹਿਲਾਂ ਤੁਸੀਂ ਮਿਲੋ ਤਾਂ ਤੁਸੀਂ ਆਪਣੇ ਤਨ ਨੂੰ, ਆਪਣੇ ਸਰੀਰ ਨੂੰ, ਆਪਣੇ ਇੰਦਰੇ ਰੋਮ ਇੰਦਰਿਆਂ ਨੂੰ ਵੀ ਉਸ ਅਵਸਥਾ ਦੇ ਨਾਲ ਮਿਲਾ ਸਕਦੇ ਹੋ। ਅੱਛਾ ਦੇ ਜਿਹੜਾ ਲਫ਼ਜ਼ ਇੱਥੇ ਆਪੇ ਆ ਰਿਹਾ ਨਾ, ਆਪੇ ਸੁਖਮਨੀ ਸਾਹਿਬ ਵਿੱਚ ਵੀ ਇਸ ਨੂੰ ਆਉਂਦੇ, ਕਹਿੰਦੇ ਉਹ ਆਪੇ ਜਿਸ ਨੂੰ ਇੱਥੇ ਕਿਹਾ ਜਾ ਰਿਹਾ ਦਾਤਾ ਅਗਮ ਅਥਾਹ ਵੇ ਪ੍ਰਵਾਹ, ਕਹਿੰਦੇ ਉਹ ਆਪੇ ਕਿੱਥੇ, ਕਹਿੰਦੇ ਮਨ ਮੈਂ ਆਪ। ਉਹ ਮਨ ਵਿੱਚ ਇਹ ਵਾਲੇ ਗੁਣ, ਇਹ ਜਿਹੜੇ ਦਾਤਾ ਵਾਲੇ ਗੁਣ ਨੇ, ਅਗਮ ਵਾਲੇ ਨੇ, ਵੇਪਰ ਵਾਲੇ, ਇਹ ਆ ਸਕਦੇ ਨੇ। ਇਹ ਪ੍ਰਮਾਤਮਾ ਦੇ ਕੀਰਤਮ ਨਾਮ ਨੇ, ਜ਼ਰੂਰ ਨੇ ਪ੍ਰਮਾਤਮਾ ਦੇ ਨਾਮਾਂ ਦੇ, ਇਹ ਵਿਸ਼ੇਸ਼ਣ ਉਹਦੇ ਨੇ, ਇਹ ਉਹਦੇ ਐਡਜੈਕਟਿਵ ਨੇਮਸ, ਲੇਕਿਨ ਇਹ ਸਾਡੇ ਅੰਦਰ ਆ ਸਕਦੇ ਨੇ, ਆਉਂਦੇ ਨੇ ਜਦੋਂ ਅਸੀਂ ਗੁਣ ਕਹਿ ਗੁਣੀ ਸਮਾਵਣਿਆ ਹੋ ਜਾਂਦੇ ਹਾਂ। ਉਸ ਨੂੰ ਕਹਿੰਦੇ ਨੇ ਮਨ ਮੈਂ ਆਪ, ਮਨ ਆਪਣੇ ਮਾਹੇ। ਇਹ ਜਿਹੜਾ ਆਪ ਲਫ਼ਜ਼ ਆ ਰਿਹਾ ਨਾ, ਮੈਂ ਉਸੇ ਦੀ ਗੱਲ ਕਰ ਰਿਹਾ। ਆਪ ਲਫ਼ਜ਼ ਪ੍ਰਮਾਤਮਾ ਵਾਸਤੇ, ਰੱਬੀ ਨਿਯਮਾਂ ਵਾਸਤੇ ਆਉਂਦਾ ਹੈ, ਰੱਬੀ ਹੁਕਮਾਂ ਵਾਸਤੇ ਆਉਂਦਾ ਹੈ, ਰੱਬੀ ਮੱਤ ਵਾਸਤੇ ਆਉਂਦਾ ਹੈ, ਰੱਬੀ ਗੁਣਾਂ ਵਾਸਤੇ ਆਉਂਦਾ ਹੈ। ਔਰ ਇਹ ਜਦੋਂ ਅਸੀਂ ਗੁਣ ਧਾਰਨ ਕਰਦੇ ਜਾਂਦੇ ਹਾਂ ਤਾਂ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਔਰ ਇਹ ਜਿਹੜੇ ਗੁਣ, ਇਹ ਜਿਹੜੇ ਆਪ ਸੂ ਸਾਡੇ ਅੰਦਰ ਆ ਜਾਂਦੇ, ਮਨ ਮੈਂ ਆਪ ਹੋ ਜਾਂਦਾ। ਫਿਰ ਹੌਲੀ ਹੌਲੀ ਕੀ ਹੁੰਦਾ ਜਾਂਦਾ ਹੈ, ਆਪ ਅੰਦਰ ਆਉਂਦਾ ਜਾਂਦਾ ਹੈ, ਮਨ ਗਾਇਬ, ਮਨ ਖਤਮ। ਉਸ ਨੂੰ ਕਹਿੰਦੇ ਨੇ ਹਰ ਜਨ ਦੋਇ ਏਕ ਹੈ, ਪਿਬ ਵਿਚਾਰ ਕਿਛ ਨਾਏ। ਹੋ ਕੀ ਜਾਂਦਾ, ਕਹਿੰਦੇ ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਏ। ਹੁਣ ਸਿਰਫ ਜਲ ਹੀ ਰਹਿ ਜਾਂਦਾ, ਹੁਣ ਸਿਰਫ ਸਮੁੰਦਰ ਰਹਿ ਜਾਂਦਾ, ਉਹਦੇ ਵਿੱਚ ਜਿੱਥੋਂ ਜਿੱਥੋਂ ਜਲ ਆਇਆ ਉਹ ਜਲ ਨਹੀਂ ਲੱਭਦਾ, ਨਾ ਹੀ ਉਹ ਜਲ ਹੁਣ ਜਿਹੜਾ ਉਹ ਸਾਡਾ ਮਨ ਕੁਝ ਬਾਅਦ ਵਿੱਚ ਅਸੀਂ ਕਹਿੰਦੇ ਆ ਵੀ ਨਹੀਂ। ਜਦੋਂ ਇੱਕ ਵਾਰੀ ਸਾਡੀ ਮੱਤ ਸਤਿਗੁਰੂ ਜੀ ਦੇ ਮੱਤ ਵਿੱਚ ਸਮਾ ਜਾਂਦੀ ਹੈ, ਜਦੋਂ ਸਾਡਾ ਮਨ ਇੱਕ ਵਾਰ ਗੁਣ ਕਹਿ ਗੁਣੀ ਸਮਾ ਜਾਂਦਾ ਹੈ, ਮਨ ਬਚਦਾ ਹੀ ਨਹੀਂ ਹੈ ਕੁਝ ਕਹਿਣ ਲਈ। ਕੋਈ ਵੀ ਪਾਣੀ, ਜਿਹੜਾ ਨਦੀ ਦਾ ਪਾਣੀ ਇੱਕ ਵਾਰ ਸਮੁੰਦਰ ਵਿੱਚ ਚਲੇ ਗਿਆ, ਉਹ ਤਾਂ ਬਾਹਰ ਆ ਕੇ ਇਹ ਵੀ ਨਹੀਂ ਕਹਿ ਸਕਦਾ ਕਿ ਸਮੁੰਦਰ ਵੱਡਾ ਹੈ ਜਾਂ ਛੋਟਾ ਹੈ ਜਾਂ ਇਹ ਕਿਸ ਤਰ੍ਹਾਂ ਦਾ ਹੈ, ਉਹ ਤਾਂ ਗਾਇਬ ਹੀ ਹੋ ਜਾਂਦਾ ਹੈ, ਖਤਮ। ਹੁਣ ਤਾਂ ਸਮੁੰਦਰ ਹੀ ਸਮੁੰਦਰ ਰਹਿ ਜਾਂਦਾ ਹੈ, ਨਾ ਤਾਂ ਉਹ ਹੰਕਾਰ ਕਰ ਸਕਦਾ ਹੈ, ਨਾ ਕੁਝ ਹੋਰ ਕਰ ਸਕਦਾ, ਉਹ ਤਾਂ ਖਤਮ ਹੋ ਜਾਂਦਾ ਹੈ। ਉਹ ਤਾਂ ਹੁਣ ਸਿਰਫ ਤੇ ਸਿਰਫ ਸਮੁੰਦਰ ਨੂੰ ਇੰਜੋਏ ਕਰਦਾ ਹੈ, ਸਤਿਗੁਰੂ ਜੀ ਮੱਤ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ। ਉਹ ਹੁਣ ਬੇਪਰਵਾਹ ਬਣ ਜਾ, ਉਹਨੂੰ ਪਰਵਾਹ ਹੀ ਨਹੀਂ ਕਿਸੇ ਹੁੰਦੀ, ਕੋਈ ਉਸਨੂੰ ਕੋਈ ਮਰਜ਼ੀ ਕੁਝ ਕਹਿੰਦਾ ਰਹੇ। ਉਸਨੂੰ ਕਹਿੰਦੇ ਨੇ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਉਹ ਤਾਂ ਹੁਣ ਸੱਚੇ ਨਾ ਪਰਮਾਤਮਾ ਨੂੰ ਇੰਜੋਏ ਕਰ ਰਿਹਾ ਹੁੰਦਾ ਹੈ। ਉਸਨੂੰ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਉਹ ਤਾਂ ਫਿਰ ਇਹ ਕਹਿੰਦਾ ਵੀ ਆਨੰਦ ਭਇਆ ਮੇਰੀ ਮਾਏ,
ਸਤਿਗੁਰੂ ਮੈਂ ਪਾਇਆ। ਇੱਥੇ ਜਿਹੜਾ ਦੇਖੋ ਜਦੋਂ ਇਹ ਲਫ਼ਜ਼ ਆ ਰਹੇ ਨੇ, ਇੱਥੇ ਕਹਿੰਦੇ ਨੇ ਵੱਡਾ ਦਾਤਾ ਤਿਲ ਨਾ ਤਮਾਏ, ਜਪਜੀ ਸਾਹਿਬ ਜੋ ਆਖਦੇ ਨੇ, ਉੱਥੇ ਨਾ ਹੁਣ ਇਹ ਜਿਹੜਾ ਮਨ ਹੈ ਨਾ, ਜਿਸ ਨੂੰ ਫਿਰ ਅਸੀਂ ਸਮਝਣ ਲਈ ਮਨ ਲਫ਼ਜ਼ ਯੂਜ਼ ਕਰ ਰਹੇ ਹਾਂ। ਜਦੋਂ ਸਾਡਾ ਮਨ ਸਤਿਗੁਰੂ ਦੀ ਮੱਤ 'ਚ ਸਮਾ ਜਾਂਦਾ ਨਾ, ਤਾਂ ਫਿਰ ਸਾਡੇ ਅੰਦਰ ਜਿਹੜੀ ਇਹ ਸ਼ਕਤੀ ਆ ਹੋ ਜਾਂਦੀ ਹੈ, ਜਿਹੜੀ ਅਸੀਂ ਸਾਡੇ ਥਰੂ ਸਤਿਗੁਰੂ ਜੀ ਸਮਝੇ। ਮੈਂ ਲਫ਼ਜ਼ ਮੈਨੂੰ ਫਿਰ ਅਸੀਂ ਮਨ ਮੈਨੂੰ ਯੂਜ਼ ਕਰਨੇ ਪੈ ਰਿਹਾ ਗੱਲ ਕਰਨ ਦੇ ਵਾਸਤੇ ਨਾ। ਸਤਿਗੁਰੂ ਸਾਨੂੰ ਸਮਝਾਉਂਦੇ ਆ ਉਦੋਂ ਕੀ ਅਵਸਥਾ ਬਿਆਨ ਵਾਪਰਦੀ ਹੈ ਕਿ ਅਸੀਂ ਆਪਣੇ ਸਾਰੇ ਅੰਦਰਲੇ ਇੰਦਰੀ ਗਿਆਨ ਇੰਦਰੀਆਂ ਨੂੰ ਨਾ ਫਿਰ ਸੱਚ ਦਾ ਸੁਨੇਹਾ ਦੇਣ ਲੱਗ ਜਾਂਦੇ ਹਾਂ। ਉਹ ਦਾਤ ਦੇਣ ਲੱਗ ਜਾਂਦੇ ਸਾਡੇ ਥਰੂ। ਦਾਤ ਸਾਡੇ ਅੰਦਰ ਆਪਣੇ ਆਪ ਉਹ ਸਿਸਟਮ ਵੀ ਅੰਦਰ ਐਵੇਂ ਆ ਰੱਬੀ ਨਿਯਮਾਂ ਦਾ, ਰੱਬੀ ਹੁਕਮਾਂ ਦਾ, ਕਿ ਅੰਦਰ ਆਪਣੇ ਆਪ ਹੀ ਜਿਹੜੇ ਹੁਕਮਾਂ ਵਿੱਚ, ਨਿਯਮਾਂ ਵਿੱਚ ਸਤਿਗੁਰੂ ਦੀ ਮੱਤ 'ਚ ਸਾਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਸਾਨੂੰ ਉਹਦੇ ਨਾਲ ਮੇਲ ਲੈਂਦੇ ਨੇ। ਜਿਵੇਂ ਆਪਾਂ ਕਹਿੰਦੇ ਨਾ, ਮੇਲ ਲੈਹੋ ਦਿਆਲ ਢਹਿ ਪਏ ਦੁਆਰਿਆ। ਉਹ ਅੰਦਰਲੇ ਵਾਸਤੇ ਰੱਬ ਜੀ ਦੇ ਅੱਗੇ ਜੋ ਅਰਦਾਸ ਕਰੋ ਨਾ, ਉਹ ਮਿਲਦੀ ਹੈ, ਪੂਰੀ ਹੁੰਦੀ ਹੈ। ਜੇ ਅਸੀਂ ਉਹਨੂੰ ਕਹਿੰਦੇ ਨਾ ਸਤਿਗੁਰੂ ਜੀ ਇਹ ਰੱਬੀ ਜੀ ਸਾਨੂੰ ਮੇਲ ਲਿਓ, ਤੇ ਮੇਲ ਲੈਂਦਾ ਹੈ। ਸਾਨੂੰ ਇਹ ਭਰੋਸਾ ਵੀ ਹੋਣਾ ਚਾਹੀਦਾ। ਜੇ ਅਸੀਂ ਕਹਿੰਦੇ ਨਾ ਮੇਲ ਲੈਹੋ ਦਿਆਲ ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬੁਹਾਰਿਆ। ਮੈਂ ਬੜਾ ਪਟਕ ਕੇ ਹਾਰ ਗਿਆ, ਤੇਰੀ ਸ਼ਰਨ ਚਾਹੇ ਤਾਂ ਉਹ ਰੱਖ ਲੈਂਦੇ, ਉਹ ਮੇਲ ਲੈਂਦੇ ਹਨ, ਉਹ ਅਰਦਾਸ ਸੁਣਦੇ ਹਨ। ਤੇ ਸਾਨੂੰ ਇਹ ਭਰੋਸਾ ਹੋਣਾ ਚਾਹੀਦਾ। ਜਦੋਂ ਅਸੀਂ ਪਹਿਲਾਂ ਅਰਦਾਸ ਕੀਤੀ ਵੀ ਸਤਿਗੁਰੂ ਜੀ ਮੇਲ ਲਿਓ, ਤੇ ਉਹਨਾਂ ਨੇ ਮੇਲ ਲਿੱਤਾ। ਤੇ ਉਸ ਅਵਸਥਾ ਨੂੰ ਕਹਿੰਦੇ ਜਦੋਂ ਮੇਲ ਲੈਂਦੇ ਨੇ ਨਾ, ਫਿਰ ਉਹ ਅੰਦਰ ਬੈਠ ਕੇ ਕੀ ਕਰਦੇ ਨੇ, ਫਿਰ ਉਹ ਜਿਹੜੇ ਅੰਦਰਲੀ ਅਵਸਥਾ ਬਣਦੀ, ਫਿਰ ਹੌਲੀ ਹੌਲੀ ਅੰਦਰਲੇ ਜਿਹੜੇ ਜੀ ਜੰਤ ਵੀ ਨੇ ਨਾ, ਜਿਸ ਨੂੰ ਦੂਸਰੇ ਸ਼ਬਦ 'ਚ ਆਖਦੇ ਨੇ ਹੋ ਕਿਆ ਸਾਲਾਹੀ ਕਿਰਮ ਜੰਤ। ਉੱਥੇ ਜੰਤ ਲਫ਼ਜ਼ ਆ ਰਿਹਾ, ਇੱਥੇ ਉਸ ਵਾਸਤੇ ਬੋਲਿਆ ਜਾ ਰਿਹਾ ਕੋਈ। ਇਸ ਨੂੰ ਅਪੜ ਨਾ ਸਕੇ ਕੋਈ, ਕਿਸੇ ਦੇ ਕੋਈ। ਉਹ ਜਿਹੜੇ ਸਾਰੇ ਅੰਦਰਲੇ ਜੀ ਜੰਤ ਨੇ ਨਾ, ਰੋਮ ਰੋਮ ਇੰਦਰੇ ਗਿਆਨ ਇੰਦਰੇ, ਇਹਨਾਂ ਦੀ ਮਨ ਤੱਕ ਪਹੁੰਚ ਨਹੀਂ ਹੁਣ ਹੋ ਸਕਦੀ। ਪਹਿਲਾਂ ਹੁੰਦੀ ਸੀ, ਪਹਿਲਾਂ ਇਹਦੇ ਦੇ ਆਖੇ ਮਨ ਲੱਗ ਜਾਂਦਾ ਸੀ। ਪਹਿਲਾਂ ਮਨ ਅਗੰਮ ਨਹੀਂ ਸੀ, ਇਹਨਾਂ ਦੀ ਗਮਤਾ ਉੱਥੇ ਤੱਕ ਸੀ, ਮਨ ਤੱਕ। ਇਹ ਜੋ ਮਨ ਨੂੰ ਸਲਾਹ ਦਿੰਦੇ ਸਨ ਨਾ, ਇਹਨਾਂ ਜਿਸ ਨੂੰ ਆਖਦੇ ਨਾ ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਇਹ ਦੁਸ਼ਟ ਉਹਨੂੰ ਸਲਾਹ ਦਿੰਦੇ ਸੀ, ਰਾਜਾ ਬਾਲਕ ਇਹਨਾਂ ਦੀ ਸਲਾਹ ਮੰਨ ਲੈਂਦਾ ਸੀ। ਹੁਣ ਇਹਨਾਂ ਦੀ ਗਮਤਾ ਉਸ ਤੱਕ ਨਹੀਂ ਹੈ। ਹੁਣ ਬੁਰੇ ਵਿਚਾਰਾਂ ਦੀ ਗਮਤਾ ਸਾਡੇ ਤੱਕ ਨਹੀਂ ਹੁੰਦੀ ਉਸ ਅਵਸਥਾ ਤੇ। ਉਹ ਕਦੋਂ? ਜਦੋਂ ਅਸੀਂ ਸਤਿਗੁਰੂ ਦੀ ਮੱਤ ਲੈ ਕੇ ਉਹਦੇ 'ਚ ਲੀਨ ਹੋ ਜਾਂਦੇ, ਸਤਿਗੁਰੂ ਦੀ ਮੱਤ 'ਚ ਸਮਾ ਜਾਂਦੇ। ਸਤਿਗੁਰੂ ਦੀ ਮੱਤ ਲੈਣ ਦੇ ਨਾਲ ਕੀ ਹੁੰਦਾ ਵਾ, ਸਾਨੂੰ ਕੋਈ ਉਹ ਜਿਹੜੀ ਤਮਾ ਲੇਖੇ ਦਾ ਲਿਖਿਆ ਨਾ, ਇੱਥੇ ਇਸ ਅਵਸਥਾ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਬਹੁਤਾ ਕਰਮ ਲਿਖਿਆ ਨਾ ਜਾਏ। ਇਹ ਜਿਹੜੇ ਇੰਦਰੀ ਗਿਆਨ ਇੰਦਰੀ ਨੇ ਨਾ, ਸਾਨੂੰ ਇਸ ਤਰ੍ਹਾਂ ਕੋਈ ਲਾਲਚ ਦੇ ਕੇ, ਇਸ ਤਰ੍ਹਾਂ ਕੁਝ ਮਤਲਬ ਨਾ ਲਾਲਚ ਦਿੱਤਾ ਜਾ ਸਕਦਾ। ਕਿਉਂਕਿ ਇਹ ਜਿਹੜਾ ਗੁਣਾਂ ਦਾ ਵਪਾਰ ਹੈ ਨਾ, ਇਹ ਅਮੁੱਲ ਵਪਾਰ ਹੈ, ਇਹਦਾ ਕੋਈ ਮੁੱਲ ਹੀ ਨਹੀਂ ਹੈ। ਔਰ ਇਸ ਦੇ ਵਾਸਤੇ ਸਿਰ ਭੇਟ ਹੀ ਕਰਨਾ ਪੈਂਦਾ ਹੈ। ਜਦੋਂ ਫਿਰ ਅੰਦਰ ਲੇਖਾ ਲਿਖਿਆ ਜਾਂਦਾ ਹੈ, ਤੇ ਇੰਦਰੀ ਗਿਆਨ ਇੰਦਰੀ ਤਮਾ ਭਾਵ ਕੋਈ ਲਾਲਚ ਦੇ ਨਾਲ ਆਪਣਾ ਵੱਧ ਲੇਖਾ ਨਹੀਂ ਲਿਖਵਾ ਸਕਦੇ। ਇਹਨਾਂ ਨੂੰ ਜੋ ਕਰਮ ਕਰਨਗੇ ਉਹੀ ਲੇਖਾ ਲਿਖਿਆ ਜਾਏਗਾ। ਜੋ ਇਹ ਗੱਲ ਮੰਨਣਗੇ, ਇਹਨਾਂ ਨੂੰ ਉਹੀ ਲੇਖਾ ਲਿਖਿਆ। ਇਹਨੂੰ ਕਹਿੰਦੇ ਨੇ ਬਹੁਤਾ ਕਰਮ। ਜੋ ਇਹ ਅੰਦਰ ਬੈਠ ਕੇ ਹੁਣ ਦਾਤਾ ਜੀ ਲਿਖਦੇ ਨੇ, ਇਹਨਾਂ ਦਾ ਲੇਖਾ, ਉਸ ਤੋਂ ਜ਼ਿਆਦਾ ਲੇਖਾ ਨਹੀਂ ਇਹ ਲਿਖਵਾ ਸਕਦੇ। ਬਹੁਤਾ ਕਰਮ ਲਿਖਿਆ ਨਾ ਜਾਏ। ਕਿਉਂਕਿ ਉਹ ਦਾਤਾ ਹੁਣ ਜਿਹੜਾ ਬਣ ਗਿਆ ਨਾ, ਉਹਨੂੰ ਤਮਾ ਹੀ ਨਹੀਂ ਹੈ ਕੋਈ ਲਾਲਚ। ਇਹਨੂੰ ਲਾਲਚ ਨਹੀਂ ਦਿੱਤਾ ਜਾ ਸਕਦਾ, ਕੋਈ ਡਰ ਨਹੀਂ ਦਿੱਤਾ ਜਾ ਸਕਦਾ। ਕਿਸੇ ਕੀਮਤ ਦੇ ਨਾਲ ਇਸ ਤੋਂ ਵੱਧ ਲੇਖਾ ਨਹੀਂ ਲਿਖਵਾ ਜਾ ਸਕਦਾ ਬਖਸ਼ਿਸ਼ ਦਾ। ਅੰਦਰ ਬੈਠਾ ਇਹ ਅੰਦਰਲਾ ਇੱਕ ਸਿਸਟਮ ਬਿਆਨ ਕੀਤਾ ਜਾ ਰਿਹਾ ਕਿ ਅੰਦਰ ਇਹ ਸਾਰੇ ਜੀਆਂ ਜਨਤਾ ਦਾ ਲੇਖਾ ਅੰਦਰ ਆਟੋਮੈਟਿਕਲੀ ਰੱਬੀ ਨਿਯਮ ਵਿੱਚ ਹੋ ਰਿਹਾ। ਉਹ ਕਿਵੇਂ ਹੋ ਰਿਹਾ ਉਹ ਦੱਸਿਆ ਜਾ ਰਿਹਾ। ਕਹਿੰਦੇ ਨੇ ਪਹਿਲਾਂ ਸਾਨੂੰ ਆਪ ਉਹ ਲੇਖਾ ਲਿਖਵਾਉਣਾ ਪਏਗਾ। ਉਹ ਕਿਵੇਂ ਲਿਖਿਆ ਜਾਂਦਾ? ਲੇਖਾ ਲਿਖੀਐ ਮਨ ਕਹਿ ਪਾਏ। ਮਨ ਨੇ ਸਤਿਗੁਰੂ ਦੀ ਮੱਤ ਨੂੰ ਪਸੰਦ ਕੀਤਾ, ਇਹਦਾ ਸਤਿਗੁਰੂ ਦੀ ਮਿਲਾਪ ਦਾ ਲੇਖਾ ਲਿਖਿਆ ਗਿਆ। ਇਹਨੂੰ ਮਿਲਾਪ ਹੋਏਗਾ ਹੀ ਹੋਏਗਾ, ਹੋ ਗਿਆ, ਇਹਦਾ ਲੇਖਾ ਲਿਖਿਆ, ਇਹਨੂੰ ਮਿਲਾਪ ਪ੍ਰਾਪਤ ਹੋ ਗਿਆ। ਫਿਰ ਇਹ ਮਿਲਾਉਂਦਾ ਹੈ ਹੁਣ ਆਪਣੇ ਜੀਆਂ ਜਨਤਾ, ਇਹ ਲੇਖਾ ਲਿਖਦਾ ਉਹਨਾਂ ਦਾ ਮਿਲਾਪ ਦਾ ਲੇਖਾ। ਲੇਕਿਨ ਉਸ ਵਾਸਤੇ ਵੀ ਇੱਕੋ ਹੀ ਕ੍ਰਾਈਟੇਰੀਆ ਹੈ ਅੰਦਰੋਂ। ਬਾਕੀ ਜੀਆਂ ਜਨਤਾ ਦਾ ਲੇਖਾ ਵੀ ਕਿਵੇਂ ਲਿਖਿਆ ਜਾਏਗਾ? ਉਹਨਾਂ ਨੂੰ ਵੀ ਇਹ ਪਸੰਦ ਕਰਨਾ ਪਏਗਾ ਸਤਿਗੁਰੂ ਦੀ ਮੱਤ, ਜੋ ਹੁਣ ਇੱਥੋਂ ਅੰਦਰੋਂ ਦਿੱਤੀ ਜਾ ਰਹੀ ਹੈ ਸਾਰਿਆਂ ਨੂੰ। ਅੰਦਰੋਂ ਜੋ ਸੁਨੇਹਾ ਦਾ ਸੁਨੇਹਾ, ਜੋ ਨਾਮ ਦੀ ਦਾਤ, ਜੋ ਅੰਦਰ ਹੁਣ ਸੱਚ ਦੀ ਦਾਤ ਅੰਦਰੋਂ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਵੀ ਇਹ ਪਸੰਦ ਕਰਨੀ ਪਏਗੀ। ਇੱਕ ਜੀ ਜੰਤ ਨੂੰ ਆਪਣੀ ਸੁਰਤ ਇਸ ਸੁਰਤ ਦੇ ਨਾਲ ਮਿਲਾਣੀ ਹੀ ਪਏਗੀ। ਉਸਨੂੰ ਕਹਿੰਦੇ ਨੇ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀ ਮਤ ਮਿਲ,
ਸਾਰਿਆਂ ਨੂੰ ਆਪਣੀਆਂ ਮਤਾਂ ਇਸ ਸੁਰਤ ਦੇ ਨਾਲ, ਮਨ ਦੀ ਸੁਰਤ ਦੇ ਨਾਲ ਮਿਲਾਣੀ ਹੀ ਪਏਗੀ। ਇਸ ਨੂੰ ਕਹਿੰਦੇ ਨੇ ਸਭ ਕੀ ਮਤ ਮਿਲ। ਇਸ ਨੂੰ ਕਹਿੰਦੇ ਨਾ ਕੋਈ, ਸਾਰੇ ਜੀ ਜਨਤਾ ਨੂੰ ਆਪਣੀ ਮਤ, ਮਨ ਦੀ ਮਤ ਦੇ ਨਾਲ ਜੋ ਹੁਣ ਪ੍ਰਾਪਤ ਹੋਗੀ ਉਹਦੇ ਨਾਲ ਮਿਲਾਣੀ ਹੀ ਪਏਗੀ। ਇਸ ਤਾਂ ਇਹ ਕੀਮਤੀ ਚੀਜ਼, ਕੀਮਤ ਦਾ ਭਾਵ ਇਹ ਕੀਮਤੀ ਨਾਮ ਦੀ ਦਾਤ ਤਾਂ ਪ੍ਰਾਪਤ ਹੁੰਦੀ ਹੈ। ਸਭ ਇਹ ਕੀਮਤ ਤਾਂ ਪ੍ਰਾਪਤ ਹੁੰਦੀ ਹੈ। सब की सुरत मिल सुरत कमाई, सब सुरती मिल सुरत कमाई, सब की मत मिल कीमत पाई। ये है कीमत, मिल कीमत पाई, जिन्हों उरे आखदे ना आपे मेल मिलांदा। ये कीमती वस्त तां प्राप्त होंदी है। पहला मन ने भी सतगुरु की मत नूं पसंद कीता सी, मन ने अपनी सुरत नूं सतगुरु दे विचारां नाल मिला लिया सी। हुण ये एक जीआ जनता नूं अपनी सुरत, अपना ध्यान, इस मन हुण जो दात दे रहा, भाव मन दे विच सतगुरु जी, रब जी बैठ के हुण जो दात दे रहे हैं, उहदे नाल अपनी ध्यान उहदे नाल मिलाना ही पवेगा। हाँ जी, धन्यवाद वीर जी। आप जी ने मन किस तरह सच नाल मिल के सच का स्वरूप हो जाता, बड़ी खूबसूरती नाल समझाना किया। ध्यान दईए ना, पहला पक्ष जिहड़ा मिल रहा मानो भोजन तैयार होया, भोजन छकना किस तरह है, और फिर जिहड़ा पक्ष सानू प्राप्त होया वो भोजन अंदर जाके किस तरीके दे नाल सानू ताकत बख्शदा है, किस तरीके दे नाल साडा मन परमात्मा दा रूप हो जाता है। तो दोनों ही पक्ष सुमेल करके असी समझना करिए तो कितने खूबसूरत दृष्टांत सामने नजर आ रहे हैं। इंज महसूस हो रहा है कि पहला भोजन तैयार हो रहा है, भोजन सोहना भोजन तैयार हो रहा है, भोजन छकिया जा रहा है, भोजन दे फिर की प्रभाव पै रहे हैं, किस तरह मन परत रहा है। तो दोनों ही पक्ष बड़े खूबसूरत रंग, बड़े खूबसूरत रूप दे रहे हैं। धन्यवाद आप जी का। जो किछ करे सो नेचो होई, तिस बिन दाता अवर न कोई। जिसनो नाम दान करे सो पाए, गुर शब्दी में लाएंदा। जो किछ करे सो नेचो होई, परमात्मा दे हुक्म में सब सारा संसार वरत रहा। जो किछ करे, जो कुछ भी करदा सो नेचो होई, सब कुछ उदे हुक्म विच ही हो रहा, और जो करदा वो जरूर ही हो जाता। नेचो तो पाओ निश्चित ही, जरूर ही होई, जरूर ही होंदा, सब उसदे हुक्म विच ही बजे होया। तिस बिन दाता अवर न कोई। संसार विच बड़े दाते सानू नजर आ जाणगे, बड़े ही दाते सानू दिस पैणगे, अपने नू बड़े वड्डे वड्डे दातावां देण वाले, खवाण वाले कि देखो मैं किन्ना वड्डा दाता वां, किन्ना वड्डा दातार हां मैं, किन्नियां दाता मैं देंदा। पर गुरु साहब समझाना कर रहे हैं, तिस बिन दाता अवर ना कोई। उस परमात्मा तो बिना दाता कोई और है ही नहीं। अगर आज चार पैसे या चार चीज़ां या लंगर प्रसादा कोई वरता भी रहा है तो वो दाता उन्होंने मिलियां किस तरह, जिस तरह रविंदर वीर जी ने बड़ा खूबसूरत उदाहरण दिता सी कि वो सोना ते परमात्मा ने सुटिया होया है, ते असी उस सोने विचों किणका मात्र असी इकट्ठा करके उसी परमात्मा नूं दई जांदे हां, या दुनिया नूं दई जांदे हां ते असी दाता बन जांदे हां। ते तिस बिन दाता अवर ना कोई, उस तो बिना दाता कोई है ही नहीं। उसी ने सानू इह शरीर दी दात दित्ती है जिहदे नाल इन्ना खूबसूरत असी संसार तक सकदे हां। तिस बिन दाता अवर ना कोई, जिसनो नाम दान करे। देखो दातावां विचों फिर श्रेष्ठ दात दा भी जिक्र कर दिता, नाम दान दा। जिसनो नाम दान करे सो पाए, गुर शब्दी में लाएंदा। उदे हुक्म विच ही जिसनो नाम दान करे सो पाए, जिन्नू अपने बनाए हुक्म विच ही नाम दी दात देंदा है, सो पाए, वो प्राप्त कर लैंदा है। भाओ ਜਦੋਂ ਹੁਕਮ ਵਿੱਚ ਟੁਰਿਆ ਸੱਚ ਵਾਲੇ ਪਾਸੇ ਅਸੀਂ ਤੁਰਨਾ ਆਰੰਭ ਕਰਦੇ ਹਾਂ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਤੇ ਮਾਨੋ ਉਹ ਪ੍ਰਮਾਤਮਾ ਆਪਣੇ ਹੁਕਮ ਵਿੱਚ ਹੀ ਆਪਣੇ ਨਾਲ ਮਿਲਾਪ ਕਰ ਲੈਂਦਾ ਹੈਗਾ। ਜਿਸਨੂੰ ਨਾਮਦਾਨ ਕਰੇ ਸੋ ਪਾਏ, ਗੁਰ ਸ਼ਬਦੀ ਮਿਲਾਇੰਦਾ। ਗੁਰੂ ਦੇ ਸ਼ਬਦ ਦੇ ਰਾਹੀਂ ਮਿਲਾਇੰਦਾ, ਮਿਲਾ ਲੈਂਦਾ ਹੈ, ਸਾਂਝ ਪਾ ਲੈਂਦਾ ਹੈ। ਮਾਨੋ
ਗੁਰੂ ਦੇ ਸ਼ਬਦ ਦੇ ਮੁਤਾਬਿਕ, ਗੁਰੂ ਦੇ ਸ਼ਬਦ ਪੜਿਆ ਬੁਝਿਆ ਮੰਨਿਆ ਉਸ ਦੇ ਨਾਲ ਮਿਲਾਪ ਹੋ ਜਾਂਦਾ ਹੈ। ਗੁਰ ਸ਼ਬਦੀ ਮਿਲਾਇਂਦਾ, ਗੁਰੂ ਦੇ ਸ਼ਬਦ ਦੇ ਰਾਹੀਂ ਹੀ ਉਸ ਪਰਮਾਤਮਾ ਨਾਲ ਮੇਲ ਹੁੰਦਾ ਹੈ। ਗੁਰ ਸ਼ਬਦੀ ਮਿਲਾਇਂਦਾ। ਜੀ ਹਰਵਿੰਦਰ ਵੀਰ ਜੀ। हाँ हरविंदर ਵੀਰ ਜੀ, ਆਪ ਜੀ ਦੀ ਆਵਾਜ਼ ਨਹੀਂ ਆ ਰਹੀ। ਹਾਂਜੀ ਵੀਰ ਜੀ। ਵੀ ਜਿਕਨ ਨਵਾਂ ਜਿਕਨ 16 ਸ਼ੁਰੂ ਹੋਇਆ ਹੈ ਉਹ ਦਿਨ ਅਸੀਂ ਕਹਿ ਰਹੇ ਹਾਂ ਜਿਹੜਾ ਗੁਰੂ ਸਾਡੇ ਨਾਲ ਨਾ ਰੱਬ ਕੌਣ ਹੈ, ਕੈਸੀ ਹਸਤੀ ਹੈ, ਉਹਦੇ ਨਾਲ ਸਾਂਝ ਪਾਉਣ ਦੀ, ਸਾਨੂੰ ਸਮਝਾਉਣ ਦੀ ਕਹਿ ਲਓ ਵੀ ਉਹ ਕੋਸ਼ਿਸ਼ ਜਿਹੜੀ ਚੱਲਦੀ ਪਈ ਹੈ ਇੱਥੇ ਵੀ ਕਹਿ ਲਓ ਕਹਿੰਦੇ ਵੀ ਜੋ ਕੁਝ ਕਰੇ ਰੱਬ ਕੈਸਾ ਹੈ, ਤੈਨੂੰ ਭਰੋਸਾ ਆ ਜਾਵੇ ਵੀ ਰੱਬ ਕੈਸਾ ਹੈ। ਕਹਿੰਦਾ ਜੋ ਕੁਝ ਕਰੇ ਸੋ ਨੇਚੋ ਹੋਈ। ਸਾਨੂੰ ਇਸ ਤੋਂ ਪਹਿਲੇ ਵੀ ਜਿਹੜਾ ਨਾ ਵੀ ਪਹਿਲਾ ਸੋਹਲੇ ਦਾ ਇੱਕ ਪਾਰਟ ਗਿਆ ਇਮੀਡੀਏਟਲੀ ਪਹਿਲੇ ਵਾਲਾ, ਅੰਦਰ ਵੀ ਲਾਈਨ ਜੇ ਕਹਿੰਦੇ ਨੇ ਕਰਤਾ ਕਰੇ ਸੋ ਨੇਚੋ ਹੋਈ। ਜੋ ਪਰਮਾਤਮਾ ਕਰੇਗਾ ਨਾ ਗੁਰੂ ਤੈਨੂੰ ਉਹ ਅਸੀਂ ਉਸ ਟਾਈਮ ਤੇ ਕੁਝ ਪੰਕਤੀਆਂ ਨਾਲ ਕੋਟ ਕੀਤੀਆਂ ਸਨ ਬਈ ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ। ਵੀ ਤੂੰ ਲੱਖ ਫੈਸਲੇ ਕਰ ਲੈ ਕਿ ਮੈਂ ਇਹ ਕੰਮ ਕਰਨਾ ਹੈ, ਜੇ ਰੱਬ ਦੀ ਮਰਜ਼ੀ ਨਾ ਹੋਈ ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ। ਜਾਂ ਫਿਰ ਉਹ ਦੂਜਾ ਸੀ ਕਹਿੰਦੇ ਨਰ ਚਾਹਤ ਕਛ ਅਵਰ ਅਵਰੇ ਕੀ ਅਵਰੇ ਪਈ। ਅਸੀਂ ਕੁਝ ਹੋਰ ਸੋਚਦੇ ਰਹੀਏ, ਹੋ ਕੁਝ ਦਾ ਕੁਝ ਹੋਰ ਜਾਂਦਾ ਹੈ। ਵੀ ਕੋ ਹੋਰ ਪੰਕਤੀ ਜਿਵੇਂ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਹੋਣਾ ਉਹ ਹੈ ਜੋ ਹਾਂ ਗੁਰੂ ਸਾਨੂੰ ਇੱਕ ਨਾਲ ਨਾ ਸਾਨੂੰ ਇਹ ਪੰਕਤੀਆਂ ਦੇ ਨਾਲ ਕਿਤੇ ਸਾਡੇ ਮਨ ਵਿੱਚ ਅਸੀਂ ਇੱਕ ਗੱਲ ਸਮਝਦੇ ਮੈਂ ਕਿ ਅਸੀਂ ਕਹਿੰਦੇ ਜਦੋਂ ਰੱਬ ਦੀ ਗੱਲ ਕੀਤੀ ਦੇਖੋ ਇਤਨੇ ਪਰਸਪੈਕਟਿਵ ਤੋਂ ਰੱਬ ਕੌਣ ਹੈ, ਸੰਗਤ ਵਿੱਚ ਵਸਦਾ ਹੈ, ਪੋਥੀ ਵਿੱਚ ਵੀ ਹੈ। ਇੱਕ ਨਾਲ ਹੋਰ ਐਸਪੈਕਟ ਜਿੱਤੇ ਗੁਰੂ ਕਹਿੰਦਾ ਵੀ ਹੋਏਗਾ ਉਹ ਜੋ ਰੱਬ ਚਾਹੇਗਾ, ਲੇਕਿਨ ਗੁਰੂ ਸਾਨੂੰ ਇਹ ਨਹੀਂ ਚਾਹੁੰਦਾ ਕਿ ਅਸੀਂ ਇਤਨਾ ਕੁਝ ਕਰਦੇ ਹਾਂ ਅਸੀਂ ਸਾਡੇ ਜ਼ਿੰਦਗੀ ਚੋਂ ਉਦਮ ਛੱਡ ਦਈਏ। ਅਸੀਂ ਸਾਰਾ ਕੁਝ ਜਿਹੜਾ ਨਾ ਵੀ ਕੋਈ ਮੁਗਲ ਨਾ ਹੋਵਾ ਅੰਨਾ ਕਿਨੇ ਨਾ ਪਰਚਾ ਲਾਇਆ, ਇਹ ਵੀ ਗੁਰਮਤਿ ਦਾ ਸਿਧਾਂਤ ਨਹੀਂ ਵੀ ਤੂੰ ਇੱਕ ਥਾਂ ਦੇ ਉੱਤੇ ਬਹਿ ਜਾ ਕੇ ਵੀ ਉਹ ਕਹਿੰਦੇ ਆਪਨ ਹੱਥੀ ਆਪ ਨਾ ਆਪੇ ਹੀ ਕਾਜ ਸਵਾਰੀ। ਤੈਨੂੰ ਆਪਣੇ ਜ਼ਿੰਦਗੀ ਦੇ ਕਾਜ ਜਿਹੜੇ ਨੇ ਨਾ ਉਹ ਸੋ ਇਟ ਇਜ਼ ਸਮਵੇਅਰ ਇਨ ਬਿਟਵੀਨ। ਉਹ ਕਰਮ ਕਰਤ ਹੋਵੇ ਨਹਿ ਕਰਮ ਵੀ ਆਸਾ ਭੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ। ਇਹ ਦੋਨੋਂ ਜਿਹੜੇ ਵੱਖ-ਵੱਖ ਜਿਹੜੇ ਛੋਰ ਨੇ ਨਾ ਦੋਨੋਂ ਦੇ ਵਿਚਕਾਰ ਵੀ ਉਹ ਉਦਮ ਕਰੇਂਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਜ। ਜਿੱਥੇ ਇਹ ਸਿਧਾਂਤ ਅਸੀਂ ਨਾਲ ਲੈ ਕੇ ਚੱਲਣੇ ਪਏ ਹਾਂ, ਲੇਕਿਨ ਮਤਾਂ ਸਾਨੂੰ ਸਾਡੇ ਆਪਣੇ ਕੀਤੇ ਹੋਏ ਦੇ ਉੱਤੇ ਕੋਈ ਭਰੋਸਾ ਆ ਜਾਵੇ। ਕਹਿੰਦਾ ਜੋ ਕੁਝ ਕਰੇ, ਜੋ ਰੱਬ ਜੋ ਕਰਨਾ ਚਾਹੁੰਦਾ ਉਹ ਹੋ ਕੇ ਉਹ ਕਹਿੰਦਾ ਜੋ ਤੂੰ ਕਰੇ ਸੋਈ ਪ੍ਰਭ ਹੋਈ। ਜਾਂ ਵੀ ਜੋ ਤੂੰ ਕਰੇ ਸੋਈ ਫੁਨ ਹੋਏ, ਮਾਰੇ ਨਾ ਸਾਖੈ ਦੂਜਾ ਕੋਏ। ਜੋ ਰੱਬ ਕਰਨਾ ਚਾਹੁੰਦਾ ਉਹ ਚੀਜ਼ ਹੋ ਕੇ ਹੀ ਰਹਿਣੀ ਹੈ। ਕਹਿੰਦੇ ਤਿਸ ਬਿਨ ਦਾਤਾ ਅਵਰ ਨਾ ਕੋਈ। ਤੁਹਾਡੀ ਕਹਿੰਦੇ ਬੜਾ ਦਾਤਾ ਹੈ, ਕਹਿੰਦੇ ਵੀ ਅੱਗੇ ਵੀ ਤੁਹਾਡਾ ਗਿਆ ਸੀ ਵੀ ਉਹ ਹਰਜੀ ਉਹ ਦਾਤਾ। ਪਰ ਅਸੀਂ ਜਪਜੀ ਸਾਹਿਬ ਜੀ ਪੜ੍ਹਨੇ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ। ਅਸੀਂ ਕਹਿੰਦੇ ਜੀ ਕੌਣ ਹੈ ਸਾਡੇ ਵਿੱਚ, ਅਸੀਂ ਜੋ ਉਹ ਸਾਰਿਆਂ ਦਾ ਸਾਰੇ ਜਿਤਨੇ ਜੀ ਜੰਤ ਹਾਂ ਸਾਰਿਆਂ ਦਾ ਇੱਕੋ ਦਾਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸਾਰੇ ਜੀਆਂ ਦਾ ਦਾਤਾ ਇੱਕੋ ਹੈ। ਔਰ ਕਹਿੰਦੇ ਤਿਸ ਬਿਨ ਦਾਤਾ ਅਵਰ ਨਾ ਕੋਈ। ਉਸ ਤੋਂ ਉਹਦੇ ਵਰਗਾ ਤੋਂ ਉਸ ਤੋਂ ਇਲਾਵਾ ਹੋਰ ਕੋਈ ਚੀਜ਼ ਤੈਨੂੰ ਕੋਈ ਦੇ ਸਕੇ ਉਹ ਕਿਸੇ ਵਿੱਚ ਹੋਰ ਸਮਰੱਥਾ ਨਹੀਂ ਹੈ। ਮਤਾ ਤੂੰ ਕਿਸੇ ਅਸੀਂ ਆਮ ਤੌਰ ਤੇ ਦੇਖਦੇ ਹਾਂ ਨਾ ਵੀ ਉਹ ਜਿਹੜੇ ਹਿੰਦੂ ਵੀਰ ਨੇ ਉਹਨਾਂ ਵਿੱਚ ਨਾ ਵੱਖ-ਵੱਖ ਕੈਟੇਗਰੀਜ਼ ਨੇ ਵੀ ਜੇ ਵਿਦਿਆ ਚਾਹੀਦੀ ਤੇ ਸਰਸਵਤੀ ਕੋਲ ਚਲੇ ਜਾਓ, ਦੁਕਾਨ ਦੀ ਓਪਨਿੰਗ ਕਰਵਾਉਣੀ ਹੈ ਤੇ ਉੱਥੇ ਜੀ ਉਹ ਗਣਪਤੀ ਦੀ ਪੂਜਾ ਕਰੋ, ਵੱਖ-ਵੱਖ ਜਾਂ ਪੈਸਾ ਚਾਹੀਦਾ ਹੈ ਤੇ ਲక్ష్ਮੀ ਦੀ ਪੂਜਾ ਕਰੋ, ਵੀ ਉਹ ਤਾਕਤ ਚਾਹੀਦੀ ਹੈ ਤੇ ਫਲਾਨੀ ਦੇਵਤੀ ਦੀ ਜਿਹੜੀ ਦੇਵੀ ਉਹਦੀ ਪੂਜਾ ਕਰੋ। ਗੁਰੂ ਤੈਨੂੰ ਕਹਿੰਦੇ ਨਹੀਂ ਤਿਸ ਬਿਨ ਦਾਤਾ ਅਵਰ ਨਾ ਕੋਈ। ਹੋਰ ਕੋਈ ਦਾਤਾ ਹੈ ਹੀ ਨਹੀਂ, ਸਾਰਿਆਂ ਦਾ ਦਾਤਾ। ਜੇ ਕੋਈ ਦੇਣ ਵਾਲਾ ਹੈ ਤੇ ਸਾਰਿਆਂ ਨੂੰ ਦਾਤ ਦੇਣ ਵਾਲਾ ਉਹ ਕੱਲਾ ਤੇ ਕੱਲਾ ਉਹ ਪ੍ਰਮਾਤਮਾ ਆਪ ਹੈ। ਕਹਿੰਦਾ ਜਿਸ ਨੂੰ ਨਾਮ ਦਾਨ ਕਰੇ ਸੋ ਪਾਏ। ਇੱਥੇ ਦੇਖੋ ਚੋਇਸ ਆਫ ਵਰਡਸ ਵੀ ਕਿੰਨੀ ਵਧੀਆ। ਅਸੀਂ ਇੱਕ ਵਰਡ ਤੋਂ ਇੱਥੇ ਵੀ ਦਾਨ ਦੀ ਗੱਲ ਚੱਲਦੀ ਪਈ। ਦਾਨ ਸਾਡਾ ਅਧਿਕਾਰ ਨਹੀਂ ਹੁੰਦਾ। ਜਦੋਂ ਰੱਬ ਦੇ ਪ੍ਰਥਾ ਹੀ ਗੱਲ ਚੱਲਦੀ ਪਈ ਕਹਿੰਦੇ ਹਰ ਜੀਓ ਦਾਤਾ, ਦਾਨ ਦੇਣ ਵਾਲੇ ਨੂੰ ਦਾਤਾ ਕਹਿੰਦੇ ਪਏ ਆ, ਹਰ ਜੀਓ ਦਾਤਾ। ਇੱਥੇ ਵੀ ਨਿਕਲ ਜਾਂਦਾ ਕਹਿੰਦੇ ਜਿਸ ਨੂੰ ਨਾਮ ਦਾਨ ਪਾਓ। ਇਹ ਨਾਮ ਸਾਡੇ ਅਧਿਕਾਰ ਦਾ ਨਹੀਂ ਹੈ, ਇਹ ਉਹਦੀ ਬਖਸ਼ਿਸ਼ ਹੈ। ਅਸੀਂ ਜਦੋਂ ਅਸੀਂ ਕਹਿੰਦੇ ਕੁਝ ਚੀਜ਼ਾਂ ਹੁੰਦੀਆਂ ਨੇ ਸਾਡੇ ਹੱਕ ਦੀਆਂ ਵੀ ਮੈਂ ਇੱਥੋਂ ਉੱਥੇ ਜਾਣਾ, ਮੈਂ ਜੀ ਇਤਨਾ ਕਿਰਾਇਆ ਦਿੱਤਾ ਉਹ ਸੀਟ ਦੇ ਉੱਤੇ ਮੇਰਾ ਹੱਕ ਬਣਦਾ। ਮੈਂ ਕੋਈ ਹੋਰ ਕੋਈ ਆ ਕੇ ਬੈਠਿਆ ਮੈਂ ਉਹਨੂੰ ਕਹਿ ਸਕਦਾ ਭਰਾਵਾ ਮੇਰੀ ਸੀਟ ਹੈ ਤੂੰ ਮੇਰੇ ਹੱਕ ਦਾ ਹੈ। ਲੇਕਿਨ ਜਦੋਂ ਗੁਰੂ ਦਾਨ ਦੀ ਗੱਲ ਨਾਮ ਦੀ ਗੱਲ ਕਹਿੰਦੇ ਇਹ ਉਸ ਰੱਬ ਕੋਲੋਂ ਇਹ ਤੈਨੂੰ ਮੰਨੋ ਦਾਨ ਦੇ ਸਰੂਪ ਆਪਣਾ ਅਧਿਕਾਰ ਨਾ ਜਮਾਈ। ਉਹਦੇ ਨਿਯਮ ਨੇ ਉਹ ਜੋ
ਅੱਛਾ ਜੀਵਨ ਵਾਲਿਆਂ ਨੂੰ ਉਹ ਦਾਤ ਦਿੰਦਾ ਹੈ। ਲੇਕਿਨ ਮਤਾ ਤੂੰ ਇਹਦੇ ਉੱਤੇ ਆਪਣਾ ਅਧਿਕਾਰ ਸਮਝ ਕੇ ਬੈਠਾ ਕਿ ਜਿਸ ਨੂੰ ਨਾਮ ਦਾਨ ਕਰੇ ਸੋ ਪਾਏ। ਇਹ ਦਾਤ ਜਿਹਨੂੰ ਦਿੰਦਾ ਨਾ ਵੀ ਉਹ ਨਾਮ ਦਾਨ ਦੇ ਜਨ ਆਪਣੇ ਕੋ ਦੁੱਖ ਦਰਦ ਕਾ ਹੰਤਾ, ਉਹ ਆਪਣੇ ਜਨਾਂ ਨੂੰ ਇਹ ਨਾਮ ਦੀ ਦਾਤ, ਨਾਮ ਦਾ ਦਾਨ ਦਿੰਦਾ ਹੈ। ਲੇਕਿਨ ਤੂੰ ਸਾਡੀ ਅਵਸਥਾ ਕੀ ਹੋ ਜਾਵੇ, ਅਸੀਂ ਇਹਦੇ ਉੱਤੇ ਆਪਣਾ ਅਧਿਕਾਰ ਨਾ ਸਮਝੀਏ। ਜਿਸ ਨੂੰ ਨਾਮ ਦਾਨ ਕਰੇ ਸੋ ਪਾਏ ਗੁਰ ਸ਼ਬਦੀ ਮਿਲਾਇਂਦਾ, ਗੁਰੂ ਦੇ ਸ਼ਬਦ ਦੇ ਰਾਹੀਂ ਉਹ ਇੱਥੇ ਪਹਿਲਾਂ ਕੀ ਕਹਿੰਦੇ ਆਪੇ ਮੇਲ ਮਿਲਾਇਂਦਾ। ਤੋ ਹੁਣ ਆਪੇ ਤੋਂ ਮਤਲਬ ਕੋਈ ਬੰਦਾ ਸੋਚੇ ਕਿ ਨਹੀਂ ਆਰਬਿਟਰੀ ਵੇ ਨਾਲ ਬਈ ਅੱਛਾ ਤੂੰ ਮਿਲ ਜਾ ਤੇ ਤੂੰ ਦੂਰ ਹੋ ਜਾ, ਇਹ ਗੱਲ ਨਹੀਂ ਹੈ। ਫਿਰ ਗੁਰੂ ਸਾਹਿਬ ਤੇ ਨੈਕਸਟ ਪੰਕਤੀ ਵਿੱਚ ਹੋਰ ਲਿਖਦੇ ਨੇ ਗੁਰ ਸ਼ਬਦੀ, ਰੱਬ ਦਾ ਮਿਲਾਪ ਕਿਵੇਂ ਹੁੰਦਾ ਹੈ? ਗੁਰੂ ਦੇ ਸ਼ਬਦਾਂ ਦੇ ਰਾਹੀਂ। ਗੁਰੂ ਗਿਆਨ ਦਿੰਦਾ ਹੈ, ਜੇ ਅਸੀਂ ਉਸ ਗਿਆਨ ਨੂੰ ਪਕੜ ਲਈਏ। ਤੇ ਇੱਕ ਇਹ ਵਿਸ਼ਕਾਰ ਚੈਟ ਬਾਕਸ ਵਿੱਚ ਵੀ ਇੱਕ ਬੜਾ ਅੱਛਾ ਜਿਹਾ ਉਹਨਾਂ ਨੇ ਪਾਇਆ ਵੀ ਕਰਮ ਨੂੰ ਜਿਹੜਾ ਨਾ ਉਹ ਔਂਕੜ ਲੱਗਿਆ ਹੋਇਆ ਹੈ। ਤੇ ਇਹ ਵਾਸ ਜਸਟ ਮੈਂ ਹੁਣ ਦਰਪਣ ਜਸਟ ਖੋਲੀ ਹੈ, ਉੱਥੇ ਵੀ ਬਹੁਤਾ ਕਰਮ ਜਿਹੜਾ ਨਾ ਲਿਖਿਆ ਨਾ ਜਾਏ। ਉੱਥੇ ਵੀ ਕਹਿੰਦਾ ਵੀ ਜਿਹੜਾ ਉਸ ਅਕਾਲ ਪੁਰਖ ਦੀ ਬਖਸ਼ਿਸ਼ ਏਡੀ ਵੱਡੀ ਹੈ, ਉਹਦੀ ਬਖਸ਼ਿਸ਼ ਜਿਹੜੀ ਹੈ ਨਾ ਉਹ ਬਹੁਤੀ ਹੈ। ਸੋ ਅਗੇਨ ਮੈਂ ਉੱਥੇ ਅਰਥ ਕਰਦਿਆਂ ਕਿਤੇ ਸਨ ਵੀ ਬਹੁਤੀਆਂ ਬਖਸ਼ਿਸ਼ਾਂ ਨੇ ਉਹਦੀਆਂ। ਇੱਥੇ ਜਿਹੜੇ ਅਰਥ ਕਰਦੇ ਪਏ ਨੇ ਬਿਲਕੁਲ ਸਹੀ ਦਾ ਜਿਹੜਾ ਉਹਨਾਂ ਨੇ ਵੀ ਖਿਆਲ ਦਵਾਇਆ ਉਸ ਪਾਸੇ ਬਿਲਕੁਲ ਸਹੀ ਹੈ ਵੀ ਉਹਦੀ ਬਖਸ਼ਿਸ਼ ਬਹੁਤ ਵੱਡੀ ਹੈ। ਉਹ ਬਹੁਤੇ ਕਰਮ ਨਹੀਂ ਆ ਰਿਹਾ, ਸੋ ਉਹਦਾ ਕਰਮ ਬੜਾ ਵੱਡਾ ਹੈ। ਉਸ ਹਿਸਾਬ ਨਾਲ ਹੀ ਸਾਨੂੰ, ਜੇ ਅਸੀਂ ਗ੍ਰਾਮਰ ਦਾ ਐਸਪੈਕਟ ਲੈ ਕੇ ਚੱਲਾਂਗੇ ਤਾਂ ਬਿਲਕੁਲ ਸਹੀ ਹੈ ਕਿ ਉਸ ਹਿਸਾਬ ਨਾਲ ਹੀ ਸਾਨੂੰ ਜਿਹੜਾ ਕਰਮ ਜਿਹੜਾ ਹੈ ਉਹ ਸਿੰਗੂਲਰ ਫਾਰਮ ਵਿੱਚ ਆ ਰਿਹਾ ਹੈ ਉੱਥੇ, ਕਿਉਂਕਿ ਉਹਨੂੰ ਔਂਕੜ ਲੱਗਿਆ ਹੋਇਆ ਹੈ। ਉਹਦਾ ਕਰਮ ਬੜਾ ਵੱਡਾ ਹੈ, ਉਹਦੀ ਬਖਸ਼ਿਸ਼ ਬੜੀ ਵੱਡੀ ਹੈ। ਉਹਨੂੰ ਹਿਸਾਬ ਕਿਤਾਬ ਨਹੀਂ ਕੀਤਾ ਜਾ ਸਕਦਾ, ਉਹਨੂੰ ਕਿਸੇ ਖਾਤੇ ਵਿੱਚ ਲਿਖਿਆ ਨਹੀਂ ਜਾ ਸਕਦਾ, ਇਤਨੀ ਵੱਡੀ ਉਸ ਮਾਲਕ ਦੀ ਬਖਸ਼ਿਸ਼ ਹੈ। ਹਾਂਜੀ ਵੀਰ ਜੀ। ਧੰਨਵਾਦ ਵੀਰ ਜੀ। ਬੜੀ ਖੂਬਸੂਰਤੀ ਨਾਲ ਆਪ ਜੀ ਨੇ ਦਾਨ ਨੂੰ ਵੀ ਸਮਝਾਣਾ ਕੀਤਾ ਕਿ ਦਾਨ ਦੇ ਉੱਤੇ ਸਾਡਾ ਅਖਤਿਆਰ ਨਹੀਂ ਹੈ, ਹੱਕ ਨਹੀਂ ਹੈ। ਅਸੀਂ ਕਹਿ ਨਹੀਂ ਸਕਦੇ ਕਿ ਇਹ ਸਾਨੂੰ ਮਿਲਣਾ ਹੀ ਚਾਹੀਦਾ ਹੈ। ਔਰ ਬਹੁਤਾ ਕਰਮ ਵਾਲੇ ਪਾਸੇ ਵੀ ਆਪ ਜੀ ਨੇ ਸਹੀ ਧਿਆਨ ਦਵਾਇਆ। ਵੈਸੇ ਕਰਮ ਅੱਖਰ ਜਿਹੜਾ ਹੈ ਨਾ ਸੰਸਕ੍ਰਿਤ ਭਾਸ਼ਾ ਦਾ ਵੀ ਅੱਖਰ ਹੈ ਤੇ ਕਰਮ ਅੱਖਰ ਜਿਹੜਾ ਹੈ ਅਰਬੀ ਭਾਸ਼ਾ ਦਾ ਵੀ ਅੱਖਰ ਹੈ। ਤੇ ਬਹੁਤਾ ਕਰਮ ਲਿਖਿਆ ਨਾ ਜਾਏ ਜਦੋਂ ਆ ਰਿਹਾ, ਬਖਸ਼ਿਸ਼ ਕਰਕੇ ਆ ਰਿਹਾ, ਉਹ ਅਰਬੀ ਭਾਸ਼ਾ ਤੋਂ ਆ ਰਿਹਾ। ਤੇ ਅਰਬੀ ਭਾਸ਼ਾ ਵਿੱਚ ਜਿਹੜਾ ਅਰਥ ਬਣਦਾ ਉਹ ਬਣਦਾ ਹੈ ਬਖਸ਼ਿਸ਼ ਬਣਦਾ ਹੈ। ਸੰਸਕ੍ਰਿਤ ਵਿੱਚ ਜਿਹੜਾ ਅਰਥ ਬਣਦਾ ਹੈ ਉਹ ਭਾਗ ਵੀ ਬਣਦਾ ਹੈ, ਕਿਸਮਤ ਵੀ ਬਣਦਾ ਹੈ ਤੇ ਨਾਲ ਕਰਮ ਕੰਮ ਕਰਕੇ ਵੀ ਬਣਦਾ ਹੈ। ਸੰਸਕ੍ਰਿਤ ਭਾਸ਼ਾ ਵਿੱਚ ਕੰਮ ਕਾਰਜ ਕਰਕੇ ਵੀ ਆਉਂਦਾ ਹੈ, ਭਾਗ ਕਿਸਮਤ ਕਰਕੇ ਵੀ ਆਉਂਦਾ ਹੈ। ਲੇਕਿਨ ਅਰਬੀ ਭਾਸ਼ਾ ਵਿੱਚ ਜਿਹੜਾ ਅੱਖਰ ਆਉਂਦਾ ਉਹ ਬਖਸ਼ਿਸ਼ ਕਰਕੇ ਆਉਂਦਾ ਹੈ ਤੇ ਉੱਥੇ ਜਿਹੜਾ ਔਂਕੜ ਦੇ ਨਾਲ ਹੀ ਆਇਆ ਹੋਇਆ। ਜੀ ਭੂਆ ਜੀ। ਜੋ ਕਿਛ ਕਰੇ ਸੋ ਨੇਚੋ ਹੋਈ, ਤਿਸ ਬਿਨ ਦਾਤਾ ਅਵਰ ਨ ਕੋਈ। ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸ਼ਬਦੀ ਮਿਲਾਏਦਾ। ਇਹ ਅਖੀਲੀ ਤੁਕ ਜਿਹੜੀ ਹੈ ਉਸ ਤੋਂ ਪਹਿਲੇ ਪਦ ਵਿੱਚ ਕਿਹਾ ਸੀ ਆਪੇ ਮੇਲ ਮਿਲਾਏਦਾ। ਜਦੋਂ ਆਤਮਾ ਪਰਮਾਤਮਾ ਇੰਦਰੀਆਂ ਸਭ ਇਕਮਿਤ ਹੋ ਜਾਂਦੀਆਂ ਹਨ, they have been in tuned। ਨਾਮ ਦਾਨ ਤੇ ਉਹੀ ਹੈ ਕਿ ਜਦੋਂ ਸਾਡਾ ਮਨ ਪੂਰੀ ਤਰ੍ਹਾਂ ਭਿੱਜ ਜਾਂਦਾ, ਸਮਝੇ ਇਹੀ ਦਾਨ ਹੈ, ਉਸ ਇੱਕ ਦਾ ਦਾਨ ਇਹੀ ਹੈ। ਔਰ ਇਹ ਇੱਕ ਹੈ ਕਿ ਸਾਡੇ ਅੰਦਰ ਹੈ, ਆਤਮਾ ਪਰਮਾਤਮਾ ਦੇ ਨਾਲ ਮਿਲ ਗਿਆ। ਜਦੋਂ ਆਤਮਾ ਪਰਮਾਤਮਾ ਦੇ ਨਾਲ ਮਿਲ ਗਿਆ ਤੇ ਫਿਰ ਕਹਿੰਦੇ ਨੇ ਉਸਦਾ ਮੇਲ ਹੋ ਗਿਆ, ਟਿਊਨਡ ਹੋ ਗਿਆ ਟੋਟਲੀ। ਰਾਜ ਕਿਸ ਦਾ ਹੋ ਗਿਆ? ਉਸ ਇੱਕ ਦਾ। ਮਨ ਦੇ ਅੰਦਰ ਇੱਕ ਦਿਆ, ਫਿਰ ਉਹੀ ਦਾਨੀ ਬਣ ਗਿਆ। ਉਹੀ ਵੀ ਜੋ ਕਰਦਾ ਹੈ ਉਹ ਜ਼ਰੂਰ ਹੋ ਕੇ ਰਹਿੰਦਾ ਹੈ, ਕਿਉਂਕਿ ਉਹ ਫਿਰ ਸਾਰੀਆਂ ਇੰਦਰੀਆਂ ਨੂੰ, ਅੰਗਾਂ ਨੂੰ, ਆਰਗਨਸ ਨੂੰ ਉਸੇ ਤਰੀਕੇ ਨਾਲ ਚਲਾਉਂਦਾ ਹੈ, ਉਹੀ ਕੁਝ ਸਿਖਾਉਂਦਾ ਹੈ, ਕਿਉਂਕਿ ਮਨ ਟੋਟਲੀ ਇੱਕ ਦੇ ਅੰਦਰ ਸਮਾ ਚੁੱਕਾ ਹੈ। ਹਾਂਜੀ, ਥੈਂਕ ਯੂ ਬੁਆ ਜੀ। ਬਿਲਕੁਲ ਸ਼ਾਰਟ ਵਿੱਚ ਆਪ ਜੀ ਟੂ ਦਾ ਪੁਆਇੰਟ ਗੱਲ ਕਰਦੇ ਹੋ। ਇਕਬਾਲ ਵੀਰ ਜੀ ਨੇ ਜੁਆਇਨ ਕੀਤਾ ਹੈ। ਜੀ ਆਇਆਂ ਨੂੰ ਵੀਰ ਜੀ। ਵੀਰ ਜੀ ਕਰਮ ਬਾਰੇ ਵੀ ਅਗਰ ਆਪ ਜੀ ਵੀ ਥੋੜਾ ਜਿਹਾ ਹੋਰ ਸਾਂਝ ਪਾਣੀ ਚਾਹੋ ਤੇ ਜ਼ਰੂਰ ਡਿਟੇਲ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਹੈ ਜੋ ਕਿਛ ਕਰੈ ਸੋ ਨੈਚੋ ਹੋਈ। ਕਰੈ ਇੱਕ ਵਚਨ ਹੈ, ਕਰਤੇ ਲਈ ਆਇਆ ਹੈ। ਕਿਛ ਵੀ ਇੱਕ ਵਚਨ ਹੈ। ਜੋ ਕਿਛ ਕਰਦਾ, ਕੌਣ ਕਰਦਾ? ਕਰਤਾ। ਕਰਤਾ ਪੁਰਖ ਕੌਣ ਆ? ਇੱਕ ਓਂਕਾਰ ਅਕਾਲ ਪੁਰਖ ਵਾਹਿਗੁਰੂ। ਇਹ ਕਿਸੇ ਮਨ ਦੀ ਗੱਲ ਨਹੀਂ ਹੋ ਰਹੀ ਇੱਥੇ, ਇੱਕ ਵਚਨ ਹੈ। ਇਸ ਕਰਕੇ ਕਿਉਂਕਿ ਮਨ ਤਾਂ ਬਹੁਤ ਮਨ ਹਨ, ਗੁਰਬਾਣੀ ਇੱਕ ਮਨ ਦੀ ਗੱਲ ਹੀ ਨਹੀਂ ਕਰਦੀ। ਗੁਰਬਾਣੀ ਜਿਹੜੀ ਇੱਕ ਕਰਤੇ ਦੀ ਗੱਲ ਕਰਦੀ ਹੈ। ਇਸ ਲਈ ਜੋ ਕਿਛ ਕਰੈ,
ਇੱਕ ਅਕਾਲ ਪੁਰਖ ਕਰਤਾ ਜੋ ਕੁਛ ਵੀ ਕਰਦਾ ਹੈ, ਜੋ ਵੀ ਆਪਣੇ ਨਿਯਮ ਥਾਪਦਾ ਹੈ, ਥਾਪਦਾ ਹੈ, ਉਹ ਨੈਚੋ ਹੋਈ, ਉਹ ਟਲ ਹੈ, ਉਹਨੂੰ ਕੋਈ ਬਦਲ ਨਹੀਂ ਸਕਦਾ, ਉਹਨੂੰ ਚੇਂਜ ਨਹੀਂ ਕਰ ਸਕਦਾ, ਉਹਨੂੰ ਕੋਈ ਕੀਤੇ ਹੋਏ ਨੂੰ ਖਤਮ ਨਹੀਂ ਕਰ ਸਕਦਾ। ਇਸ ਬਿਨ ਇਸ ਇੱਕ ਵਚਨਾ ਜੀ ਔਂਕੜ ਲੱਗਾ ਹੈ, ਉਸ ਇੱਕ ਅਕਾਲ ਪੁਰਖ ਕਰਤੇ ਤੋਂ ਬਿਨਾਂ, ਇੱਥੇ ਮਨ ਦੀ ਗੱਲ ਨਹੀਂ ਹੈ। ਦਾਤਾ ਉਹ ਮਨ ਨਹੀਂ ਹੈ। ਮਨ ਆਪਣੇ ਕਰਮ ਇੰਦਰੀਆਂ ਨੂੰ ਫਰਮਾਨ ਕਰ ਸਕਦਾ, ਦੇ ਕੁਛ ਨਹੀਂ ਸਕਦਾ। ਅਕਾਲ ਪੁਰਖ ਕਰਤਾ ਜਿਹੜਾ ਇੱਕ ਵਚਨ ਹੈ, ਦਾਤਾ ਉਹ ਹੈ। ਇਸ ਲਈ ਇਸ ਬਿਨ ਉਸ ਕਰਤੇ ਤੋਂ ਬਿਨਾਂ ਦਾਤਾਂ ਦੇਣ ਵਾਲਾ ਜਿਹੜਾ ਹਸਤੀ ਹੈ, ਚੇਤਨ ਸੱਤਾ ਹੈ, ਜੋ ਰਮੀ ਹੋਈ ਹੈ, ਅਵਰ ਨਾ ਕੋਈ ਹੋਰ ਨਹੀਂ ਹੈ। ਇੱਥੇ ਵੀਰ ਹਰਵਿੰਦਰ ਸਿੰਘ ਨੇ ਬਾ ਕਮਾਲ ਜਿਹੜੀ ਹੈ ਇੱਕ ਅਕਾਲ ਪੁਰਖ ਕਰਤੇ ਦੀ ਹਸਤੀ ਦੀ ਗੱਲ ਜਿਹੜੀ ਹੈ ਬੜੀ ਖੋਲ ਕੇ ਦਰਸਾ ਦਿੱਤੀ। ਇੱਥੇ ਕੋਈ ਸ਼ੰਕਾ ਨਹੀਂ ਰਹਿ ਜਾਂਦੀ, ਉਹ ਇੱਕ ਕਰਤੇ ਤੋਂ ਬਿਨਾਂ ਕੋਈ ਹੋਰ ਵੀ ਹੈ, ਜਾਂ ਅਸੀਂ ਆਪਣੇ ਮਨ ਨੂੰ ਕਰਤਾ ਬਣਾ ਲਈਏ। ਬਿਲਕੁਲ ਇਸ ਬਿਨ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਅਟਲ ਫੈਸਲਾ ਗੁਰੂ ਸਾਹਿਬ ਦਾ, ਅਵਰ ਨਾ ਕੋਈ ਇੱਕ ਹੈ। ਇੱਕ ਦੀ ਗੱਲ ਕੋਈ ਇੱਕ ਵੀ ਕੋਈ ਹੋਰ ਨਹੀਂ ਹੈ ਉਸ ਕਰਤੇ ਤੋਂ ਬਿਨਾਂ। ਜਿਸ ਨੂੰ ਨਾਮ ਦਾਨ ਕਰੇ, ਹੁਣ ਨਾਮ ਦੀ ਦਾਤ ਜਿਹੜੀ ਹੈਗੀ ਆ ਕੌਣ ਦਿੰਦਾ ਜੀ? ਮਨ ਤਾਂ ਕਿਸੇ ਨੂੰ ਦਿੰਦਾ ਨਹੀਂ। ਇਸ ਨਾਮਦਾਨ ਦੀ ਦਾਤ ਜਿਹੜੀ ਹੈ ਸਤਿਗੁਰ ਤੇ ਰਾਹੀਂ ਅਕਾਲ ਪੁਰਖ ਕਰਦਾ। ਨਾਮ ਦੀ ਦਾਤ ਉਹੀ ਦਿੰਦਾ ਜਿਸ ਨੂੰ, ਇੱਕ ਵਚਨ ਹੈ ਜਿਸ ਦਾ ਔਂਕੜ ਨੂੰ ਲੱਗਣ ਦੇ ਨਾਲ ਕਰਕੇ ਉਹ ਉੜ ਗਿਆ। ਇਸ ਲਈ ਜਿਸ ਨੂੰ ਨਾਮਦਾਨ ਕਰੇ, ਜਿਹਨੂੰ ਨਾਮਦਾਨ ਦੀ ਦਾਤ ਦਿੰਦਾ ਹੈ, ਸੋ ਪਾਏ। ਕੋਈ ਜੀਵ ਜਿਹੜਾ ਪ੍ਰਾਪਤ ਕਰ ਲੈਂਦਾ। ਮੁੱਖੋਂ ਤਾਂ ਸਭ ਜਗ ਜਿਹੜਾ ਹੈਗਾ ਰਾਮ ਰਾਮ ਕਰਤਾ, ਸਭ ਜਗ ਫਿਰੇ ਰਾਮ ਨਾ ਪਾਇਆ। ਮੁੱਖੋਂ ਤਾਂ ਸਾਰਾ ਸੰਸਾਰ ਲੱਗਾ, ਅਸੀਂ ਵੀ ਵਾਹਿਗੁਰੂ ਵਾਹਿਗੁਰੂ ਰੋਜ਼ ਕਰਦੇ ਹਾਂ, ਪਰ ਇਹ ਜਿਹੜਾ ਵਾਹਿਗੁਰੂ ਹੈ ਜਾਂ ਕਰਤਾ ਜਾਂ ਜਿਸ ਬਾਬਤ ਅਸੀਂ ਜਪਦੇ ਹਾਂ, ਉਹ ਸਾਡੇ ਹਿਰਦੇ 'ਚ ਨਹੀਂ ਟਿਕਦਾ। ਇਸ ਲਈ ਜਿਸ ਨੂੰ ਨਾਮਦਾਨ ਕਰੇ, ਜਿਸ ਤੇ ਉਹ ਬਖਸ਼ਿਸ਼ ਕਰਮ ਦੀ ਗੱਲ ਕੀਤੀ, ਕਰਮ ਬਖਸ਼ਿਸ਼ ਜਿਹੜੀ ਹੈਗੀ ਆ ਬਿਨਾਂ ਕਿਸ ਦਿੱਤਿਆਂ ਹੋਇਆਂ, ਬਿਨਾਂ ਕੁਛ ਪੇ ਕੀਤਿਆਂ ਹੋਇਆਂ ਮਿਲਦੀ ਹੈ। ਉਹ ਪੇ ਭਾਵ ਕਿ ਜਦੋਂ ਜੀਵ ਜਿਹੜਾ ਹੈਗਾ ਨਿਸ਼ਕਾਮ ਕਰਤੇ ਦੇ ਨਾਲ ਇੱਕ ਬਿਨਾਂ ਸਵਾਰਥ, ਬਿਨਾਂ ਕੁਛ ਤਮਾ ਰੱਖਿਆ, ਤਿਲ ਨਾ ਤਮਾਏ, ਤਿਲ ਜਿੰਨੀ ਵੀ ਤਮਾ ਨਾ ਹੋਵੇ, ਤਾਂ ਉਹ ਪਰਮਾਤਮਾ ਜਿਹੜਾ ਹੈਗਾ ਫਿਰ ਬਖਸ਼ਿਸ਼ ਕਰਦਾ। ਦਾਤਾਂ ਦੇਣ ਲਈ ਪ੍ਰਮਾਤਮਾ ਨੇ ਸੰਸਾਰ ਦੇ ਵਿੱਚ ਸਾਡੇ ਜੀਵਾਂ ਵਾਸਤੇ ਬੜਾ ਖਜ਼ਾਨਾ ਭਰਿਆ ਆ, ਬੜੇ ਭੰਡਾਰੇ ਆ ਉਹਦੇ ਕੋਲ, ਉਹ ਸਾਰਿਆਂ ਨੂੰ ਦੇ ਰਿਹਾ ਹੈ, ਪਰ ਨਾਮ ਦੀ ਦਾਤ ਨਹੀਂ ਦਿੰਦਾ। ਨਾਮ ਦੀ ਦਾਤ ਬਖਸ਼ਿਸ਼ ਨਾਲ ਮਿਲਦੀ ਹੈ। ਬਖਸ਼ਿਸ਼ ਦਾ ਪਾਤਰ ਬਣਨ ਵਾਸਤੇ ਆਪਾ ਪਿਆਗ, ਹੋ ਹੰਗਤਾ, ਮੈਂ ਮੇਰੀ, ਮੈਂ ਕੀਤਾ, ਮਨ ਸਾਡਾ ਰਾਜਾ, ਇਹ ਜਿਹੜੇ ਕੋਟ ਸ਼ਬਦ ਕਰਦੇ ਆ ਨਾ, ਇਹਦੇ ਵਿੱਚ ਮੈਂ ਰੱਖੀ ਹੋਆ। ਤੇ ਇਹ ਜਦੋਂ ਮੈਂ ਆਂਦੀ ਹੈ ਫਿਰ ਨਾਮ ਦੀ ਦਾਤ ਨਹੀਂ ਮਿਲਦੀ। ਦਾਨ ਕਰੇ ਸੋ ਪਾਏ, ਜਦੋਂ ਮੈਂ ਆ ਜਾਂਦੀ ਉਹ ਫਿਰ ਪ੍ਰਾਪਤ ਨਹੀਂ ਕਰ ਸਕਦਾ, ਤੇ ਜਦੋਂ ਮੈਂ ਮੇਰੀ ਮਿਟ ਜਾਂਦੀ ਉਹ ਪ੍ਰਾਪਤ ਕਰ ਲੈਂਦਾ। ਗੁਰ ਸ਼ਬਦੀ ਮਿਲਾਇਂਦਾ, ਗੁਰੂ ਦੇ ਸ਼ਬਦ ਦੇ ਦੁਆਰਾ ਆਪਣੇ ਨਾਲ ਅੰਗ ਸੰਗ ਕਰ ਲੈਂਦਾ ਹੈ, ਆਪਣੇ ਨਾਲ ਲੀਨ ਕਰਵਾ ਲੈਂਦਾ ਹੈ, ਲੀਨ ਕਰ ਲੈਂਦਾ ਹੈ, ਆਪਣੇ ਨਾਲ ਜੋੜ ਲੈਂਦਾ ਹੈ, ਆਪਣਾ ਗੁਣ ਬਖਸ਼ਿਸ਼ ਕਰ ਦਿੰਦਾ ਹੈ। ਇਹ ਉਹਦੀ ਵਡਿਆਈ ਆ ਕਿ ਉਹ ਨਾਮ ਦੇ ਦੀਆਂ ਦਾਤਾਂ ਦੇ ਵਿੱਚ ਨਾਮ ਦੀ ਦਾਤ ਦੇ ਕੇ ਆਪਣੇ ਆਪ ਵਰਗਾ ਉਸ ਜੀਵ ਨੂੰ ਕਰ ਲੈਂਦਾ ਹੈ। ਪਰ ਉੱਥੇ ਜੀਵ ਲੀਨ ਹੋਇਆ, ਜੇਕਰ ਸਾਡੀ ਕੋਈ ਮਨ ਦੀ ਹਸਤੀ ਲੀਨ ਵੀ ਹੁੰਦੀ ਹੈ ਤਾਂ ਸਾਡੀ ਮਨ ਦਾ ਜਿਹੜਾ ਵਜੂਦ ਆ ਖਤਮ ਹੋ ਜਾਂਦਾ। ਉੱਥੇ ਤਾਂ ਅਸੀਂ ਉਸ ਮਨ ਨੂੰ ਜਿਹੜਾ ਗੁਣਾਂ ਦੇ ਨਾਲ, ਕਿਉਂਕਿ ਪ੍ਰਮਾਤਮਾ ਦੇ ਬੇਅੰਤ ਗੁਣ ਹਨ, ਗੁਣ ਕਹੇ ਨਹੀਂ ਜਾ ਸਕਦੇ। ਜਦੋਂ ਜੀਵ ਗੁਣਾਂ ਨੂੰ ਧਾਰਨ ਕਰਕੇ ਉਹਦਾ ਰੂਪ ਬਣਦਾ ਹੈ, ਪਰ ਉਹ ਆਪਣੀ ਹਉਮੈ ਹੰਤਾ ਵੀ, ਆਪਣਾ ਵਜੂਦ ਵੀ ਨਾਲ ਹੀ ਛੱਡ ਜਾਂਦਾ। ਜਿਵੇਂ ਨਦੀਆਂ ਸਮੁੰਦਰ ਦੇ ਵਿੱਚ ਡਿੱਗ ਕੇ ਸਮੁੰਦਰ ਹੀ ਬਣ ਜਾਂਦੀਆਂ ਹਨ, ਪਰ ਹਸਤੀ ਸਮੁੰਦਰ ਦੀ ਕਾਇਮ ਰਹਿੰਦੀ, ਵਜੂਦ ਸਮੁੰਦਰ ਦਾ ਕਾਇਮ ਰਹਿੰਦਾ, ਨਦੀਆਂ ਦਾ ਨਹੀਂ। ਇਸ ਲਈ ਜਿਹੜੇ ਕਰਤਾ ਹੈ, ਜਿਹੜਾ ਕਰਮ ਬਖਸ਼ਿਸ਼ ਦੇਣ ਵਾਲਾ ਹੈ,
ਜਦੋਂ ਜੀਵ ਆਪਣੇ ਆਪ ਅਰਪਣ ਕਰ ਦਿੰਦਾ ਹੈ ਤਾਂ ਬਖਸ਼ਿਸ਼ ਦਾ ਪਾਤਰ ਜੀਵ ਬਣਦਾ ਹੈ ਤੇ ਬਖਸ਼ਿਸ਼ ਦੇਣ ਵਾਲਾ ਦਾਤਾ ਕਰਤਾ ਉਹ ਇੱਕ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਹੈ, ਜਿਹੜਾ ਬਿਨਾਂ ਕਿਸੇ ਮੋਲ ਦਿੱਤਿਆਂ ਪ੍ਰਾਪਤ ਹੁੰਦਾ। ਆਪਾ ਭਾਵ ਆਪਣਾ ਮਨ ਵੇਚ ਕੇ, ਮਨ ਵੇਚੀ ਸਤਿਗੁਰ ਕੇ ਪਾਸ। ਜਦੋਂ ਜੀਵ ਮਨ ਵੇਚ ਦਿੰਦਾ ਹੈ ਫਿਰ ਉਹਨੂੰ ਬਖਸ਼ਿਸ਼ ਮਿਲਦੀ ਹੈ। ਬਖਸ਼ਿਸ਼ ਦਾ ਪਾਤਰ ਹੀ ਉਦੋਂ ਬਣਦਾ ਜਦੋਂ ਮਨ ਵੇਚ ਦਿੰਦਾ। ਮਨ ਵੇਚਣ ਤੋਂ ਭਾਵ ਆਪਣੀ ਹਉ ਮੈਂ ਮੇਰੀ ਛੱਡ ਦੇਣੀ। ਇਹ ਕੋਈ ਪੇੜ ਨਹੀਂ ਹੈਗਾ, ਪਰਮਾਤਮਾ ਦਾ ਹੀ ਦਿੱਤਾ ਤਨ ਮੈਂ ਮਨੁਆ ਮਨ ਮੈਂ ਸੱਚ ਆ। ਪਰਮਾਤਮਾ ਦਾ ਬਣਾਇਆ ਹੋਇਆ ਤਨ ਹੈ ਤੇ ਤਨ ਦੇ ਵਿੱਚ ਹੀ ਇਹ ਮਨ ਹੈ। ਇਹ ਮਨ ਦੀ ਜਿਹੜੀ ਘਾਟ ਹੈ ਪਰਮਾਤਮਾ ਦੀ, ਉਹ ਮਨ ਜਿਹੜਾ ਹੈਗਾ ਜਦੋਂ ਟਿਕਮਿਕ ਹੋ ਜਾਂਦਾ ਹੈ ਗੁਰ ਸ਼ਬਦੀ ਮਿਲ ਆਂਦਾ। ਗੁਰੂ ਦੇ ਸ਼ਬਦ ਦੇ ਦੁਆਰਾ ਅਕਾਲ ਪੁਰਖ ਕਰਤਾ ਹੈ ਜੋ ਨਾਮ ਦੀ ਦਾਨ ਦਿੰਦਾ ਹੈ ਉਹਨੂੰ ਫਿਰ ਆਪਣੇ ਨਾਲ ਮਿਲਾ ਲੈ। ਧੰਨਵਾਦ ਇਕਬਾਲ ਵੀਰ ਜੀ। ਆਪ ਜੀ ਨੇ ਵਿਆਕਰਨਿਕ ਨਿਯਮਾਂ ਦੇ ਮੁਤਾਬਿਕ ਜਿਹੜਾ ਇੱਕ ਇੱਕ ਅੱਖਰ ਲੈ ਕੇ ਸਮਝਾਣਾ ਕੀਤਾ ਹੈ। ਧੰਨਵਾਦ ਆਪ ਜੀ ਦਾ। ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ ਜੀ। ਆਇਆਂ ਨੂੰ ਵੀਰ ਜੀ। 19ਵੇਂ ਸੋਲੇ ਦੇ 2 ਪਦਿਆਂ ਦਾ ਅੱਜ ਪਾਠ ਹੋਇਆ ਵੀਰ ਜੀ। ਆਪ ਜੀ ਦੋਨੋਂ ਪਦਿਆਂ ਦਾ ਪਾਠ ਦੇ ਦਿਆ ਜੀ। ਦੋਨੋਂ ਜੀ ਸ਼ੁਰੂ ਹੋਇਆ। ओके, ए ऊपरली पंक्ति दिखाना। हाँ जी। हर जियो दाता अगम अथाह जी, उस दिल न तमाए वे परवाह, तिसनु अपड़ न सकै कोई आपे मेल मिलाएगा। ये जड़ा हर जियो है ना, ए साडे पॉजिटिव मन वास्ते जदों मन ट्रांसफॉर्म हो गया, भाव जदों निज कर दे नाल अंतरात्मे दे महल नूं प्राप्त कर चुका है ना, तां उत्थों अथाह समुंदर वर्गियां गहराइयां प्राप्त होईयां ते आप भी अथाह डूंगा बन जांदा है। ਉਹਦੇ ਇੰਦਰੇ ਗਿਆਨ ਇੰਦਰੇ ਭਾਵੇਂ ਉਹਨੂੰ ਦੇਖ ਨਹੀਂ ਸਕਦੇ ਨੇ, ਅਗੰਮ ਹੈ ਉਹ ਦਾਤਾ। ਉਸ ਤੇ ਪੋਜ਼ਿਟਿਵ ਥਾਟ ਪ੍ਰੋਸੈਸ ਦੀ ਗੱਲ ਚੱਲ ਰਹੀ ਹੈ। ਰੱਬ ਜੀ ਨੂੰ ਲਾਲਚ ਹੋਏ ਨਾ ਹੋਏ ਇਸ ਗੱਲ ਦਾ ਤਾਂ ਕੋਈ ਤਾਲੁਕ ਹੀ ਨਹੀਂ, ਕਿਉਂਕਿ ਰੱਬ ਜੀ ਕੋਈ ਸਰੀਰਕ ਤੇ ਹੈ ਨਹੀਂ ਨੇ, ਰੂਪ ਰੰਗ ਰੇਖ ਪੇਖ ਤੇ ਹੈ ਨਹੀਂ ਹੈ। ਤੇ ਜੇ ਅਸੀਂ ਕਹੀਏ ਰੱਬ ਜੀ, ਜਿਸ ਤਰ੍ਹਾਂ ਭੂਆ ਜੀ ਦੱਸਦੇ ਨੇ, ਰੱਬ ਜੀ ਇਕੁਅਲਸ ਟੂ ਹੁਕਮ, ਰੱਬ ਜੀ ਇਕੁਅਲਸ ਟੂ ਨਾਮ। ਨਾਮ ਜਾਂ ਹੁਕਮ ਨੂੰ ਤੇ ਕੋਈ ਲਾਲਚ ਹੀ ਨਹੀਂ ਹੁੰਦੀ, ਉਹਦਾ ਕੋਈ ਸਰੀਰ ਥੋੜਾ ਹੁੰਦਾ ਹੈ। ਸੋ ਇਹ ਜਿਹੜਾ ਮਨ ਹੈ ਨਾ, ਇਹ ਮਨ ਜਦੋਂ ਸਾਡੇ ਸਰੀਰ ਵਿੱਚ ਆ ਗਿਆ ਔਰ ਪੋਜ਼ਿਟਿਵ ਸੈਂਸ ਵਿੱਚ ਇਹਨੂੰ ਸਭ ਕੁਝ ਪ੍ਰਾਪਤ ਹੋਇਆ, ਤਾਂ ਇਹ ਮਨ ਨੇ ਅਗਮ ਅਥਾਹ। ਤੇ ਹੁਣ ਕਹਿੰਦੇ ਨੇ ਇਸ ਮਨ ਨੂੰ ਉਸ ਤਿਲ ਨਾ ਤਮਾਏ, ਉਹਨੂੰ ਤਿਲ ਮਾਤਰ ਵੀ ਤਮਾ ਨਹੀਂ ਰਹਿੰਦੀ ਹੈ, ਉਹ ਲਾਲਚੀ ਨਹੀਂ ਰਹਿੰਦਾ। ਉਹਨੇ ਸਤਿਗੁਰ ਦੀ ਮੱਤ ਮੰਗੀ ਸੀ। ਮੰਗਣਾ ਮਾੜੀ ਗੱਲ ਨਹੀਂ ਹੈ, ਮੰਗਣਾ ਮੰਗਣ ਨਹੀਂ ਕਾ ਹਰਜਸ ਗੁਰ ਤੇ ਮੰਗਣਾ। ਇਸ ਕਰਕੇ ਉਸ ਅਵਸਥਾ 'ਚ ਕਹਿੰਦੇ ਨੇ ਮੈਂ ਨਾ ਹੀ ਕੀਤਾ ਲੱਭੋ, ਮੈਂ ਲਾਲਚ ਨਹੀਂ ਕੀਤੀ ਹੈ। ਇੱਕ ਨਾਉ ਤੇਰਾ ਮੈਂ ਫੱਬੋ, ਮੈਨੂੰ ਤਾਂ ਤੁਹਾਡੀ ਸੁਮਤ ਵਾਲਾ ਛੋਲਾ ਪਸੰਦ ਹੈ, ਉਹ ਮੈਨੂੰ ਪਸੰਦ ਆਉਂਦਾ ਹੈ। ਤੁਸੀਂ ਮੈਨੂੰ ਰੋਬ ਆਫ ਆਨਰ ਵਾਲੀ ਅਕਲ ਦਿਓ, ਤਾਂ ਉਹਨੂੰ ਕਿਸੇ ਵੀ ਕਿਸਮ ਦੀ ਹੋਰ ਦੁਨਿਆਵੀ ਮੰਗਾਂ ਦੀ ਕੋਈ ਲਾਲਚ ਨਹੀਂ ਹੈ, ਨਾ ਵਾਹ ਦੀ ਭੁੱਖ ਹੈ। ਤੇ ਜਿਸ ਇਨਸਾਨ ਨੂੰ ਦੁਨਿਆਵੀ ਚੀਜ਼ਾਂ ਦੀ ਲਾਲਚ ਨਾ ਰਵੇ ਔਰ ਨਾ ਵਾਹ ਦੀ ਭੁੱਖ ਰਵੇ, ਉਹ ਇਨਸਾਨ ਮਨ ਕਰਕੇ ਬੇਪਰਵਾਹ ਹੋ ਜਾਂਦਾ ਹੈ। ਸੋ ਬੇਪਰਵਾਹ ਚਿੰਤਾ ਰਹਿਤ ਹੋ ਜਾਂਦਾ ਹੈ। ਫਿਕਰ, ਚਿੰਤਾ, ਤੌਖਲੇ, ਫਿਊਚਰ ਦਾ ਜਾਂ ਪਾਸ ਦੀਆਂ ਗੱਲਾਂ ਦੇ ਵਿਚਕਾਰ ਦੁਖੀ ਨਹੀਂ ਹੁੰਦਾ, ਬੇਪਰਵਾਹ ਹੋ ਜਾਂਦਾ ਹੈ। ਔਰ ਫਿਰ ਉਹਨੂੰ ਲੱਥੀ ਚੜੀ ਦਾ ਵੀ ਨਹੀਂ ਹੁੰਦਾ, ਉਹਨੂੰ ਮਾਨ ਅਪਮਾਨ ਦਾ ਵੀ ਕੁਛ ਨਹੀਂ ਹੁੰਦਾ। ਉਹ ਕਿਸੇ ਦੀ ਕੀਤੀ ਵਧੀਕੀ ਨੂੰ ਮਾਫ ਕਰ ਸਕਦਾ। ਜਿਸ ਬਾਰ-ਬਾਰ ਸੰਡੇ ਨੂੰ ਕਾਉਂਸਲਿੰਗ ਵਿੱਚ ਉਹ ਬੋਲ ਰਹੇ ਨੇ ਨਾ, बार-बार फॉरगिवनेस। बट ठीक है जी, कोई बात नहीं, आपने कहा था, हमारी पत उतारी थी या हमारे से बुरा किया था, चलो छोड़ो ना, वो सारी बातें छोड़ो, माफ किया। ਹੁਣ ਬੇਪਰਵਾਹ ਹੋ ਚੁੱਕੇ ਆ, ਉਹ ਸਾਰੀਆਂ ਗੱਲਾਂ ਡਿਲੀਟ ਕਰ ਸਕਦੇ ਆ। ਕੱਲ ਜਿਹੜਾ ਗੱਲ ਆਇਆ ਸੀ ਨਾ ਕਿ ਭੁਲਾ ਸਕਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਹੁਣ ਮੈਂ ਜੋ ਕੁਝ ਪੜਿਆ ਹੋਇਆ ਸੀ ਨਾ, ਉਹਨੂੰ ਮੈਂ ਅਨਪੜਿਆ ਕਰ ਸਕਦਾ। ਐਵਰੀਥਿੰਗ ਮੈਂ ਮਨ ਕੀ ਮਤ ਵਾਲੇ ਖਿਆਲਾਂ ਨੂੰ ਡਿਲੀਟ ਕਰ ਸਕਦਾ। ਬੇਪਰਵਾਹ ਹੋ ਗਿਆ, ਉਹ ਬੇਪਰਵਾਹ ਹੈ ਤੇ ਇਸ ਨੂੰ ਅਪੜ ਨਾ ਸਕੈ ਕੋਈ। ਭਾਵੇਂ ਕੋਈ ਵੀ ਸਾਡੇ ਸਰੀਰ ਦੇ ਅੰਗ ਇੰਦਰੇ ਗਿਆਨ ਇੰਦਰੇ ਜੀ ਜੰਤ ਸ੍ਰਿਸ਼ਟੀ ਜਿਹੜੇ ਹਨ ਨਾ,
ਇਹ ਭਾਵੇਂ ਉਹਨੂੰ ਪਹੁੰਚ ਨਹੀਂ ਸਕਦੇ ਨੇ, ਪਰ ਉਹ ਆਪੇ ਮੇਲ ਮਿਲਾਏਗਾ, ਉਹ ਸਾਰਿਆਂ ਦੇ ਨਾਲ ਵਿਜ਼ਡਮ ਨੂੰ ਲਿੰਕ ਕਰਦਾ ਰਹਿੰਦਾ, ਸਾਰਿਆਂ ਨੂੰ ਨਿਜ ਘਰ ਦੀ ਮੱਤ ਦੇ ਨਾਲ ਜੋੜਦਾ ਜਾਂਦਾ। ਆਪ ਤੇ ਉੱਥੇ ਮਰਜ ਹੋ ਚੁੱਕਾ ਹੋਇਆ, ਆਪਣੇ ਨਾਲ ਨਹੀਂ ਜੋੜਦਾ, ਆਪ ਤੇ ਉੱਥੇ ਮਰਜ ਹੋ ਚੁੱਕਾ ਹੋਇਆ, ਸੋ ਵਿਜ਼ਡਮ ਦੇ ਨਾਲ ਜੋੜੀ ਜਾਂਦਾ। ਉਹਨੂੰ ਕਹਿੰਦੇ ਨੇ ਜੈਸਾ ਸਤਿਗੁਰ ਸੁਣੀਦਾ ਤੈਸੇ ਹੀ ਮੈਂ ਗੀਤ ਵਿਛੜਿਆ ਮੇਲੇ ਪ੍ਰਭੂ। ਉਹਨੇ ਵਿਜ਼ਡਮ ਦੇ ਨਾਲ ਮਿਲਾ ਦਿੱਤੇ ਸਾਰੇ, ਜੋ ਕੁਝ ਕਰੇ ਸੋ ਨੇਚੋਂ ਹੋਈ। ਜੋ ਵੀ ਦੁਨੀਆ ਦਾ ਇਨਸਾਨ ਅਗਰ ਉਹ ਆਈਡੀਅਲਸ ਨੂੰ ਫੋਲੋ ਕਰਨਾ ਚਾਹੁੰਦਾ ਹੈ, ਉਹ ਚੰਗੇ ਗੁਣਾਂ ਨੂੰ ਫੋਲੋ ਕਰਨਾ ਚਾਹੁੰਦਾ ਹੈ, ਉਹਨੂੰ ਦੁਨੀਆ ਦਾ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜੈ ਦਰ ਆਵਤ ਜਾਤਿਓ ਹਟਕੇ ਨਾਹੀ ਕੋਈ। ਉਹ ਦਰ ਅੰਦਰ ਹੈ, ਉਹ ਦੀਵਾਨ ਅੰਦਰ ਹੈ, ਮਹਿਲ ਅੰਦਰ ਹੈ। ਜੈ ਦਰ ਆਵਤ ਜਾਤਿਓ ਹਟਕੇ ਨਾਹੀ ਕੋਈ। ਬਾਹਰਲੇ ਦਰਾਂ ਤੇ ਤੁਸੀਂ ਮਨਾ ਕਰ ਸਕਦੇ ਹੋ, ਫਲਾਣਾ ਨਹੀਂ ਆ ਸਕਦਾ, ਫਲਾਣਾ ਨਹੀਂ ਆ ਸਕਦਾ, ਅੱਜ ਫਲਾਣੇ ਦਰ ਤੇ ਅਸੀਂ ਸਤਵੀਰ ਸਿੰਘ ਨੂੰ ਬੈਨ ਕੀਤਾ, ਸਤਵੀਰ ਸਿੰਘ ਉੱਥੇ ਐਂਟਰ ਨਹੀਂ ਕਰ ਸਕਦਾ। ਇਹ ਸਾਰੀਆਂ ਗੱਲਾਂ ਹੋ ਸਕਦੀਆਂ ਨੇ, ਪਰ ਜੇ ਸਤਵੀਰ ਸਿੰਘ ਆਪਣੇ ਅੰਦਰ ਜਾਣਾ ਚਾਹੁੰਦਾ ਹੋਏ, ਵਿਘਨ ਨਾ ਕੋ ਲੱਗਤਾ, no hurdles can stop you। ਇਸ ਕਰਕੇ ਉਹਨੇ ਧਾਰਿਆ ਕੀ ਸੀ, ਮੈਂ ਸਪਿਰਿਚੁਅਲ ਹੋਣਾ ਚਾਹੁੰਦਾ, ਮੈਂ ਔਗਣਾ ਵਾਲੀ ਜਮਾ ਵਾਲੀ ਮੱਤ ਤੋਂ ਛੁੱਟਣਾ ਚਾਹੁੰਦਾ ਹਾਂ। ਸੋ ਉਹ ਸਪਿਰਿਚੁਅਲ ਵਾਲੇ ਪਾਸੇ ਜਦੋਂ ਟੁਰਦਾ ਹੈ ਨਾ, ਆਪਣੇ ਸਾਰੇ ਅੰਗਾਂ ਨੂੰ ਵੀ, ਉਹ ਡੈਫੀਨੇਟਲੀ ਹੁੰਦਾ ਹੀ ਹੈ। ਉਹਨੂੰ ਕਹਿੰਦੇ ਨੇ ਇੱਕ ਤਿਲ ਨਹੀਂ ਭੰਨਣਾ ਕਾਲੇ। ਤੁਸੀਂ ਆਈਡੀਅਲ ਬਣਨ ਵਾਲੇ ਪਾਸੇ ਜਿਹੜੀ ਮਿਹਨਤ ਕਰੋ ਵਰਸਿਸ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ, ਤੁਸੀਂ ਡਾਕਟਰੀ ਡਿਗਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਕੋਈ ਰੁਕਾਵਟਾਂ ਆ ਸਕਦੀਆਂ, ਪਰ ਜੋ ਆਈਡੀਅਲ ਬਣਨਾ ਚਾਹੁੰਦਾ ਹੈ ਨਾ, वो अंदर सफर करता है। जैदर आवत जाते हो हटके नहीं कोई, सो उधर कैसे छोड़िए जो उधर ऐसा होए। अबे जिस दर में अंदर जाने के लिए तेरे को कोई रुकावट ही नहीं है, उसको क्यों भूल रहा है? वो दर तेरे अंदर है, वहां जाते टाइम नो रुकावट, जो कुछ करे सो नेचो ही। वो चाहता है कि मैं हूं अगो तो झूठ नहीं बोलना, वो चाहता है कि मैं हूं अगो तो नफरत नहीं करनी। उन्हें गल प्राप्त हो जाती, लो जी ना को बैठ नहीं बिगाना। कितना सौखा होता जाता ओदा, उन्होंने एवरीथिंग व्हाटएवर ही वांट्स टू अचीव, क्योंकि उन्हें अपने मन की मत त्याग के समर्पण कर चुका है, अपनी ईगो कूड़ ते रखण आया है, इस ईगो कूड़ दे नाल ते खुआरी महसूस कर चुका सी। इस करके सच दे खजाने अंदर आके सच्चा पातशाह बन चुका है, तिस बिन दाता। वरना कोई इन्हां सारे अंगां नूं, सारी सृष्टि नूं अंदर दा दाता होर कोई नहीं बाहरों कुछ दे सकदा। देखो बाहर वाले रब जी दी असीं गल करदे ना, बाहर वाले रब जी ने गुरप्रसाद खिलारी हुई है, पर जे मैं अपने मन दे दरवाजे बंद रखा फिर तो मेरे इंद्रिया ज्ञानेंद्रिया नूं कोई नहीं दे सकदा ना। अच्छा मेरे इंद्रिया ज्ञानेंद्रिया नूं कौन दे सकदा है? मेरे शरीर दा राजा, मन राजा, मन सुल्तान, मन चौधरी बन के इत्थे आके बैठा होया है। जे मन राजा सतगुर दिया दातां दा मालक बन जाए, उस तो बिना इन्हां नूं कोई नहीं फिक्स कर सकदा। बाहर भावें रब जी हन, बाहर भावें सूरज चढ़िया है, पर अंदर हनेरा मन करके। लो जी मन जी, हनेरे वाले अरबन दरबत दुकारा से बाहर निकलो, अब नया अपना आसमान बनाओ, अब नए तारतकाश अपने बनाओ, अपनी नई सृष्टि बनाओ, ताकि यहाँ पर हमेशा सदीवी चानन हो जाए। वो स्वर्गा दाता और कोई नहीं हो सकता। जिसनो नाम दान करे सो पाए, वो आप भी लेंदा है ते आप प्राप्त करके अपने सारे अंगां नूं भी ये वाला दान वंडदा है, विजडम वंडदा है। गुर शब्दी मिलाइंदा, गुरु दे शब्द राही सारियां नूं ट्यून्ड कर लैंदा है। आप भी, सुरत मत बुद्ध भी, इंद्रे ज्ञानेंद्रे भी, रोम रोम भी, ते सारी अंदर दी सृष्टि जी जाती सारियां नूं रब जी दे नाल मिल लैंदा है। सारे विजडम नाल ट्यून्ड हो जाते हैं। असी स्पिरिचुअल बीइंग बन जाते हैं, असी लविंग बीइंग बन जाते हैं। हर जन ऐसा चाहिए जैसा हर ही होए हो जाते हैं। हाँ जी, धन्यवाद वीर जी। आप जी ने वो मन ਜਿਹੜਾ ਹਰੀ ਨੇ ਦੇ ਨਾਲ ਮਿਲ ਕੇ ਹਰੀ ਦਾ ਹੀ ਰੂਪ ਹੋ ਗਿਆ,
ਉਹ ਕਿਸ ਤਰ੍ਹਾਂ ਅੰਦਰ ਕਾਰ ਵਿਹਾਰ ਕਰਦਾ ਹੈ, ਉਸ ਬਾਬਤ ਬੜੀ ਖੂਬਸੂਰਤੀ ਨਾਲ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ, ਵੀਰ ਜੀ ਇਹ ਸਾਡੀ ਜਿਹੜੀ ਸਤਿਗੁਰੂ ਜੀ ਜਿਹੜੀ ਅਵਸਥਾ ਤੱਕ ਸਾਨੂੰ ਲੈ ਕੇ ਜਾਂਦੇ ਨੇ ਨਾ, ਸਤਿਗੁਰੂ ਪਹਿਲਾਂ ਸਾਡੀ ਉਹ ਅਵਸਥਾ ਬਿਆਨ ਕਰ ਰਹੇ ਨੇ ਇਸ ਸ਼ਬਦ ਦੇ ਵਿੱਚ। ਕਿਉਂਕਿ ਅਗਰ ਅਸੀਂ ਇਹ ਅਵਸਥਾ ਤੇ ਵੀ ਕੀ ਕਹਿੰਦੇ ਆ ਨਹੀਂ ਸਮਝਾਂਗੇ ਵੀ ਨਹੀਂ ਇਹ ਅਵਸਥਾ ਨਹੀਂ ਵਾਪਰ ਸਕਦੀ, ਤਾਂ ਉਹ ਸਤਿਗੁਰੂ ਜੀ ਤੇ ਪੂਰਨ ਭਰੋਸੇ ਦੀ ਅਵਸਥਾ ਨਹੀਂ ਹੋਏਗੀ ਸਾਡੀ। ਸਤਿਗੁਰੂ ਜੀ ਇਹ ਅਵਸਥਾ ਸਾਨੂੰ ਦੇ ਸਕਦੇ ਨੇ, ਸਤਿਗੁਰੂ ਜੀ ਦਿੰਦੇ ਨੇ, ਬਟ ਅੰਦਰ ਵਸਦੇ ਨੇ ਸਾਡੇ ਸਤਿਗੁਰੂ ਜੀ। ਇੱਕ ਗੱਲ ਇੱਥੇ ਦੇਖੋ, ਅਸੀਂ ਪਹਿਲਾਂ ਹੀ ਕਰੀਏ ਨਾ, ਇੱਥੇ ਲਫ਼ਜ਼ ਆ ਰਿਹਾ ਜਿਸ ਨੂੰ ਨਾਮ ਦਾਨ ਕਰੇ ਸੋ ਪਾਏ। ਉਹ ਕਿੱਥੇ ਦੇਖੋ, ਜੇ ਤਾਂ ਪ੍ਰਮਾਤਮਾ ਨੂੰ ਆਪਾਂ ਕਿੱਥੇ ਬੈਠਿਆ ਹੋਇਆ ਸਮਝਾਂਗੇ ਵੀ ਪ੍ਰਮਾਤਮਾ ਹੈ, ਉਹ ਨਾਮ ਦਾਨ ਦਿੰਦਾ, ਲੇਕਿਨ ਗੁਰਬਾਣੀ ਦਾ ਸਿਧਾਂਤ ਹੋ ਰਿਹਾ। ਗੁਰਬਾਣੀ ਕਹਿੰਦੀ ਪ੍ਰਮਾਤਮਾ ਨਾਮ ਦਾ ਦਾਨ, ਪ੍ਰਮਾਤਮਾ ਨਾਮ ਨਹੀਂ ਦਿੰਦਾ, ਪ੍ਰਮਾਤਮਾ ਹੀ ਨਾਮ ਹੈ। परमात्मा गुणा नूं नहीं देंदा, गुण ही नाम है, गुण ही परमात्मा है। और वो अंदर वसदे है, अंदर वसदा नाम साडे अंदर वस रहा है, परमात्मा साडे अंदर वस रहा है। पार ब्रह्म गुर रहा समाए और गुर साडे अंदर है। घट घट में साडे जिहड़ा हरजू वस है वो नाम ही साडे अंदर वस रहे, गुण ही साडे अंदर वस रहे ने, आत्मा ही साडे अंदर वस रही है। गुरबाणी कहती है परमात्मा है नाम। ਅਸੀਂ नहीं मान रहे कि परमात्मा नाम निरंजन है, साडा मन नहीं मान रहा। यही अवस्था तो सतगुरु जी सानू निकाल रहे ने। यही अवस्था सानू जपजी साहिब च यही अवस्था तो दसी जा रही है कि ऐसा नाम निरंजन होए। नाम निरंजन है और अंदर है, तू मांगो दे कोलों। जदों मन मंगदा ना, मांगो दान केड़ा, ठाकुर नाम। इत्थे भी दान आ रहा ना, नाम भी आ रहा। कि मन ने पहला मंगिया सी ये दान। इत्थे जो लफज आ रहा है ना, सो पाए, कहते ने जो मैं किया सो मैं पाया। मन ने दान मंगिया सी, मांगो दान ठाकुर नाम, अवर कछु मेरे संग ना चाले, मिले कृपा, मैनू ये कृपा रूपी दान मिले। अरे गुरबाणी का सिद्धांत है, जो मांगया ठाकुर अपने ते सोई सोई देवे। मन ने अंदर वसदे नाम नू, परमात्मा तो नाम नहीं मंगते, अंदर वसदे नाम नू, नाम तो ही नाम मंगया, पाप खुद परमात्मा नू मंगया। हो मांगो तुझे दयाल। उस तो देखो गुरबाणी ना परमात्मा ते नाम नू अलग अलग नहीं समझ रही। ये नहीं कि अंदर वसदे परमात्मा जी ते उन्हां तो फिर नाम मंगया जा रहा तुहाडा, ना ना ना, उस तो वही मंगया जा रहा। खुद परमात्मा तो परमात्मा दी ही दात मंगी जा रही है। हो मांगो तुझे दयाल, मैं तेनू ही मंग रहा। और गुरबाणी कहती जो मांगे ठाकुर अपने ते सोई सोई देवा, वो मिलेगा, वो मिलता है। ये भरोसा सानू होना चाहिए, लॉ है। जिथे एक बार कह रहे ने ना, मांगो दान ठाकुर नाम, ओनू ही दूजे शब्दां ते आखे जा रहा है, हो मांगो तुझे दयाल। पहला मन ने अंदर वसदे रब जी तो खुद रब जी नू मंगया सी, तू आ, मैं तेरे तो घट सौदा नहीं करना, मैनू तू ही चाहिए। मांगो तुझे दयाल, कर दासा गोलिया, मैं तेरे अगे तेरा दास, तेरा गोला बन के तेरे अगे अरदास कर रहा। मांगो दान ठाकुर नाम, तेरे तो मंग रहा मैं दान। और मंगिया इत्थे सतगुरु जी दस रहे ने, कहंदे ने यह तरीका सी मंगण दा। सानू जो दान, जो चीज चाहिए है, जो चीज सानू वो मंगनी पएगी, हथ जोड़ के मंगनी पएगी। सानू निमरता विच आना चाहेगा, पहला ये मनना पेगा साडे कोलों चीज नहीं है, उस चीज दे अनहोंद करके असी बड़े दुखी हाँ। उस चीज, वो चीज साडे कोल नहीं है, सानू ये मननी पएगी। और वो चीज साडे अंदरले वास्ते असी वो मांगो दान ठाकुर नाम करदे हाँ, तां वो सानू मिलदी है। जिसनूं कहंदे ने ना सो पाए, वो जिस तो असी नाम दी दान मंग रहे, भाव वो परमात्मा खुद हो मांगो तुझे दयाल, तो वो अपना अपना आप नूं, अपने आप ने नाम स्वरूप नूं देंदा है। असी उहदी प्राप्ति कर सकदे हाँ। नाम नू ही प्रभ आख्या गया है, गुणा नू ही रब आख्या, गुण मैं साचा एको सोई। गुण नू ही नाम, रब गुण नहीं देंदा, रब ही गुण है। रब अपने हुक्मां विच नहीं चलांदा, हुक्म ही रब है। रब अपना नाम नहीं देंदा, नाम ही रब है। ये सानू समझना पेगा और सानू मंगना पेगा उसनूं। मांगो दान ठाकुर नाल बड़ी निमरता नाल।
ਫਿਰ ਉਹ ਮਿਲਦਾ ਹੈ ਦਾਨ। ਇਹ ਭਰੋਸਾ ਵੀ ਹੋਣਾ ਚਾਹੀਦਾ, ਜੋ ਮੰਗਾਂਗੇ ਉਹ ਮਿਲੇਗਾ। ਇਹ ਵੀ ਲਾਅ ਹੈ, ਇਹ ਚੇਂਜ ਨਹੀਂ ਹੋ ਸਕਦਾ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਣਾ। ਹੁਣ ਮੰਗ ਰਿਹਾ ਮਨ, ਪਹਿਲਾਂ ਨਹੀਂ ਸੀ ਮਨ ਮੰਨਦਾ। ਪਹਿਲਾਂ ਸਭ ਮਨ ਆਪ ਹੰਕਾਰੀ ਰਾਜਾ ਹੋ ਕੇ ਬੈਠਾ ਸੀ। ਉਹਨੂੰ ਹੀ ਕਹਿੰਦੇ ਸੀ ਪਹਿਲਾਂ, ਸੁਣ ਮਨ ਅੰਧੇ ਕੁੱਤੇ ਕੂੜਿਆਰ। ਉਹ ਕੁੜਿਆਰ ਹੋ ਚੁੱਕੇ ਮਨ, ਸੁਣ ਲੈ। ਤੂੰ ਸੁਣਦਾ ਨਹੀਂ ਸੀ ਪਹਿਲਾਂ। ਮਨ ਨੇ ਸੁਣਨਾ ਵੀ ਸ਼ੁਰੂ ਕੀਤਾ। ਫਿਰ ਮਨ ਨੇ ਜਦੋਂ ਸੁਣਿਆ, ਉਹਨੂੰ ਸਤਿਗੁਰੂ ਦੀ ਮੱਤ ਸੁਣੀ, ਫਿਰ ਉਸਨੇ ਉਸਨੂੰ ਮੰਨਿਆ ਵੀ। ਕੀ ਮੰਨਿਆ? ਉਸਨੂੰ ਹੁਣ ਇਹ ਮੰਨਿਆ ਵੀ ਹਾਂ ਮੈਂ ਹੁਣ ਮੰਨਦਾ ਮੈਂ ਐਸਾ ਨਾਮ ਨਿਰੰਜਨ ਹੋਏ। ਉਹਨੇ ਨਾਮ ਨੂੰ ਨਿਰੰਜਨ ਕਰਕੇ ਮੰਨਿਆ ਵੀ ਨਾਮ ਹੀ ਨਿਰੰਜਨ ਹੈ। ਉਹਨੇ ਇਸੇ ਲਈ ਨਾਮ ਨੂੰ ਮੰਨਿਆ ਸੀ, ਮੰਗਿਆ ਸੀ, ਦਾਨ ਮੰਗਿਆ ਸੀ। ਫਿਰ ਉਹਨੇ ਮੰਨਿਆ ਵੀ ਹਾਂ ਇਹ ਨਾਮ ਨਿਰੰਜਨ ਹੈ। ਉਹਨੇ ਮੰਗਿਆ, ਫਿਰ ਉਹਨੂੰ ਮਿਲਿਆ। ਜੇ ਕੋ ਮਨ ਜਾਣੈ, ਜੇ ਕੋਈ ਇਹ ਜਾਣ ਕੇ ਮੰਨਦਾ ਹੈ ਨਾ ਕਿ ਨਾਮ ਹੀ ਨਿਰੰਜਨ ਹੈ, ਉਹ ਕੋਏ ਬਣ ਜਾਂਦਾ ਹੈ। ਭਾਵ ਉਹ ਨਾਮ ਉਸਨੂੰ ਪ੍ਰਾਪਤ ਹੋ ਜਾਂਦਾ ਹੈ। ਜਿਸ ਨੂੰ ਇੱਥੇ ਕਹਿੰਦੇ, ਜਿਸ ਨੂੰ ਨਾਮ ਦਾਨ ਕਰੇ ਸੋ ਪਾਏ। ਨਾਮ ਹੀ ਤਾਂ ਰੱਬ ਹੈ। ਉਹ ਨਾਮ ਉਸਨੂੰ ਮਿਲ ਗਿਆ। ਹੁਣ ਇਹਦੇ ਤੇ ਰੱਬ ਵਿੱਚ ਕੋਈ ਭੇਦ ਨਹੀਂ। ਹੁਣ ਇਹ ਵੀ ਨਾਮ ਹੀ ਵੰਡ ਰਿਹਾ, ਨਾਮ ਹੀ ਵੰਡ ਰਿਹਾ। ਇਹਨੇ ਗੁਰੂ ਦਾ ਸ਼ਬਦ ਦੇ ਨਾਲ ਆਪ ਮਿਲਿਆ, ਨਾਮ ਦੇ ਨਾਲ ਆਪ ਇਹਨੂੰ ਨਾਮ ਦੀ ਦਾਤ ਪ੍ਰਾਪਤ ਹੋਈ, ਗੁਰੂ ਦਾ ਸ਼ਬਦ ਪ੍ਰਾਪਤ ਹੋਇਆ। ਹੁਣ ਗੁਰੂ ਦੇ ਸ਼ਬਦ ਨਾਲ ਸਭ ਨੂੰ ਮਿਲਾ ਰਿਹਾ। ਹੁਣ ਇਹਦੇ ਵਰਗਾ ਦਾਤਾ ਕਹਿੰਦਾ ਹੁਣ ਕੋਈ ਨਹੀਂ, ਤਿਸਮਿਨ ਦਾਤਾ ਵਰਨਾ ਕੋਈ। ਹਾਂ, ਇਹ ਪੂਰੇ ਸ਼ਬਦ ਦੇ ਵਿੱਚ ਜੋ ਕਿਛ ਕਰੇ ਸਿੰਗੂਲਰ ਫਾਰਮ ਵਿੱਚ ਆ ਰਿਹਾ, ਰੱਬ ਜੀ ਵਾਸਤੇ ਹੀ ਆ ਰਿਹਾ। ਰੱਬ ਜੀ ਹੈ ਨਾਮ, ਰੱਬ ਜੀ ਹੈ ਹੁਕਮ, ਰੱਬ ਜੀ ਹੈ ਸ਼ਬਦ। ਔਰ ਉਹ ਮਨ ਨੇ ਉਹ ਕੰਟਰੋਲ ਦੇ ਦਿੱਤਾ ਹੋਇਆ ਹੈ ਰੱਬ ਜੀ ਨੂੰ। ਰੱਬ ਜੀ ਨੇ ਮਨ ਤੇ ਕੰਟਰੋਲ ਕਰ ਲਿੱਤਾ ਹੋਇਆ। ਮਨ ਜੀਤਾ ਹੋ ਚੁੱਕਾ ਹੋਇਆ ਹੈ ਸ਼ਬਦ ਨੇ ਨਾਮ ਨੇ ਮਨ ਨੂੰ ਜਿੱਤ ਚੁੱਕਾ ਹੋਇਆ। ਮਨ ਗਾਇਬ ਹੋ ਚੁੱਕਾ, ਮਨ ਸਮਾ ਚੁੱਕਾ ਹੋਇਆ ਨਾਮ ਵਿੱਚ। ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋਣਾ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਇਹੀ ਹੈ, ਹੋਰ ਕੋਈ ਪ੍ਰਮਾਤਮਾ ਬਾਹਰ ਨਹੀਂ ਲੱਭੇਗਾ। ਗੁਰੂ ਦੀ ਸ਼ਬਦ ਦੀ ਪ੍ਰਾਪਤੀ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ। ਗੁਰੂ ਦੇ ਨਿਯਮਾਂ ਨੂੰ ਬੁੱਝਣਾ ਹੀ ਪ੍ਰਮਾਤਮਾ ਨੂੰ ਬੁੱਝਣਾ ਹੈ। ਗੁਰੂ ਦੇ ਹੁਕਮ ਵਿੱਚ ਚੱਲਣਾ ਹੀ ਪ੍ਰਮਾਤਮਾ ਦੇ ਨਾਲ ਚੱਲਣਾ ਹੈ, ਪ੍ਰਮਾਤਮਾ ਵਿੱਚ ਚੱਲਣਾ ਹੈ। ਨਾਮ ਨੂੰ ਪ੍ਰਾਪਤ ਕਰਨਾ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ, ਇਹ ਗੁਰਬਾਣੀ ਦਾ ਸਿਧਾਂਤ ਹੈ। ਔਰ ਇਹ ਅਸੀਂ ਕਰਨਾ ਹੈ। ਆਪਣੇ ਆਪ ਦਾਨ ਨਹੀਂ ਮਿਲੇਗਾ, ਮੰਗਣਾ ਪਏਗਾ। ਨਿਮਰਤਾ ਵਿੱਚ ਆ ਕੇ ਭਿਖਾਰੀ ਬਣ ਕੇ ਮੰਗਣਾ ਪਵੇਗਾ। ਸਤਿਗੁਰੂ ਜੀ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਤੂੰ ਸਾਨੂੰ ਦਾਨ ਦੇ ਵਾਲਾ। ਉਹ ਮੰਗੋ ਤੁਝੇ ਦਿਆਲ, ਮੰਗੋ ਦਾਨ ਠਾਕੁਰ ਨਾ। ਆਪਣੀ ਈਗੋ ਛੱਡਣੀ ਪਏਗੀ, ਆਪਣੀ ਆਪਾ ਭਾਵ ਛੱਡਣਾ ਪਏਗਾ, ਆਪਣੀ ਮਨ ਦੀ ਮਤ ਛੱਡਣੀ ਪਏਗੀ, ਤਾਂ ਇਹ ਨਾਮ ਦਾ ਦਾਨ ਮਿਲਦਾ। ਔਰ ਮਿਲਦਾ ਹੈ, ਇਹ ਸਾਨੂੰ ਭਰੋਸਾ ਹੋਣਾ ਚਾਹੀਦਾ। ਮਿਲਦਾ ਹੈ, ਜ਼ਰੂਰ ਮਿਲਦਾ ਹੈ। ਔਰ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ? ਉਹ ਜੋ ਕੁਛ ਕਰਦਾ ਨਾ ਅੰਦਰ, ਨਾਮ ਹੀ ਪ੍ਰਮਾਤਮਾ ਸੀ। ਨਾਮ ਸਾਡੇ ਅੰਦਰ, ਨਾਮ ਨੇ ਸਾਡੇ ਅੰਦਰਲਾ ਕੰਟਰੋਲ ਕਰ ਚੁੱਕਾ ਹੋਇਆ। ਨਾਮ ਨੇ ਸਾਡੇ ਅੰਦਰ ਟੇਕ ਓਵਰ ਕਰ ਚੁੱਕਾ ਹੋਇਆ। ਹੁਣ ਜੋ ਅੰਦਰ ਨਾਮ ਕਰੇਗਾ ਜ਼ਰੂਰ ਹੁੰਦਾ, ਉਹੀ ਹੋਏਗਾ। ਉਸ ਤੋਂ ਬਿਨਾ ਕੋਈ ਦਾਤਾ ਨਹੀਂ ਹੈ ਅੰਦਰ। ਹੁਣ ਕੀ ਹੈ ਅੰਦਰ? ਹੁਣ ਉਹ ਜਿਹੜਾ ਲਾਅ ਮਨ ਨੇ ਫੋਲੋ ਕੀਤਾ ਸੀ ਤਾਂ ਉਹਨੂੰ ਨਾਮ ਮਿਲਿਆ ਸੀ, ਉਹੀ ਹੁਣ ਲਾਅ ਸਾਰੇ ਜੀਵ ਜਨਤਾ ਨੂੰ ਫੋਲੋ ਕਰਨਾ ਪਏਗਾ। ਉਹ ਕਿਹੜਾ ਲਾਅ ਹੈ? ਹੁਣ ਜੀ ਜੰਤ ਵੀ ਕਹਿਣਗੇ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉੱਥੇ ਹਮ ਆਇਆ, ਉੱਥੇ ਹੁਣ ਹਉ ਨਹੀਂ ਆਏਗਾ, ਉੱਥੇ ਹਮ ਆਏਗਾ। ਹੁਣ ਜੀ ਜੰਤ ਮੰਗਣਗੇ ਉਸ ਦਾਤਾ ਮਨ ਤੋਂ, ਜਿਹੜਾ ਨਾਮ ਹੁਣ ਅੰਦਰ ਆ ਕੇ ਵਸ ਗਿਆ। ਉਸ ਨਾਮ ਦਾਤਾ ਤੋਂ ਹੁਣ ਸਾਰੇ ਜੀ ਜੰਤ ਵੀ ਭਿਖਾਰੀ ਬਣ ਕੇ ਅਰਦਾਸ ਕਰਨਗੇ। ਇਸ ਨੂੰ ਕਹਿੰਦੇ ਨੇ ਇਹ ਵਾਲਾ ਐਕਟ ਕਰਨਾ ਪਏਗਾ। ਉਹਨੂੰ ਕੋਈ ਲਾਲਚ ਨਹੀਂ ਹੈ, ਕੋਈ ਉਸਨੂੰ ਅਸੀਂ ਕਿਸੇ ਤਰ੍ਹਾਂ ਡਰਾ ਨਹੀਂ ਸਕਦੇ। ਲੇਕਿਨ ਹਾਂ, ਇਹ ਕੰਮ ਕਰਾਂਗੇ ਤਾਂ ਹੀ ਮਿਲੇਗਾ ਨਾਮ। ਉਹ ਕਿਹੜਾ ਕੰਮ ਹੈ? ਉਹ ਜੀ ਜਨਤਾ ਨੂੰ ਵੀ ਕਹਿਣਾ ਪਏਗਾ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉਹੀ ਕਹਿਣਗੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ। ਉਹ ਵੀ ਸਾਰੇ ਕਹਿਣਗੇ ਹੁਣ ਇਸ ਦਾਤਾ ਅੱਗੇ ਵੀ ਹਮ ਅਵਗੁਣ ਭਰੇ ਆ। ਜਿਵੇਂ ਮਨ ਨੇ ਪਹਿਲਾਂ ਕਿਹਾ ਸੀ ਨਾ ਕਿ ਕਹਿੰਦੇ ਆ ਹਉ ਕੀਤਾ ਨਾ ਜਾਤਾ ਹਰਾਮ ਖੋਰ। ਉਹਨੇ ਕਿਹਾ ਸੀ ਹੋ ਕਰਕੇ ਉਹਨੇ ਮੰਗਿਆ ਸੀ। ਕਹਿੰਦਾ ਸੀ ਮੈਂ ਮੂਰਖ ਹਾਂ। ਪਹਿਲਾਂ ਕਹਿੰਦਾ ਸੀ ਮੈਂ ਹਉ ਕਿ ਹਰਾਮ ਖੋਰ, ਮੈਂ ਤੇਰਾ ਅੰਦਰਲੇ ਬਸਦੇ ਰੱਬ ਜੀ ਤੁਹਾਡਾ ਕੀਤਾ ਜਾਣ ਨਹੀਂ ਸੀ ਰਿਹਾ। ਪਹਿਲਾਂ ਉਹ ਭਿਖਾਰੀ ਬਣਿਆ ਸੀ, ਹੁਣ ਜੀ ਜੰਤ ਉਹਦੇ ਅੱਗੇ ਭਿਖਾਰੀ ਬਣਨਗੇ। ਹੁਣ ਉਸ ਤੋਂ ਨਾਮ ਦੀ ਦਾਤ ਮੰਗਣਗੇ। ਉਹ ਕਹਿਣਗੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ। ਉਹ ਕਹਿਣਗੇ ਹੁਣ ਹਮ ਭੀਖਕ ਭਿਖਾਰੀ ਤੇਰੇ। ਇਹ ਇਸ ਤਰ੍ਹਾਂ ਦੀ ਖੇਡ ਵਰਤਦੀ ਹੈ। ਸਤਿਗੁਰੂ ਜੀ ਸਾਨੂੰ ਦੱਸਦੇ ਨੇ ਇਹ ਬਾਣੀ ਕੋਈ ਆਮ ਬਾਣੀ ਨਹੀਂ ਹੈ, ਇਹ ਬਾਣੀ ਹੀ ਰੱਬ ਹੈ। ਇਹ ਜੋ ਬੋਲ ਰਹੀ ਹੈ ਇਹ ਗੁਰਬਾਣੀ ਨਹੀਂ ਹੈ, ਇਹ ਸੱਚੀ ਬਾਣੀ ਹੈ, ਇਹ ਹੀ ਰੱਬ ਹੈ। ਬਾਬਾ ਬਾਣੀ ਨਿਰੰਕਾਰ ਹੈ, ਇਸ ਤੇ ਭਰੋਸਾ ਕਰਨਾ ਚਾਹੀਦਾ। ਜੋ ਬਾਣੀ ਆਖਰੀ ਹੁੰਦਾ ਹੈ, ਬਾਣੀ ਵਿੱਚ ਸਮਾਇਆ ਜਾ ਸਕਦਾ ਹੈ, ਗੁਰਬਾਣੀ ਬਣਿਆ ਜਾ ਸਕਦਾ ਹੈ।
सतगुर की बाणी सत स्वरूप है, गुरबाणी बनी है हो सकता है। मन तन मैं मनुआ, मन में साचा आके वस सकता है, मन विच साचा आके वस सकता है। सानू ये भरोसा होना चाहिए, पर ਉਹਦੇ ਵਾਸਤੇ ਇੱਕੋ ਲॉ है, ਮੰਗਣਾ ਪਏਗਾ। ਜੋ ਚੀਜ਼ ਚਾਹੀਦੀ ਹੈ ਸਾਨੂੰ ਨਿਮਰਤਾ ਨਾਲ ਮੰਗਣਾ ਪਏਗਾ। ਮੰਗਾਂਗੇ ਤਾਂ ਜੇ ਅਸੀਂ ਜਦੋਂ ਇਹ ਰਿਅਲਾਈਜ਼ ਕਰਾਂਗੇ ਸਾਡੇ ਕੋਲ ਉਹ ਚੀਜ਼ ਨਹੀਂ ਹੈ। ਹਾਂਜੀ ਜੀ ਵੀਰ ਜੀ, ਧੰਨਵਾਦ ਆਪ ਜੀ ਦਾ। ਬੂੰਦ ਸਮੁੰਦਰ ਵਿੱਚ ਰਲ ਕੇ ਕਿ ਸਮੁੰਦਰ ਦਾ ਰੂਪ ਬਣ ਗਈ ਜਾਂ ਸਮੁੰਦਰ ਹੀ ਹਿਰਦੇ ਵਿੱਚ ਵਸ ਗਿਆ, ਤੇ ਉਹ ਸਮੁੰਦਰ ਕੀ ਬਦਲਾਵ ਲਿਆਂਦਾ ਆਪ ਜੀ ਨੇ ਸਮਝਾਣਾ ਕੀਤਾ। ਪਰਮਾਤਮਾ ਜਦੋਂ ਹਿਰਦੇ ਵਿੱਚ ਵਸ ਜਾਂਦਾ ਉਸ ਦੇ ਵਿੱਚ ਕੀ ਬਦਲਾਵ ਆਉਂਦਾ ਹੈ। ਭੁਪਿੰਦਰ ਵੀਰ ਜੀ ਕੁਝ ਕਹਿਣਾ ਚਾਹ ਰਹੇ ਜੀ ਜੀ ਭੁਪਿੰਦਰ ਵੀਰ ਜੀ। ਮੈਂ ਇੱਕ ਤੇ ਮੈਂ ਲੇਟ ਆਂਦਾ, ਉਹਦੀ ਮੈਂ ਮਾਫੀ ਮੰਗਦਾ, ਪਰ ਦੇਖੋ ਇਹ ਮੈਂ ਹੁਣੇ ਸਕਰੋਲ ਕੀਤਾ ਤੇ ਤੀਜਾ ਪਦਾ ਦੇਖਣ ਸਾਰ ਜਿਹੜਾ ਅੱਜ ਵਿਚਾਰ ਹੋ ਰਹੀ ਹੈ ਨਾ, ਟਾਈਮ ਤੁਹਾਡਾ ਟਾਈਟ ਹੈ, ਲੇਕਿਨ ਤੀਜਾ ਪਦਾ ਇੱਕਦਮ ਰਿਡਲ ਖੋਲਦਾ ਹੈ। ਦੇਖੋ ਕਿਸ ਤਰ੍ਹਾਂ ਕਮਾਲ ਦੀ ਰਿਡਲ ਖੋਲਦੀ ਹੈ। ਤੁਸੀਂ ਤੀਜਾ ਪਦਾ ਜੇ ਕੁਇਕ ਲੈ ਲਓ ਵੀਰ ਜੀ, ਨਾਲ ਹੀ ਲੈ ਲੈਂਦੇ ਆ। ਅੱਜ ਅਸੀਂ ਸਵਾਲ ਜਵਾਬ ਨਹੀਂ ਰੱਖਦੇ, ਅਗਰ ਨਾਲ ਰਲਦਾ ਮਿਲਦਾ ਹੈ ਰਦ ਪਤਾ ਹੈਗਾ ਅਸੀਂ ਨਾਲ ਲੈ ਲੈਂਦੇ ਆ। ਸੱਜੀ ਵੀਰ ਜੀ ਆਪ ਜੀ ਵਿਚਾਰ ਸਟਾਰਟ ਕਰ ਦਿਓ ਤੀਜੇ ਪਦੇ ਦੀ, ਅਸੀਂ ਅੱਜ ਸਵਾਲ ਜਵਾਬ ਨਹੀਂ ਰੱਖਾਂਗੇ। जी जी भूपिंदर वीर जी, आप जी आरंभ करना चाह रहे हो तीजे पद देता, तो आप जी दे दो विचार। ਵੀਰ ਜੀ ਆਪ ਜੀ ਕਰ ਲਓ, ਕੋਈ ਫਰਕ ਨਹੀਂ ਪੈਂਦਾ, ਅਸੀਂ ਆਪ ਜੀ ਤੋਂ ਵਿਚਾਰ ਸਟਾਰਟ ਕਰ ਲਾਂਗੇ। ਭੁਪਿੰਦਰ ਵੀਰ ਜੀ ਨਹੀਂ, ਤੁਸੀਂ ਜੇ ਟਾਈਮ ਹੈ ਤੇ ਪੈਟਰਨ ਉਹੀਓ ਰੱਖੋ। ਮੈਂ ਤੇ ਵੈਸੇ ਕੋਈ ਗੱਲ ਨਹੀਂ ਵੀਰ ਜੀ, ਵੀ ਹੈਵ ਟੂ, ਕੋਈ ਗੱਲ ਨਹੀਂ, ਅਗਰ ਇੱਕ ਦਿਨ ਕੱਟ ਦਿੰਦਾ ਵਿਚਾਰ ਕੋਈ ਗੱਲ ਨਹੀਂ। ਵੀਰ ਜੀ ਆਪ ਜੀ ਸਟਾਰਟ ਕਰੋ। ਭੁਪਿੰਦਰ ਵੀਰ ਜੀ ਤੁਸੀਂ ਕੰਟੀਨਿਊ ਕਰੋ, ਕੋਈ ਗੱਲ ਨਹੀਂ। ਵੀਰ ਜੀ ਆਪ ਜੀ ਸਟਾਰਟ ਕਰੋ ਭੁਪਿੰਦਰ ਵੀਰ ਜੀ। ਹਾਂਜੀ ਜੇ ਪਦੇ ਚ ਕਹਿ ਰਹੇ ਨੇ ਕਿ 14 ਭਵਨ ਤੇਰੇ ਹੱਟ ਨਾਲੇ। ਆਮ ਤੌਰ ਤੇ ਜਦੋਂ ਪਾਠ ਕੀਤਾ ਜਾਂਦਾ ਨਾ 3 ਭਵਨ 9 ਖੰਡ, ਹਮੇਸ਼ਾ ਇਹਨਾਂ ਦੇ ਅਰਥ ਬਾਹਰਲੇ ਕੀਤੇ ਜਾਂਦੇ ਨੇ। ਜੋ ਕਹਿੰਦੇ ਜੇ ਜੁਗ ਚਾਰਿਆਰ ਜਾਂ ਹੋਰ ਦੱਸਣੀ ਹੋਏ ਨਵਾਂ ਖੰਡਾ ਵੀ ਜਾਣੀ ਹੈ, ਇੱਕਦਮ ਲਫ਼ਜ਼ੀ ਅਰਥ ਇੰਝ ਬਣਾ ਦਿੰਦੇ ਆ, ਅਸੀਂ ਉਡਾ ਹੀ ਦਿੰਦੇ ਆ ਉਸ ਗੱਲ ਨੂੰ ਕਿ 9 ਖੰਡ ਮਤਲਬ ਸਾਰੀ ਦੁਨੀਆ ਮੈਂ ਤੇਰੇ ਕੋ ਜਾਣਤੇ ਹੂੰ, ਇੰਝ ਸਾਰੀ ਦੁਨੀਆ ਬਣਾ ਦਿੰਦੇ ਆ 9 ਖੰਡ। ਇਹ ਸਾਰੇ ਖੰਡ ਅੰਦਰ ਦੀ ਗੱਲ ਚੱਲ ਰਹੀ ਹੈ। ਇੰਝ ਇਹ 14 ਭਵਨ ਵੀ ਬਾਹਰਲੇ ਭਵਨਾਂ ਦੀ ਕੋਈ ਗੱਲ ਨਹੀਂ ਚੱਲ ਰਹੀ, ਅੰਦਰ ਦੇ ਭਵਨ, ਮੇਰੇ ਅੱਖ ਨੱਕ ਕੰਨ, ਮੇਰੇ ਇੰਦਰੇ ਗਿਆਨੇਂਦਰੇ, ਸਾਰੇ ਇਹ ਸਾਰਿਆਂ ਭਵਨਾਂ ਦੀ ਗੱਲ ਚੱਲ ਰਹੀ ਹੈ। 14 ਭਵਨ ਤੇਰੇ ਹੱਟ ਨਾਲੇ, ਇਹ ਦੁਕਾਨਾਂ ਨੇ, ਇਹ ਬਾਜ਼ਾਰ ਹੈ, ਇਹ ਹੱਟੀ ਖੁੱਲੀ ਹੋਈ ਹੈ। ਇਸ ਹੱਟੀ ਤੋਂ ਅਸੀਂ ਵਪਾਰ ਕਰਦੇ ਹਾਂ। ਜੈਸਾ ਮਨ ਚਾਹੁੰਦਾ ਹੈ ਵੈਸਾ ਵਪਾਰ ਹੁੰਦਾ ਹੈ। ਮਨ ਚਾਹੁੰਦਾ ਹੈ ਮੈਂ ਨਹੀਂ ਅੱਖਾਂ ਨਾਲ ਭੈੜ ਦੇਖਾਂ, ਮਨ ਚਾਹੁੰਦਾ ਮੈਂ ਜੀਭ ਨਾਲ ਗਾਲਾਂ ਕੱਢਾਂ, ਮਨ ਚਾਹੁੰਦਾ ਮੈਂ ਕੰਨਾਂ ਨਾਲ। ਹੁਣ ਇਹ ਸਾਰੇ ਉਹੀਓ ਕਰਦੇ ਨੇ। जो माल मार्केट में बिकता है, आजकल मार्केट में क्या होता है, मैं जदों कपड़े का बिजनेस करता सी तो मैं नोटिस करता सी यार अश्लील कपड़े क्यों बेचते ने। मैं बड़ा दुखी होंदा सी। न्यूयॉर्क मार्केट अंदर जाके मैनहट्टन अंदर देखदा सी, वो कहंदे विकदे ने, लोकी लैंदे ने, लोकां दा टेस्ट है, इस करके वो फिर वो वाले डिजाइन कड्डदे सन। सो ऐसा दोनों दा मिली भगत सी, चोर कुत्ती रले हुए सन। इंज ही मन ਅਤੇ ਇੰਦਰੇ ਗਿਆਨੇਂਦਰੇ ਝੂਠ ਦਾ ਵਪਾਰ ਕਰਦੇ ਨੇ, ਸਾਰਾ ਆਪਣਾ ਆਪ ਨੂੰ ਖਰਾਬ ਕਰਦੇ ਨੇ। ਹੁਣ ਇਸ ਭਵਨ ਨੂੰ, ਇਸ ਦੇ ਸਾਰਿਆਂ ਸਭ ਜਗ੍ਹਾ ਨਾ ਇਹਦੇ ਬਾਜ਼ਾਰ ਦਾ ਨਾ ਹੁਣ ਸੱਚਾ ਵਪਾਰ ਸ਼ੁਰੂ ਕਰਨ ਲੱਗੇ ਨੇ। ਨਾਵੇਂ ਕਾ ਵਪਾਰੀ ਹੋਵੇ ਗੁਰਸ਼ਬਦੀ ਕੋ ਪਾਇਦਾ। ਹੁਣ ਇਹ ਨਾਮ ਦਾ ਵਪਾਰ ਕਰਦਾ ਹੈ, ਨਾਮ ਦਾ ਵਪਾਰ ਕਰਕੇ ਆਪਣੇ ਸਾਰੇ ਅੰਗਾਂ ਨੂੰ ਦਿੰਦਾ। ਅੰਗ ਕਿੱਥੇ ਨੇ? 14 ਭਵਨ ਕਿੱਥੇ ਨੇ? ਦੂਜੀ ਪੰਕਤੀ ਕਿੰਨੀ ਕੀਮਤੀ ਰਿਡਲ ਖੋਲਦੀ ਹੈ। ਜੇ ਅਸੀਂ 14 ਭਵਨ ਬਾਹਰਲੇ ਅਰਥ ਕਰਾਂਗੇ ਨਾ ਤਾਂ ਦੂਜੀ ਪੰਕਤੀ ਕਹਿ ਰਹੀ ਹੈ ਉਹ 14 ਭਵਨ ਉਹ ਜਿਹੜੇ ਹੱਟੀਆਂ ਨੇ ਨਾ, ਸਤਿਗੁਰ ਦਿਖਾਏ ਅੰਤਰ ਨਾਲੇ। ਮੈਨੂੰ ਸਤਿਗੁਰ ਨੇ ਅੰਦਰ ਵਿਖਾਤੇ। ਸਤਿਗੁਰ ਕੌਣ? ਨਿਜ ਘਰ ਦੀ ਮੱਤ। ਨਿਜ ਘਰ ਦੀ ਮੱਤ ਟ੍ਰਾਂਸਮਿਟ ਮੈਨੂੰ ਕਿੰਨੇ ਕੀਤੀ? ਚੌਧਰੀ ਮਨ ਨੇ। मन नम्रता च आके उत्थे मर जो गया सी। मन इस शरीर दा राजा सुल्तान है। उन्हें सतगुर दी मत लैके ओदे राही अंदर दे सारे हट्टां तों ना हुण सच दा वपार करन दी अक्ल सिखाई। ए पिछे ना जदों सुखविंदर जी दान दी गल कर रहे सी ना, दान लफज ना 2 चीज़ां दे नाल मिल के बनिया होया है। एक, मेरे घर कोई आंदा है भिखारी मंगण, मैं नवे कपड़े नहीं देंदा उन्हें, भैड़े भैड़े पुराने पुराने कपड़े दे देना। मेरे घर भिखारी मंगण आता है, मैं ताजा तवे ते फुलका पका के नहीं देंदा, पुरानी रोटी पुरानी सब्जी कल दी कट देना। ए भी ते दान ही कीता ना।
सो दान ना बड़ा मजेदार लफज है। अपने अवगुणा दा पहला दान करना ताकि सतगुर दी मत दा दान मिल सके। इट इज ए कॉम्बिनेशन ऑफ वन फुल एक्सरसाइज। जब तक मैं अपने अवगुणा दा दान करांगा ही नहीं ना, ता तक मेरे भांडे अंदर चंगे गुणा दा दान पोएगा। सो ਜਦੋਂ ਅਸੀਂ ਸੱਚ ਦੇ ਭਿਖਾਰੀ ਬਣਦੇ ਆ ਤਾਂ ਹੁਣ ਇਸ ਪਦੇ ਚ ਕਹਿ ਰਹੇ ਨੇ 14 ਪਵਨ ਤੇਰੇ ਹੱਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ, ਨਾਵੇਂ ਕਾ ਵਪਾਰੀ ਹੋਵੇ। ਉਹ ਮਨ ਸੱਚ ਦਾ ਵਪਾਰੀ ਹੋ ਜਾਂਦਾ है और फिर वो देखता है मैं हट्टी खोली, अजी इस दुकानों पे तो अब ये वाला माल बिकता है, जो दिखता है वो बिकता है। हूं क्या दिखता है? लो जी अच्छा आपके पास सहज संतोष नम्रता टॉलरेंस फॉरगिवनेस ये वाला माल है, चलो ये वाला दे दो। सारे इंद्रिय ज्ञान इंद्रिय भी लेना शुरू कर देंगे ने। सच दा सारियां नू व्यापार शुरू हो जाता है। ਉਹਨੂੰ ਕਹਿੰਦੇ ਨੇ सच व्यापार करो व्यापारी, दरगाह निभै खेप तुम्हारी। कितना प्रैक्टिकल अपने ते अप्लाई करने वाला अंदर दी सारी खेड शुरू की गई है। हाँ जी, थैंक यू। हाँ धन्यवाद वीर जी। हरविंदर वीर जी आप जी विचार दे दिया जी। ਜਿਹੜਾ ਵੀਰ ਜੀ ਕਹਿ ਰਹੇ ਨੇ ਵੀ 9 ਖੰਡ ਪ੍ਰਿਥਵੀ ਜਾਂ 10 ਦਿਸ਼ਾਵਾਂ, ਵੀ ਇਹ ਇੱਥੇ ਜਿਹੜਾ ਗੁਰੂ ਸਾਹਿਬ ਕਹਿੰਦੇ ਵੀ 14 ਭਵਨ ਤੇਰੇ ਹੱਟ ਨਾਲੇ। ਹੱਟ ਨਾਲੇ ਉਹ ਲਾਈਨ ਬਾਜ਼ਾਰਾਂ ਅੰਦਰ ਜਿਵੇਂ ਦੁਕਾਨਾਂ ਦੀਆਂ ਲਾਈਨਾਂ ਹੁੰਦੀਆਂ ਨੇ ਨਾ, ਉਹ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਤੇਰੀਆਂ ਹੀ ਹੱਟੀਆਂ ਨੇ। ਇਹਦੇ ਵਿੱਚ ਜਿਤਨੇ ਜੀ ਜੰਤ ਨੇ ਨਾ ਉਹ ਇੱਥੇ ਹੀ ਇਹਨਾਂ ਹੱਟੀਆਂ ਤੋਂ ਕੁਝ ਨਾ ਕੁਝ ਕਮਾਈ ਕਰੀ ਜਾਂਦੇ ਪਏ ਨੇ, ਜਿਤਨੇ 14 ਭਵਨ ਨੇ। ਕਹਿੰਦੇ ਲੇਕਿਨ ਸਤਿਗੁਰੂ ਨੇ ਉਹ ਪਰਮਾਤਮਾ ਜੋ ਜਿਸਨੇ ਇਹ 14 ਭਵਨ ਜਿਹਦੇ ਵਿੱਚ ਸਾਰੀਆਂ ਦੁਕਾਨਾਂ ਨੇ, ਸਤਿਗੁਰੂ ਨੇ ਤੈਨੂੰ ਉਹ ਪਰਮਾਤਮਾ ਤੇਰੇ ਜਿਹੜਾ ਸ਼ਬਦ ਸੀ ਭਗਤ ਰਾਮਾਨੰਦ ਜੀ ਦਾ, ਕਦ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲੇ ਮਨ ਭਇਓ ਪੰਗ। ਉਹਦੇ ਅੰਦਰ ਅੱਗੇ ਜਾ ਕੇ ਕਹਿੰਦੇ ਨੇ ਵੀ ਮੇਰਾ ਚਿਤ ਨਾ ਚਲੇ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੌਵਾ ਬਹੁ ਸੁਕੰਦ, ਪੂਜਨ 40 ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਉਹ ਰੱਬ ਜਿਸ ਦੀ ਪੂਜਾ ਕਰਨ ਵਾਸਤੇ ਮੈਂ ਬਾਹਰ ਜਾਂਦੀ ਹੁੰਦੀ ਸੀ ਪਹਿਲਾਂ, ਪੂਜਨ 40 ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਇਹ ਕਹਿੰਦੇ ਸਤਿਗੁਰ ਦਿਖਾਏ ਅੰਤਰ ਨਾਲੇ। ਉਹ ਰੱਬ ਮੈਨੂੰ ਸਤਿਗੁਰੂ ਨੇ ਮੇਰੇ ਅੰਦਰ ਵਸਦਾ ਜਿਹੜਾ ਹੈ ਨਾ, ਅਸੀਂ ਸਾਰੀ ਗੱਲ ਕਰਨੇ ਪਏ ਜਿਹੜਾ ਸ਼ਬਦ ਚੱਲਦਾ ਪਿਆ ਨਾ ਵੀ ਉਹ ਰੱਬ ਕੈਸਾ ਹੈ, ਵੀ ਜਿਹਦੀਆਂ ਇਹ 14 ਭਵਨ ਜਿਹੜੇ ਨੇ ਨਾ ਉਹਦੀਆਂ ਮਾਨੋ ਇਹ ਹੱਟਾਂ ਨੇ, ਲੇਕਿਨ ਉਹ ਰੱਬ ਜੋ ਇਹ 14 ਹੱਟ ਨਾਲੇ ਚਲਾਉਂਦਾ ਪਿਆ ਉਹ ਤੇਰੇ ਅੰਦਰ वीर जी आवाज नहीं आ रही है आप जी की। मेरे को नेट दी प्रॉब्लम है। हाँ सुखिंदर वीर जी आप जी आरंभ कर दिया जी, फिर हरविंदर वीर जी फिर दे देंगे विचार। ਵੀਰ ਜੀ ਜਿਹੜਾ ਹਰਵਿੰਦਰ ਵੀਰ ਜੀ ਆਖ ਰਹੇ ਸਨ ਨਾ ਕਿ ਉਹ ਪਰਮਾਤਮਾ ਦੇ ਇਹ ਜਿਹੜੇ 14 ਭਵਨ ਇਸ ਬਾਹਰਲੀ ਦੁਨੀਆ ਨੂੰ ਵੀ 14 ਭਵਨ ਰੂਪੀ ਧਰਤੀ ਵੀ ਆਖਦੇ ਨੇ, ਤੇ ਇੱਥੇ ਕਹਿੰਦੇ ਨੇ ਜਿਹੜੇ ਸਾਰੇ ਹਟਨਾਲੇ ਭਾਵ ਜਿਹੜਾ ਵਪਾਰ ਦੁਨੀਆ ਵਿੱਚ ਵੀ ਹੋ ਰਿਹਾ ਹੈ ਉਹ ਸਤਿਗੁਰੂ ਜੀ ਨੇ ਉਹ ਰੱਬ ਜੀ ਅੰਤਰ ਸਾਨੂੰ ਦਿਖਾ ਦਿੱਤੇ ਹੋਏ ਹੈ, ਹਨਾ। ਚਲੋ ਇਹ ਸਤਿਗੁਰੂ ਜੀ ਸ਼ੁਕਰ ਹੈ ਕਿ ਸਾਨੂੰ ਇਹ ਤਾਂ ਕੀ ਕਹਿੰਦਾ ਸਮਝ ਆ ਰਹੀ ਹੈ ਹੌਲੀ ਹੌਲੀ ਕਿ ਅਸੀਂ ਰੱਬ ਜੀ ਨੂੰ ਅੰਦਰ ਵਸਣਾ ਸ਼ੁਰੂ ਕਰ ਦਿੱਤਾ। ਲੇਕਿਨ ਵੀਰ ਜੀ ਇੱਥੇ ਜਿਹੜਾ ਲਫ਼ਜ਼ ਆ ਰਿਹਾ ਨਾ ਦਿਖਾਏ, ਇਹ ਇੱਕ ਵਚਨ ਨਹੀਂ ਹੈ, ਇਹ ਪਲੂਰਲ ਫਾਰਮ ਵਿੱਚ ਆ ਰਿਹਾ ਹੈ। ਸਤਿਗੁਰੂ ਜੀ ਜੇ ਅਸੀਂ ਇਹਦੇ ਅਰਥ ਵੀ ਐਵੇਂ ਕਰ ਲਈ ਨਾ ਠੀਕ ਹੈ, ਸਤਿਗੁਰੂ ਜੀ ਨੇ ਉਹ ਰੱਬ ਜੀ ਅੰਦਰ ਦਿਖਾ ਦਿੱਤੇ ਹੈ, ਪਰ ਫਿਰ ਸਾਨੂੰ ਇੱਥੇ ਕਹਿਣਾ ਪਏਗਾ ਵੀ ਬਹੁਤ ਸਾਰੇ ਰੱਬ ਨੇ, ਕਿਉਂਕਿ ਦਿਖਾਏ ਹੈ ਦਿਖਾਇਆ ਨਹੀਂ ਹੈ। ਵੀ ਰੱਬ ਕਿੰਨੇ ਰੱਬ ਜੀ ਨੇ ਜਿਹੜੇ ਸਤਿਗੁਰੂ ਜੀ ਨੇ ਸਾਨੂੰ ਅੰਦਰ ਦਿਖਾ ਦਿੱਤੇ ਨੇ, ਹਨਾ। ਸਤਿਗੁਰੂ ਜੀ ਨੇ ਵਰਬ ਹੈ, ਦਿਖਾਏ ਕੋਈ ਨਾਉਨ ਨਹੀਂ ਹੈ ਜੋ ਸਿੰਗੂਲਰ ਔਰ ਪਲੂਰਲ ਹੋਵੇ। ਨਹੀਂ ਵੀਰ ਜੀ ਦਿਖਾਏ ਲਫ਼ਜ਼ 14 ਭਵਨਾਂ ਦੇ ਨਾਲ ਰਿਲੇਟ ਕਰਕੇ ਸਤਿਗੁਰੂ ਜੀ ਬੋਲਦੇ, ਪਰ ਉਹ ਵਰਬ ਹੈ, ਕੋਈ ਨਾਉਨ ਨਹੀਂ ਹੈ ਜੋ ਸਿੰਗੂਲਰ ਔਰ ਪਲੂਰਲ ਹੁੰਦਾ ਹੋਏਗਾ। ਦਿਖਾਏ ਕੋਈ ਨਾਉਨ ਨਹੀਂ ਹੈ, ਇਹ ਕਿਰਿਆ ਹੈ, ਇਹ ਕਿਰਿਆਵਾਚਕ ਹੈ, ਇਹਦੇ ਅੰਦਰ ਕੋਈ ਸਿੰਗੂਲਰ ਔਰ ਪਲੂਰਲ ਨਹੀਂ ਹੁੰਦੀ। ਵਾਹਿਗੁਰੂ ਜੀ ਇੱਕ ਬੇਨਤੀ ਹੈ, ਆਪਣਾ ਆਪਣਾ ਪੱਖ ਬਿਆਨ ਕਰਿਆ ਜੇ ਔਰ ਕੋਸ਼ਿਸ਼ ਕਰਿਆ ਜੇ ਇੱਕ ਦੂਜੇ ਦੇ ਨਾਲ ਅਸੀਂ ਨਾ ਉਲਝੀਏ। और क्योंकि संगत ਜਿਹੜੀ ਹੈ ਉਹ ਦੋਨੋਂ ਹੀ ਲਾਹਾ ਲੈ ਰਹੀ ਹੈ, ਸੰਗਤ ਦੋਨੋਂ ਹੀ ਲਾਹਾ ਲੈ ਰਹੀ ਹੈ, ਤੇ ਬੇਨਤੀ ਹੈ ਆਪਸ ਵਿੱਚ ਨਾ ਉਲਝ ਕੇ ਆਪਣਾ ਆਪਣਾ ਪੱਖ ਰੱਖ ਦਈਏ ਆਪਣੇ ਮੁਤਾਬਿਕ ਜਿਸ ਤਰ੍ਹਾਂ ਸਾਨੂੰ ਸਮਝ ਆ ਰਹੀ ਹੈ।
ਅਸੀਂ ਉਹ ਬਿਆਨ ਕਰੀਏ। ਸੰਗਤ ਸਿਆਣੀ ਹੈ, ਆਪੇ ਜਿਹੜਾ ਪੱਖ ਉਹਨਾਂ ਨੂੰ ਜਿਹੜਾ ਸਮਝ ਆਏਗਾ ਉਹ ਜ਼ਰੂਰ ਅਪਣਾਉਣਗੇ। ਵੀਰ ਜੀ ਮੈਂ ਨਾ ਧੰਨਵਾਦ ਤਾਂ ਜੀ। ਬੋਲ ਰਿਹਾ ਸੀ ਵੀਰ ਜੀ, ਮੈਂ ਉਹ ਵੀਰ ਜੀ ਦੀ ਆਵਾਜ਼ ਬੰਦ ਹੋ ਗਈ ਸੀ ਨਾ, ਮੈਂ ਤਾਂ ਹੀ ਤੁਹਾਡੇ ਜੀ ਕਹਿਣ ਤੇ ਹੀ ਸ਼ੁਰੂ ਜੀ ਕੀਤਾ, ਬਟ ਉਹਨਾਂ ਜੀ ਨੇ ਜੀ ਵਿੱਚ ਇੰਟਰਪਟ ਕਰਨਾ ਸ਼ੁਰੂ ਕਰ ਦਿੱਤਾ ਸੀ जी, ਵੀਰ कोई ਜੀ। कोई नहीं जी, ਮੈਂ चलो ਮੈਂ ਤਾਂ आप ਤੁਹਾਡੇ जी ਕਹਿਣ रख लो। ਤੇ ਮੈਂ नहीं नहीं ਤੁਹਾਡੇ नहीं ਕਹਿਣ बिल्कुल ਤੇ ਵੀਰ ਜੀ ਸ਼ੁਰੂ ਕੀਤਾ ਸੀ ਨਾ, जी ਮੈਂ जी ਤਾਂ बिल्कुल ਸੁਖਵਿੰਦਰ ਵੀਰ ਜੀ बिल्कुल ਆਪ ਜੀ ਚੁੱਪ ਹੀ ਸੀ ਵਿਚਾਰ ਨਾ ਵੀਰ ਦਿਓ। ਜੀ, ਹੈ ਨਾ ਵੀਰ ਜੀ। जी ਤੇ जी ਉਹ सुखविंदर वीर जी, ਇੰਟਰਪਟ नहीं ਹਾਂ नहीं नहीं कोई गल नहीं वीर जी, वो गल मुक गई। आप जी प्लीज आप जी कंप्लीट कर लो, फिर अरविंदर वीर जी दे दें जी। ਵੀਰ ਜੀ ਜਿਹੜੇ ਸਤਿਗੁਰੂ ਇਹ ਕਹਿ ਰਹੇ ਨੇ ਕਿ ਜਿਹੜਾ 14 ਭਵਨ ਨੇ ਨਾ ਤੇਰੇ ਹਟਨਾਲੇ, ਉਹ ਸਤਿਗੁਰੂ ਕਹਿੰਦੇ ਨੇ ਅੰਤਰ ਦਿਖਾ ਦਿੱਤੇ ਨੇ, ਦਿਖਾ ਦਿੱਤੇ ਨੇ ਬਿਲਕੁਲ। ਉਹ ਮੈਂ ਉਹੀ ਕਹਿ ਰਿਹਾ ਸੀ, ਇੱਥੇ ਰੱਬ ਜੀ ਨੂੰ ਦਿਖਾਉਣ ਦੀ ਗੱਲ ਨਹੀਂ ਚੱਲ ਰਹੀ, ਇਹ ਜਿਹੜੀ ਕਿਰਿਆ ਦੱਸ ਰਹੇ ਨੇ, ਕਿਰਿਆ ਬਿਲਕੁਲ ਦਿਖਾਏ, ਸਤਿਗੁਰੂ ਜੀ ਦਿਖਾਉਂਦਾ ਹੀ ਹੈ। ਮੈਂ ਇਹੀ ਕਹਿ ਰਿਹਾ, ਸਤਿਗੁਰੂ ਜੀ ਪ੍ਰਮਾਤਮਾ ਜੀ ਨੂੰ ਨਹੀਂ ਦਿਖਾਉਂਦੇ ਅੰਦਰ, ਸਤਿਗੁਰੂ ਹੀ ਪ੍ਰਮਾਤਮਾ ਹੈ। ਅਸੀਂ ਇਹ ਤਾਂ ਬਾਰ-ਬਾਰ ਸਮਝਦੇ ਕਿ ਸਤਿਗੁਰੂ ਹੀ ਪ੍ਰਮਾਤਮਾ ਹੈ, ਸਤਿਗੁਰੂ ਜੀ ਰੱਬ ਜੀ ਨੂੰ ਨਹੀਂ, ਸਤਿਗੁਰੂ ਤਾਂ ਆਪ ਪ੍ਰਮਾਤਮਾ ਹੈ ਅੰਦਰ। ਸਤਿਗੁਰੂ ਜੀ ਨੇ ਜਿਹੜੇ 14 ਭਵਨ ਜਿਹੜੇ ਸਾਡੇ ਅੰਦਰ ਨੇ ਨਾ, ਜਿਹੜੇ ਤੇਰੇ ਹਟਨਾਲੇ ਨੇ, ਸਤਿਗੁਰੂ ਕਹਿੰਦੇ ਤੇਰੇ ਅੰਦਰ ਹੈ, ਦਿਖਾ ਵੀ ਦਿੰਦਾ, ਉਹ ਇਹ ਐਕਟ ਕਰਵਾ ਵੀ ਦਿੰਦਾ। ਔਰ ਉੱਥੇ ਨਾਮ ਦੇਖੋ, ਜੇ ਅਗਰ ਇਸ ਨੂੰ ਅਸੀਂ ਬਾਹਰਲੇ ਕੀ ਕਹਿੰਦੇ ਆ ਬਾਹਰ ਸਾਰੇ ਸੰਸਾਰ ਦੇ ਇੱਕ ਬਾਜ਼ਾਰ ਵਾਸਤੇ ਜੇ ਅਸੀਂ ਇਹਦੀ ਗੱਲ ਕਰਾਂਗੇ ਕਿ ਬਾਹਰਲੇ ਕੀ ਕਹਿੰਦੇ ਦੁਕਾਨਾਂ ਨੂੰ ਸਤਿਗੁਰੂ ਜੀ ਦੁਨੀਆ ਵਿੱਚ ਜਿਤਨੇ ਵਪਾਰ ਨੇ, ਜਿਤਨੇ ਸ਼ਹਿਰ ਨੇ, ਉੱਥੇ ਜਿਹੜੀਆਂ ਹੱਟੀਆਂ ਖੁੱਲੀਆਂ ਹੋਈਆਂ ਉਹਨਾਂ ਦੀ ਗੱਲਾਂ ਚੱਲ ਰਹੀਆਂ, ਬਟ ਉੱਥੇ ਵੀ ਜੀ ਨਾਮ ਦਾ ਵਪਾਰ ਥੋੜੀ ਹੋ ਰਿਹਾ ਹੈ। ਨਾ ਤਾਂ ਉੱਥੇ ਦਾ ਵਪਾਰੀ ਜਿਹੜਾ ਉਹ ਨਾਮੈ ਕਾ ਵਪਾਰੀ ਹੈ, ਨਾ ਉੱਥੇ ਨਾਮ ਦੇ ਵਪਾਰ ਹੋ ਰਿਹਾ, ਉੱਥੇ ਤਾਂ ਵਪਾਰ ਹੀ ਕੁਝ ਹੋਰ ਹੋ ਰਹੇ ਨੇ। ਨਾ ਕੋਈ ਉੱਥੇ ਸ਼ਬਦ ਵਿਕ ਰਿਹਾ ਜਿਸ ਨੂੰ ਅੱਗੇ ਕਹਿ ਰਹੇ ਨੇ ਗੁਰ ਸ਼ਬਦੀ ਕੋ ਪਾਏਦਾ, ਨਾ ਤਾਂ ਉੱਥੇ ਸ਼ਬਦ ਵਿਕ ਰਿਹਾ ਤੇ ਨਾ ਕੋਈ ਸ਼ਬਦ ਪਾ ਰਿਹਾ ਹੈ, ਨਾ ਉੱਥੇ ਨਾਮ ਦਾ ਵਪਾਰ ਹੋ ਰਿਹਾ, ਨਾ ਕੋਈ ਨਾਮ ਦਾ ਵਪਾਰ ਦਾ ਲੈਣ ਦੇਣ ਕਰ ਰਿਹਾ ਹੈ। ਨਾਮ ਦਾ ਵਪਾਰ ਤਾਂ ਅੰਦਰ ਹੁੰਦਾ, ਕਿਉਂਕਿ ਨਾਮ ਰੂਪੀ ਪ੍ਰਮਾਤਮਾ ਤਾਂ ਅੰਦਰ ਵਸ ਰਿਹਾ ਸਾਡੇ। ਇਹ ਸਤਿਗੁਰੂ ਜੀ ਉਸੇ ਇੱਥੇ ਜਿਹੜੀ ਇਹ ਹਟਨਾਲੇ ਦੀ ਆ ਰਹੇ ਨੇ, ਪਿੱਛੇ ਕੀ ਕਹਿੰਦੇ ਕੁਝ ਸ਼ਬਦ ਪਹਿਲਾਂ ਵੀ ਅਸੀਂ ਇਹ ਗੱਲ ਕਰਕੇ ਆਏ ਹਾਂ, ਕਾਇਆ ਅੰਦਰ ਹੱਟ ਬਾਜ਼ਾਰਾਂ। ਕਾਇਆ ਦੇ ਅੰਦਰ ਕਿਹੜੇ ਜਿਹੜੇ ਹੱਟ ਬਾਜ਼ਾਰ ਲੱਗੇ ਹੋਏ ਨੇ, ਸਤਿਗੁਰੂ ਜੀ ਉਹੀ ਸਮਝਾ ਰਹੇ ਨੇ, ਉਹੀ ਸਤਿਗੁਰੂ ਜੀ ਦੱਸ ਰਹੇ ਨੇ ਸਾਨੂੰ ਕਿ ਜਿਹੜੇ ਸਾਡੇ ਅੰਦਰ ਹਟਨਾਲੇ ਆ ਨਾ, ਬਾਹਰਲੇ ਬਾਜ਼ਾਰਾਂ ਦੇ ਵਿੱਚ ਤਾਂ ਵਪਾਰ ਨਾਮ ਦਾ ਹੋ ਹੀ ਨਹੀਂ ਰਿਹਾ, ਨਾ ਉੱਥੇ ਗੁਰਸ਼ਬਦ ਵਿਕ ਰਿਹਾ, ਨਾ ਗੁਰਸ਼ਬਦ ਕੋਈ ਖਰੀਦ ਰਿਹਾ। ਹਾਂ, ਅੰਦਰ ਜਿਹੜਾ ਵਪਾਰੀ ਹੈ ਉਹ ਸਾਡਾ ਮਨ ਹੈ ਨਾ, ਜਿਹੜਾ ਉਹ ਨਾਮ ਦਾ ਵਪਾਰ ਕਰਨਾ ਚਾਹੁੰਦਾ ਹੈ, ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਜਿਸ ਸੱਚ ਦਾ ਵਪਾਰ ਕਰਨਾ ਚਾਹੁੰਦਾ ਹੈ, ਉਸੇ ਨੂੰ ਕਹਿ ਰਹੇ ਸੀ ਪਹਿਲਾਂ, ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭੈ ਖੇਪ ਤੁਮਾਰੀ। ਕਹਿੰਦੇ ਸੱਚ ਦਾ ਵਪਾਰ ਕਰੋ, ਇਹ ਵਪਾਰੀ ਤੂੰ ਵਪਾਰ ਕਰ ਸੱਚ ਦਾ। ਫਿਰ ਉਸਨੂੰ ਪਸੰਦ ਆਇਆ ਸੱਚ ਦਾ, ਨਾਮ ਦਾ ਵਪਾਰ, ਸ਼ਬਦ ਦਾ ਵਪਾਰ, ਹੁਣ ਉਹ ਵਪਾਰੀ ਬਣ ਗਿਆ। ਇੱਥੇ ਕਹਿੰਦੇ ਨਾਵੇਂ ਕਾ ਵਪਾਰੀ ਹੋਵੇ, ਜਿਸ ਨੂੰ ਅਸੀਂ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਇਹ ਹੋ ਗਿਆ ਵਪਾਰੀ। ਹੁਣ ਇੱਥੇ ਇਸ ਨੂੰ ਪਿਛਲੇ ਬੰਦ ਦੇ ਵਿੱਚ ਨਾਮਦਾਨ ਦੀ ਪ੍ਰਾਪਤੀ ਹੋ ਚੁੱਕੀ ਹੈ, ਜਿਹੜੀ ਉਹ ਨਾਮ ਕੀਮਤੀ ਵਸਤੂ ਹੈ ਨਾ, ਇਸ ਨੂੰ ਪ੍ਰਾਪਤ ਹੋ ਚੁੱਕੀ ਹੈ। ਉਹ ਹੁਣ ਇਹ ਵਪਾਰੀ ਬਣ ਗਿਆ। ਵਪਾਰੀ ਕੌਣ ਹੁੰਦਾ ਹੈ? ਭਾਵ ਹੁਣ ਉਹ ਵਪਾਰ ਦੂਜਿਆਂ ਨੂੰ ਉਹ ਵਾਲੀ ਵਸਤ ਦੇਣ, ਵਪਾਰੀ ਉਸੇ ਨੂੰ ਕਹਿੰਦੇ ਆ ਜਿਸ ਕੋਲੋਂ ਨਾਮ ਦੀ ਵਸਤ ਮਿਲੇ, ਉਹ ਵਾਲੀ ਚੀਜ਼ ਮਿਲੇ, ਜਿਸ ਦਾ ਵਪਾਰੀ ਹੈ ਉਸ ਚੀਜ਼ ਉਸ ਤੋਂ ਮਿਲੇ, ਉਸ ਨੂੰ ਕਹਿੰਦੇ ਨੇ ਨਾਵੈ ਕਾ ਵਪਾਰੀ ਹੋਵੇ। ਇਹ ਹੋ ਚੁੱਕਾ ਹੈ। ਹੁਣ ਇਹ ਨਾਮ ਦਾ ਲੈਣ ਦੇਣ ਕਰਦਾ ਹੈ, ਸਿਰਫ ਨਾਮ ਦੀ ਵਸਤ ਹੀ। ਦੂਜੇ ਜਿਹੜੇ ਵਪਾਰੀ ਇਹਦੇ ਕੋਲ ਲੈਣ ਆਉਂਦੇ ਨੇ, ਉਹਨਾਂ ਨੂੰ ਨਾਮ ਦਾ ਵਪਾਰ ਦਾ, ਅੱਛਾ ਉਹਦੇ ਬਦਲੇ ਲੈਂਦਾ ਕੀ ਆ ਉਹਨਾਂ ਤੋਂ? ਉਹਨਾਂ ਦੀ ਮੱਤ, ਉਹਨਾਂ ਦੇ ਅਵਗੁਣ, ਉਹਨਾਂ ਦੀ ਭੈੜੀ ਸੋਚ, ਇਹ ਲੈ ਕੇ ਵਪਾਰ ਦੇ ਬਦਲੇ ਕੁਝ ਤਾਂ ਲੈਣਾ ਹੈ ਨਾ। ਸੱਚ ਦਾ ਨਾਮ ਦਾ ਸ਼ਬਦ ਦੇਣਾ ਹੈ, ਗੁਰੂ ਦਾ ਸ਼ਬਦ ਦੇਣਾ ਹੈ, ਤੇ ਉਹਦੇ ਬਦਲੇ ਲੈਂਦਾ ਕੀ ਹੈ? ਉਹਨਾਂ ਦੀ ਭੈੜੀ ਮੱਤ। ਉਹਨਾਂ ਨੂੰ ਕਹਿੰਦਾ ਹੈ ਤੂੰ ਆਪਣਾ ਸਿਰ ਦੇ ਦੇ, ਸਿਰ ਲੈਂਦਾ ਉਹਨਾਂ ਦੇ ਕੋਲੋਂ, ਉਹਨਾਂ ਤੋਂ ਨਾਮ ਦਿੰਦਾ ਹੈ ਤੇ ਹਉਮੈ ਲੈਂਦਾ ਹੈ। ਗੁਰੂ ਦਾ ਸ਼ਬਦ ਦਿੰਦਾ ਹੈ ਤੇ ਦੁਰਮਤ ਲੈਂਦਾ ਹੈ ਉਹਨਾਂ ਤੋਂ ਇਸ ਦਾਨ ਦੇ ਬਦਲੇ। ਇਹ ਵਪਾਰ ਅੰਦਰ ਚੱਲ ਰਿਹਾ। ਹੁਣ ਉਹ ਵਪਾਰੀ ਹੋ ਜਾਂਦਾ। ਹਾਂ, ਇਹ ਜਿਹੜੇ ਸਤਿਗੁਰੂ ਜੀ ਨੇ ਦਿਖਾ ਦਿੰਦੇ ਨੇ ਸਾਨੂੰ। ਸਤਿਗੁਰੂ ਜੀ ਇਹ ਜਿਹੜਾ ਵਪਾਰ ਅੰਦਰ, ਇਹ ਅੰਦਰਲਾ ਜਿਹੜਾ ਬਾਜ਼ਾਰ ਲੱਗਾ ਹੋਇਆ ਹੈ, ਇੱਥੇ ਜੋ ਇਹ ਵਾਲਾ ਵਪਾਰ ਹੋ ਰਿਹਾ, ਇਹ ਸਤਿਗੁਰੂ ਸਾਨੂੰ ਦਿਖਾ ਦਿੰਦੇ ਨੇ ਕਿ ਅੰਦਰ ਜਿਹੜਾ ਵਪਾਰ ਹੈ ਨਾ, ਉੱਥੇ ਨਾਮ ਦੀ ਰੂਪੀ ਵਸਤ ਦਾ ਵਪਾਰ ਹੁੰਦਾ ਹੈ, ਨਾਮ ਲਿੱਤਾ ਜਾਂਦਾ ਹੈ, ਹਉਮੈ ਸੋ ਉਹਦੇ ਬਦਲੇ ਤੇ ਹਉਮੈ ਸੌਂਪੀ ਜਾਂਦੀ ਹੈ। ਹਾਂਜੀ, ਧੰਨਵਾਦ ਵੀਰ ਜੀ, ਆਪ ਜੀ ਨੇ ਅੰਦਰ ਦੇ ਬਾਰੇ ਸਮਝਾਣਾ ਕੀਤਾ जी। हरविंदर वीर जी, आप जी अपना पक्ष रखे थे। हरविंदर वीर जी, आवाज नहीं आ रही आप जी दी। एक पंक्ति मैं होर कोट करना, कहंदे दूजा मेटै
ਏਕ ਦਿਖਾਏ। ਹੁਣ ਇੱਥੇ ਅਸੀਂ ਕੀ ਕਵਾਂਗੇ, ਦਿਖਾਏ ਕਿਸ ਪ੍ਰਥਾਈ ਆ ਰਿਹਾ। ਜੇ ਇਹ ਬਹੁਵਚਨ ਵਾਸਤੇ ਨਹੀਂ ਹੈ, ਬਲਕਿ ਜਿਹੜਾ ਅਸੀਂ ਕਹਿੰਦੇ ਵੀ ਬਹੁਵਚਨ ਵਾਸਤੇ ਹੈ, ਤੇ ਬੜਾ ਸਪਸ਼ਟ ਆ ਰਿਹਾ ਦੂਜਾ ਮੇਟਾ ਹੈ। ਮੈਂ ਨਾਲ ਪੰਕਤੀ ਉਹ ਚੈਟ ਬਾਕਸ ਵਿੱਚ ਪਾ ਦਿੱਤੀ ਹੈ, ਦੂਜਾ ਮੇਟਾ ਹੈ। ਏਕ ਦੇ ਕੱਕੇ ਨੂੰ ਔਂਕੜ ਵੀ ਹੈ, ਏਕ ਦਿਖਾਏ। ਇੱਕ ਪਰਮਾਤਮਾ ਦਿਖਾ ਦਿੱਤਾ, ਦਿਖਾਉਣ ਵਾਲੀ ਜਿਹੜੀ ਨਾ ਇਹ ਕਿਰਿਆ ਹੈ। ਤੇ ਇੱਥੇ ਜਿਹੜਾ ਰੱਬ ਜਿਹੜਾ ਹੈ ਨਾ, ਜੋ 14 ਭਵਨਾਂ ਵਿੱਚ ਵਰਤ ਰਿਹਾ ਹੈ, ਇਹ 14 ਭਵਨ ਹੀ ਮਾਨੋ ਜਿੱਦੀਆਂ ਨੇ ਦੁਕਾਨਦਾਰੀਆਂ ਨੇ ਨਾ, ਉਹ ਸਤਿਗੁਰੂ ਨੇ ਉਹ ਰੱਬ ਮੈਨੂੰ ਸੋ ਬ੍ਰਹਮ ਬਤਾਇਓ ਗੁਰ, ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਹੁਣ ਇੱਥੇ ਵੀ ਬ੍ਰਹਮ ਉਹ ਕਹਿੰਦਾ ਵਿੱਚ ਸਤਿਗੁਰੂ ਹੀ ਬਾਣੀ, ਫਿਰ ਸੋ ਬ੍ਰਹਮ ਬਤਾਇਓ ਗੁਰ, ਬ੍ਰਹਮ ਔਰ ਗੁਰ ਇਕੱਠੇ ਵਿੱਚ ਆਉਂਦੇ ਪਏ ਨੇ ਇੱਥੇ। ਅਸੀਂ ਕੀ ਅਰਥ ਕਰਾਂਗੇ, ਸੋ ਬ੍ਰਹਮ ਬਤਾਇਓ ਬ੍ਰਹਮ ਹੀ ਮਾਏ। ਬਈ ਉਹ ਬ੍ਰਹਮ ਮੈਨੂੰ ਗੁਰੂ ਨੇ ਆਪਣੇ ਵਿੱਚ, ਉਹ ਰੱਬ ਜਿਹਦੇ ਪ੍ਰਥਾਈ, ਇਹ ਭਾਵੇਂ ਅਸੀਂ ਵੀ ਜਦੋਂ ਕਹਿੰਦੇ ਪਏ ਨੇ ਕਿ ਹੈ ਕੜੀ ਜ਼ਰੂਰ ਜੁੜਦੀ ਹੈ, ਲੇਕਿਨ ਜੇ ਅਸੀਂ ਕਹਾਂਗੇ ਕਿ ਨੌਲੇਜ, ਐਜੂਕੇਸ਼ਨ, ਟੀਚਰ, ਡਿਸਿਪਲਿਨ, ਇਹ ਸਾਰਾ ਇੱਕੋ ਹੀ ਹੈ, ਨਹੀਂ। ਟੀਚਰ ਇਹ ਸਾਰੇ ਦੇ ਆਪਣੇ ਆਪਣੇ ਵੱਖ-ਵੱਖ ਭੇਦ ਨੇ ਥੋੜੇ। ਗੁਰੂ ਬਿਲਕੁਲ ਕਹਿ ਰਹੇ ਨੇ ਵੀ ਉਹ ਜਿਹੜਾ ਉਹਦਾ ਸਰੂਪ ਹੀ ਹੈ ਉਹ, ਲੇਕਿਨ ਅਸੀਂ ਉਹਨੂੰ ਟੋਟਲ ਉਸ ਪ੍ਰਥਾ ਜੋ ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਫਿਰ ਕਿਹੜਾ ਬ੍ਰਹਮ? ਬ੍ਰਹਮ ਤੇ ਗੁਰ ਦੋਨੋਂ ਵਰਡ ਇਕੱਠੇ ਆ ਰਹੇ ਨੇ। ਸਤਿਗੁਰ ਵਿੱਚ ਆਪ ਰੱਖੋ ਜਦੋਂ ਆ ਰਿਹਾ, ਸਤਿਗੁਰ ਆ ਰਿਹਾ, ਫਿਰ ਆਪ ਵੀ ਆ ਰਿਹਾ। ਕਹਿੰਦੇ ਨਾਵੇ ਕਾ ਵਪਾਰੀ ਹੋਵੇ, ਜੇ ਕੋਈ ਇਹਦੇ ਵਿੱਚ ਨਾਮ ਦਾ ਵਪਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ, ਉਹ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਉਹ ਪਰਮਾਤਮਾ ਦੇ ਨਾਲ ਸਾਂਝ ਪਾ ਲੈਂਦਾ। ਹਾਂਜੀ ਜੀ ਵੀਰ ਜੀ, ਅਸੀਂ ਜਪਜੀ ਸਾਹਿਬ ਦਾ ਵੀ ਪਾਠ ਕਰਦੇ ਆ ਨਾ ਵੀਰ ਜੀ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ। ਪੁਰੀਆਂ ਦਾ ਜ਼ਿਕਰ ਆਉਂਦਾ, ਉਹ ਵੀ 14 ਪੁਰੀਆਂ ਦਾ ਜ਼ਿਕਰ ਆਉਂਦਾ। 14 ਪੁਰੀਆਂ ਜਿਹੜੀਆਂ ਅਸੀਂ ਕਹਿ ਲਈਏ ਸਾਰੇ ਸੰਸਾਰ ਦੇ ਪਦਾਰਥ ਵੀ ਇਕੱਠੇ ਕਰ ਲਵੇ, ਮਨ ਦੀ ਭੁੱਖ ਤਾਂ ਵੀ ਨਹੀਂ ਉਤਰਨੀ। ਗੁਰੂ ਸਾਹਿਬ ਨੂੰ ਜੇਕਰ ਅਸੀਂ ਇੰਝ ਲੈ ਕੇ ਸਮਝਣਾ ਕਰੀਏ ਨਾ ਕਿ ਗੁਰੂ ਸਾਹਿਬ ਬਾਹਰ ਦੀ ਗੱਲ ਕਰਕੇ ਅੰਦਰ ਲੈ ਕੇ ਜਾਂਦੇ ਹਨ ਤੇ ਅੰਦਰ ਦੀ ਗੱਲ ਸਮਝਾਉਂਦੇ ਹਨ, ਔਰ ਅੰਦਰ ਦੀ ਹੱਟੀ ਦੇ ਵਿੱਚ ਜਿਹੜਾ ਸੱਚ ਦਾ ਵਪਾਰ ਹੈ ਉਹ ਕਿਸ ਤਰ੍ਹਾਂ ਹੋਣਾ ਹੈ, ਤੇ ਬੜਾ ਖੂਬਸੂਰਤ ਦ੍ਰਿਸ਼ਟਾਂਤ ਨਿਕਲ ਆਉਂਦਾ, ਬਹੁਤ ਖੂਬਸੂਰਤ ਦ੍ਰਿਸ਼ਟਾਂਤ ਨਿਕਲ ਆਉਂਦਾ। ਜੇਕਰ 14 ਭਵਨ ਤੇਰੇ ਹਟ ਨਾਲੇ, ਬਾਹਰ ਦੀ ਗੱਲ ਤੋਂ ਫਿਰ ਅੰਦਰ ਲੈ ਜਾਂਦੇ ਨੇ। ਉਹੀਓ ਹੱਟੀਆਂ ਅੰਦਰ ਦਿਖਾ ਦਿੱਤੀਆਂ ਸਾਨੂੰ। ਉਹੀਓ ਅੰਦਰ ਵੀ ਸਾਡੇ ਵਿਚਾਰ ਰੂਪ ਹੱਟੀਆਂ ਹਨ। ਵਿਚਾਰ ਰੂਪ ਸੌਦਾ ਅਸੀਂ ਜਿਹੜਾ ਕਰਦੇ ਹਾਂ, ਪਰ ਉਹ ਵਿਚਾਰ ਸਾਡੇ ਆਉਂਦੇ ਕਿਧਰੋਂ ਹਨ? ਜੋ ਅਸੀਂ ਬਾਹਰੋਂ ਤੱਕਦੇ ਹਾਂ, ਜੋ ਅਸੀਂ ਬਾਹਰੋਂ ਸੁਣਦੇ ਹਾਂ, ਉਹ ਵਿਚਾਰ ਸਾਡੇ ਮਨ ਵਿੱਚ ਆ ਕੇ ਵਸ ਜਾਂਦੇ ਹਨ। ਬਾਹਰੋਂ ਅਸੀਂ ਮੈਲ ਇਕੱਠੀ ਕਰਦੇ ਹਾਂ, ਆਪਣੇ ਮਨ ਵਿੱਚ ਵਸਾ ਲੈਂਦੇ ਹਾਂ। ਪਰ ਜਦੋਂ ਸਤਿਗੁਰ ਦਿਖਾਏ ਅੰਤਰ ਨਾਲੇ, ਨਾਵੇ ਕਾ ਵਪਾਰੀ ਹੋਵੇ, ਜਦੋਂ ਸਤਿਗੁਰੂ ਨਾਲ ਸਾਂਝ ਬਣਦੀ ਏ, ਸਤਿਗੁਰ ਨੇ ਸਮਝਾ ਦਿੱਤਾ ਕਿ ਅੰਦਰ ਦੀ ਹੱਟੀਆਂ ਵਿੱਚ ਤੂੰ ਸੱਚ ਦਾ ਵਪਾਰ ਕਰ ਸਕਦਾ ਹੈ। ਸਤਿਗੁਰ ਕਾ ਵਪਾਰੀ ਹੋਵੇ, ਜਦੋਂ ਸਤਿਗੁਰ ਦੇ ਵਿਚਾਰਾਂ ਦਾ ਵਪਾਰੀ ਹੋ ਜਾਏ। ਹੁਣ ਬਾਹਰੋਂ ਮੈਲ ਨਹੀਂ ਤੱਕ ਰਿਹਾ, ਹੁਣ ਗੁਰੂ ਦੇ ਵਿਚਾਰਾਂ ਨੂੰ ਅੰਦਰ ਵਸਾ ਕੇ ਅਗਰ ਬਾਹਰ ਵੀ ਤੱਕ ਰਿਹਾ ਤੇ ਬਾਹਰ ਵੀ ਸੱਚ ਦਾ ਸਰੂਪ ਤੱਕ ਰਿਹਾ। ਗੁਰ ਸ਼ਬਦੀ ਕੋ ਪਾਇੰਦਾ, ਗੁਰੂ ਦੇ ਸ਼ਬਦ ਦੇ ਰਾਹੀਂ ਕੋਈ ਵਿਰਲਾ ਹੈ ਜੋ ਉਸ ਸੱਚ ਨੂੰ, ਹਰ ਪਾਸੇ ਵਸਦੇ ਸੱਚ ਨੂੰ ਪਾ ਸਕਦਾ ਹੈ। ਜਿਸਨੇ ਗੁਰੂ ਦੇ ਸ਼ਬਦ ਨੂੰ ਅੰਦਰ ਵਸਾ ਲਿਆ, ਉਹ ਅੰਦਰੋਂ ਵੀ ਪਵਿੱਤਰ ਹੋ ਗਿਆ, ਉਹਨੂੰ ਬਾਹਰ ਵੀ ਪਵਿੱਤਰਤਾ ਨਜ਼ਰ ਆਉਣ ਲੱਗ ਪਈ। ਅਸੀਂ ਦੇਖੋ ਬਾਹਰ ਦੀ ਹੱਟੀਆਂ ਤੇ ਵੀ ਵਪਾਰ ਕਰਦੇ ਹਾਂ, ਅੰਦਰ ਦੀ ਹੱਟੀਆਂ ਤਾਂ ਵੀ ਵਪਾਰ ਕਰਦੇ ਹਾਂ। ਅੰਦਰ ਅਸੀਂ ਹੱਟੀਆਂ ਦਾ ਝੂਠ ਦਾ ਵਪਾਰ ਕਰਦੇ ਹਾਂ ਤੇ ਬਾਹਰ ਦੀ ਹੱਟੀਆਂ ਤੇ ਵੀ ਅਸੀਂ ਝੂਠ ਦਾ ਵਪਾਰ ਕਰਦੇ ਹਾਂ, ਬੇਈਮਾਨੀ ਕਰਦੇ ਹਾਂ, ਠੱਗੀ ਕਰਦੇ ਹਾਂ, ਲੁੱਟ ਕਰਦੇ ਹਾਂ, ਵਿਕਾਰ ਇਕੱਠੇ ਕਰਦੇ ਹਾਂ। ਪਰ ਜਦੋਂ ਅੰਦਰ ਸਤਿਗੁਰ ਦੇ ਬੋਲ ਵਸ ਜਾਣ, ਅੰਦਰ ਦੀ ਹੱਟੀ ਵਿੱਚ ਪਵਿੱਤਰਤਾ ਹੋ ਜਾਏ ਤੇ ਬਾਹਰ ਦੀ ਸ੍ਰਿਸ਼ਟੀ ਵੀ ਸਾਡੀ ਚੰਗੀ ਹੋ ਜਾਂਦੀ ਹੈ। ਜੇ ਅੰਦਰ ਦੀ ਸ੍ਰਿਸ਼ਟੀ ਚੰਗੀ ਹੋ ਜਾਏ, ਅਸੀਂ ਇਹਨੂੰ ਇੰਝ ਸਮਝਣਾ ਕਰੀਏ ਨਾ, ਅਸੀਂ ਕੋਟ ਕਰਦੇ ਹਾਂ ਹਮੇਸ਼ਾ, ਜੋ ਬ੍ਰਹਮੰਡੇ ਸੋਈ ਪਿੰਡੇ। ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਜੀ, ਜੋ ਬ੍ਰਹਮੰਡੇ ਸੋਈ ਪਿੰਡੇ। ਬ੍ਰਹਮੰਡ ਵਿੱਚ ਹੈ ਤਈਓ ਪਿੰਡ ਵਿੱਚ ਹੈ ਨਾ। ਅਸੀਂ ਬ੍ਰਹਮੰਡ ਨੂੰ ਵੀ ਨਾਲ ਨਾ ਛੱਡੀਏ, ਦੋਨੋਂ ਨੂੰ ਸੁਮੇਲ ਕਰਕੇ ਨਾਲ ਲੈ ਕੇ ਚੱਲੀਏ। ਬੜਾ ਖੂਬਸੂਰਤ ਦ੍ਰਿਸ਼ਟਾਂਤ ਸਾਡਾ ਨਿਕਲ ਕੇ ਆ ਰਿਹਾ। ਬਹੁਤ ਖੂਬਸੂਰਤ ਗੁਰੂ ਸਾਹਿਬ ਸਾਨੂੰ ਸਮਝਾਣਾ ਕਰ ਰਹੇ ਹਨ, ਔਰ ਬੜੀ ਖੂਬਸੂਰਤੀ ਨਾਲ ਇੱਕ ਇੱਕ ਪਦੇ ਨੂੰ ਖੋਲਣਾ ਕਰ ਰਹੇ ਹਨ। ਸਾਰਿਆਂ ਦੀ ਖੋਜ ਸਤਵੀਰ ਵੀਰ ਜੀ, ਸਤਵੀਰ ਜੀ ਵੀਰ ਜੀ ਵੀਰ ਜੀ, ਆਪਾਂ ਨਾ ਜਦੋਂ ਕੀ ਕਹਿੰਦੇ ਬਾਹਰਲੇ ਬ੍ਰਹਿਮੰਡ ਦੀ ਗੱਲ ਆਏਗੀ, ਉਦੋਂ ਆਪਾਂ ਜ਼ਰੂਰ ਕਰਾਂਗੇ ਤੇ ਕਰਨੀ ਹੀ ਬਣਦੀ ਹੈ, ਕਰਨੀ ਹੀ ਚਾਹੀਦੀ ਹੈ। ਬਟ ਜਦੋਂ ਸ਼ਬਦ ਦਾ ਟੌਪਿਕ ਚੱਲ ਰਿਹਾ ਸਿਰਫ ਅੰਤਰ ਦਾ, ਤੇ ਉਸ ਵਕਤ ਵੀ ਜੇ ਆਪਾਂ ਬਾਹਰਲੀ ਬ੍ਰਹਿਮੰਡ ਦੀ ਗੱਲ ਕਰਾਂਗੇ ਜਾਂ ਬਾਹਰਲੀ ਸੰਸਾਰ ਦੀ ਗੱਲ ਕਰਾਂਗੇ, ਤਾਂ ਅਸੀਂ ਸ਼ਬਦ ਦੇ ਟੌਪਿਕ ਤੋਂ ਬਾਹਰ ਚੱਲ ਜਾ ਰਹੇ ਹੋਵਾਂਗੇ ਨਾ।
ਬਾਹਰ ਦੀ ਗੱਲ ਤਾਂ ਆਪਾਂ ਕਰ ਸਕਦੇ ਹਾਂ, ਜਿਤਨੀ ਮਰਜ਼ੀ ਚਾਹੋ ਕਰ ਸਕਦੇ ਹਾਂ, ਕਰਨੀ ਹੀ ਚਾਹੀਦੀ ਹੈ ਔਰ ਕਰਦੇ ਹੀ ਆ। ਬਟ ਸ਼ਬਦ ਦੇ ਆਸਪੈਕਟ ਵਿੱਚ ਜੋ ਸ਼ਬਦ ਦੀਆਂ ਤੁਕਾਂ ਚੱਲ ਰਹੀਆਂ ਨਾ, ਉਹਦੇ ਨਾਲ ਵੀ ਅਗਰ ਗੱਲ ਚੱਲ ਰਹੀ ਹੈ ਅੰਤਰ ਦੀ, ਤੇ ਅਸੀਂ ਉਦੋਂ ਨਾਲ ਵੀ ਬ੍ਰਹਿਮੰਡ ਦੀ ਗੱਲ ਕਰੀਏ ਤਾਂ ਉਹ ਇੱਕ ਸਿਆਣੇ ਬੰਦੇ ਦੀ ਉਹ ਇਹ ਗੱਲ ਅੱਛੀ ਨਹੀਂ ਲੱਗਦੀ ਕਿ ਅੰਦਰ ਦੀ ਗੱਲ ਚੱਲਦੀ ਹੋਈ ਉਸ ਟਾਈਮ ਵੀ ਉਹ ਬਾਹਰ ਬ੍ਰਹਿਮੰਡ ਦੀ ਗੱਲ ਕਰੀ ਜਾਵੇ। ਬ੍ਰਹਿਮੰਡ ਦੀ ਜਦੋਂ ਗੱਲ ਆਏਗੀ ਤਾਂ ਬ੍ਰਹਿਮੰਡ ਦੀ ਗੱਲ ਹੁੰਦੀ ਹੈ, ਕਰਨੀ ਹੀ ਚਾਹੀਦੀ ਹੈ। ਪਰ ਹਰ ਵਕਤ ਅੰਦਰ ਦੀ ਗੱਲ ਦੇ ਵਕਤ ਤੇ ਬਾਹਰ ਦੀ ਗੱਲ ਕਰਾਂਗੇ ਫਿਰ ਸਿਆਣਪ ਨਹੀਂ ਹੋਏਗੀ। जी वीर जी, अगर बाहर दी गल करके भी अंदर ले जाया जा रहा और अंदर दी गल हो रही है तो बड़ा खूबसूरत निकल रहा। धन्यवाद हाँ जी सारियां वीर दा, जी, सारियां वीर ने जी, बड़ी हाँ जी। खूबसूरती नाल जी मैं इकबाल